ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਹਾਜ਼ਰੀ ਜੀ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਜੇ ਤੁਸੀਂ ਰੇਡੀਓ ਤੇ ਸੁਣ ਰਹੇ ਹੋਵੋਗੇ ਤਾਂ ਫਿਰ ਉਸ ਮੌਕੇ ਤੇ ਤੁਸੀਂ ਪ੍ਰਾਈਮ ਏਸ਼ੀਆ ਰੇਡੀਓ ਸੁਣ ਰਹੇ ਹੋਵੋਗੇ। ਇਹ ਵੀ ਹੋ ਸਕਦਾ ਕਿ ਐਪ ਤੇ ਵੀ ਇਕੱਲੀ ਆਡੀਓ ਸੁਣ ਰਹੇ ਹੋਵੋ। ਸੋ ਇਸ ਪ੍ਰੋਗਰਾਮ ਨੂੰ ਤੁਸੀਂ ਡੇਲੀ ਇਸੇ ਸਮੇਂ ਮੁਤਾਬਕ ਦੇਖਦੇ ਹੋ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ 24 ਘੰਟਿਆਂ 'ਚ ਘਟਿਆ ਵਾਪਰਾ ਹੋਵੇ ਆਪਾਂ ਆਪ ਜੀ ਨਾਲ ਸਾਂਝਾ ਕਰ ਲਈਏ। ਨਾਲ ਆਪਣੇ ਵੀਰ ਪਰਮਵੀਰ ਬਾਠ ਵੀ ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਣਾਓ ਸਿਹਤਾਂ ਠੀਕ ਨੇ, ਪਰ ਇੱਥੇ ਮੀਂਹ ਕਰਕੇ ਜਿਹੜੇ ਹੜ੍ਹ ਇਸ ਸੂਬੇ ਦੇ ਵਿੱਚ ਆ ਰਹੇ ਆ ਉਹਦੇ ਕਰਕੇ ਉਧਰੋਂ ਹਾਲਾਤ ਖਰਾਬ ਨੇ ਥੋੜ੍ਹੇ ਜਿਹੇ ਜ਼ਿਆਦੇ। ਤੇ ਇਹ ਜ਼ਰੂਰ ਚੇਤੇ ਰੱਖਣ ਵਾਲੀ ਗੱਲ ਹੈ ਕਿ ਬਹੁਤ ਸਾਰਾ ਪੰਜਾਬੀ ਭਾਈਚਾਰਾ, ਕਿਉਂਕਿ ਟਰੱਕਾਂ ਦੇ ਕਾਰੋਬਾਰ 'ਚ ਲੱਗਿਆ, ਬਹੁਤ ਸਾਰਾ ਪੰਜਾਬੀ ਭਾਈਚਾਰਾ ਦੂਰ ਦਰਾਜ ਦੇ ਜਿਹੜੇ ਉਹ ਖੇਤਰਾਂ ਦੇ ਵਿੱਚ ਕੰਮ ਕਰਦਾ। ਤੇ ਜਦੋਂ ਹੜ੍ਹਾਂ ਦੇ ਕਰਕੇ ਬਹੁਤ ਸਾਰੀਆਂ ਸੜਕਾਂ ਬੰਦ ਨੇ ਤੇ ਕਈ ਜਗ੍ਹਾ ਦੇ ਉੱਤੇ ਜਿੱਥੇ ਰਾਹ ਦੇ ਵਿੱਚ ਲੋਕ ਫਸੇ ਹੋਏ ਨੇ ਉੱਥੇ ਮੋਬਾਈਲ ਦਾ ਨੈਟਵਰਕ ਵੀ ਨਹੀਂ ਹੈਗਾ ਤੇ ਉਹਨਾਂ ਦੇ ਲਈ ਦਿੱਕਤ ਹੈ। ਇਸ ਕਰਕੇ ਅਜੇ ਵੀ ਭਾਵੇਂ ਮੀਂਹ ਹਟ ਗਿਆ, ਅੱਜ ਆਪਾਂ ਦਿਨ ਵੇਲੇ ਐਬਟਸਫੋਰਡ ਤੇ ਆਸ-ਪਾਸ ਦੇ ਇਲਾਕਿਆਂ 'ਚ ਜਿੱਥੇ ਤੱਕ ਸਾਡੇ ਕੋਲੋਂ ਜਾ ਹੋਇਆ, ਦੋਨਾਂ ਭਰਾਵਾਂ ਦੇ ਕੋਲੋਂ ਅਸੀਂ ਗਏ ਸੀ ਤੇ ਉੱਥੇ ਜਾ ਕੇ ਦੇਖਿਆ ਕਿ ਨਦੀਆਂ ਜਿਹੜੇ ਨੇ, ਦਰਿਆ ਜਿਹੜੇ ਨੇ ਐਨ ਕੰਢੇ ਤੱਕ ਨੱਕੋ ਨੱਕ ਵਗ ਰਹੇ। ਤੇ ਅਸੀਂ ਖਾਸ ਤੌਰ ਦੇ ਉੱਤੇ ਜਿਹੜੇ ਭਾਰਤੀ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀ ਉਹਨਾਂ ਨੂੰ ਜ਼ਰੂਰ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਜੇ ਧੁੱਪ ਦਿਸਦੀ ਹੈ, ਤੁਹਾਨੂੰ ਜੇ ਦਿਨ ਸਾਫ਼ ਦਿਸਦਾ, ਤੁਹਾਨੂੰ ਠੰਡ ਘੱਟ ਲੱਗਦੀ ਕਿ ਹੁਣ ਸਾਰਾ ਕੁਝ ਠੀਕ ਹੋ ਗਿਆ, ਮੀਂਹ ਹਟ ਗਿਆ, ਤਾਂ ਤੁਸੀਂ ਹੜ੍ਹਾਂ ਵਾਲੇ ਇਲਾਕਿਆਂ ਦੇ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰੋ। ਸਗੋਂ ਇੱਥੋਂ ਦੀ ਸਰਕਾਰ ਜਿਹੜੀ ਗਾਈਡਲਾਈਨਸ ਜਾਰੀ ਕਰਦੀ ਹੈ, ਐਡਵਾਈਜ਼ਰੀ ਜਾਰੀ ਕਰਦੀ ਹੈ, ਉਧਰ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੋ, ਕਿਉਂਕਿ ਪਿਛਲੇ ਪਾਸਿਆਂ ਤੋਂ ਲਗਾਤਾਰ ਪਾਣੀ ਆ ਕੇ ਅਜੇ ਵੀ ਹੜ੍ਹਾਂ ਦਾ ਖਤਰਾ ਜਿਹੜਾ ਬਹੁਤ ਸਾਰੇ ਇਲਾਕਿਆਂ 'ਚ ਬਰਕਰਾਰ ਹੈ। ਬਿਲਕੁਲ ਸਹੀ। ਦੇਖੋ ਹੜ੍ਹ ਵੀ ਮੇਰੇ ਖਿਆਲ ਨਾਲ ਇੱਦਾਂ ਆਏ ਆ ਜਿੱਦਾਂ ਐ ਵਿਚਾਰਿਓਂ ਖਰਬੂਜਾ ਨਹੀਂ ਵੱਢੀ ਦਾ ਜੀ। ਹੁਣ ਮਤਲਬ ਜੇ ਆਪਾਂ ਇਸ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਗੱਲ ਹੀ ਕਰ ਲਈਏ, ਇਹਦੇ ਮੇਰੇ ਖਿਆਲ ਨਾਲ ਜਿੰਨੇ ਟੋਟੇ ਕਰ ਦਿੱਤੇ ਆ ਹੜ੍ਹਾਂ ਨੇ ਕਿ ਵੀ ਉਹ ਜਿਹੜੀਆਂ ਵੀ ਮੇਨ ਸੜਕਾਂ ਨੇ, ਮੇਨ ਹਾਈਵੇਜ਼ ਨੇ, ਉਹਨਾਂ ਨੂੰ ਪਾਣੀ ਨੇ ਬਿਲਕੁਲ ਐ ਜਿੱਦਾਂ ਆਪਾਂ ਚੀਟਾ ਕੱਟ ਦਿੰਦੇ ਆ ਜੀ। ਚੀਟਾ ਸਮਝ ਆਉਂਦਾ? ਕਾਂਟਾ ਮਾਰ ਦਿੱਤਾ ਤਿੰਨਾਂ ਚੌਂ ਥਾਵਾਂ ਤੇ ਦੇਖੋ ਕੱਲੀਆਂ ਸੜਕਾਂ ਦੇ ਨਹੀਂ ਮਾਰਿਆ, ਰੇਲ ਆਵਾਜਾਈ ਵੀ ਖਤਮ ਹੋ ਗਈ। ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਆਪਾਂ ਸਪਲਾਈ ਚੇਨ ਦੀ ਗੱਲ ਕਰਦੇ ਹਾਂ ਤੇ ਉਹ ਤੇ ਲਗਭਗ ਕੰਡਮ ਹੀ ਹੋ ਗਈ। ਤੇ ਇਹ ਤੋਂ ਇਹ ਵੀ ਨਹੀਂ ਹਿਸਾਬ ਲੈਣਾ ਚਾਹੀਦਾ ਕਿ ਕੋਈ ਬੰਦਾ ਘਬਰਾ ਜਾਏ, ਕਿਉਂਕਿ ਜਿਹੜੇ ਘਰ ਪਾਣੀ 'ਚ ਡੁੱਬੇ ਨੇ ਲੋਕਾਂ ਨੂੰ ਬੜੇ ਆਰਾਮ ਦੇ ਨਾਲ ਉਹ ਘਰ ਖਾਲੀ ਕਰਾ ਲਿਆ ਗਿਆ। ਕੁਝ ਸਰਕਾਰੀ ਥਾਵਾਂ ਤੇ ਲੋਕ ਰਹਿ ਰਹੇ ਆ, ਉੱਥੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ। ਤੇ ਸਭ ਤੋਂ ਵਧੀਆ ਗੱਲ ਇੱਕ ਵਾਰੀ ਫਿਰ ਜਿਹੜੀ ਦੇਖਣ ਨੂੰ ਮਿਲੀ ਹੈ, ਬਹੁਤੇ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਇੱਧਰ ਵੈਨਕੂਵਰ, ਸਰੀ, ਐਬਟਸਫੋਰਡ ਵਾਲੇ ਪਾਸਿਓਂ ਕੈਲਗਰੀ ਨੂੰ ਟਰੱਕ ਲੈ ਕੇ ਜਾਂਦੇ ਸੀ ਜਾਂ ਘੁੰਮਣ ਫਿਰਨ ਲਈ ਜਾਂਦੇ ਸੀ, ਜਾਂ ਸੰਬੰਧ ਬੜੇ ਵਧੀਆ ਸਾਡੇ ਪੰਜਾਬੀ ਉੱਧਰ ਵੀ ਵਸਦੇ, ਇੱਧਰ ਵੀ। ਹੁਣ ਉੱਧਰ ਕੈਲਗਰੀ ਦੇ ਗੁਰੂ ਘਰ ਜਿਹੜੇ ਨੇ ਉਹ ਸੇਵਾ 'ਚ ਲੱਗੇ ਹੋਆ, ਇੱਧਰਲੇ ਪਾਸਿਓਂ ਸਰੀ, ਐਬਟਸਫੋਰਡ ਦੇ ਗੁਰੂ ਘਰ ਜਿਹੜੇ ਉਹ ਸੇਵਾ 'ਚ ਲੱਗੇ। ਇੱਥੋਂ ਤੱਕ ਕਿ ਹੈਲੀਕਾਪਟਰ ਦੇ ਨਾਲ ਵੀ ਜਿਹੜੇ ਟੋਟਿਆਂ ਦੇ ਵਿੱਚ ਤੁਸੀਂ ਦੱਸਿਆ ਕਿ ਇੱਧਰ ਵੀ ਸੜਕ ਬੰਦ ਤੇ ਉੱਧਰ ਵੀ ਬੰਦ ਤੇ ਰਾਹ 'ਚ ਲੋਕ ਫਸੇ ਆ, ਹੈਲੀਕਾਪਟਰ ਦੇ ਰਾਹੀਂ ਵੀ ਰਸਦ ਪਹੁੰਚਾਈ ਜਾ ਰਹੀ ਹੈ। ਬਹੁਤ ਸਾਰੇ ਥਾਵਾਂ ਦੇ ਉੱਤੇ ਸਥਾਨਕ ਲੋਕਾਂ ਨੇ ਵੀ ਆਪਣੇ ਟੈਲੀਫੋਨ ਨੰਬਰ ਜਿਹੜੇ ਆ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਾਰੀ ਕਰਕੇ ਕਿ ਭਾਈ ਜੇ ਸਾਡੇ ਇਲਾਕੇ 'ਚ ਕਿਤੇ ਫਸੇ ਹੋਏ ਹੋ, ਕੋਈ ਕਾਰ 'ਚ ਫਸਿਆ, ਬੱਚੇ ਨਾਲ ਨੇ, ਤਾਂ ਐਨ ਦਰ ਦਰਵਾਜ਼ੇ ਦਿਲ ਦੇ ਲੋਕਾਂ ਨੇ ਖੋਲ੍ਹ ਦਿੱਤੇ ਆ। ਤੇ ਮੈਨੂੰ ਲੱਗਦਾ ਕਿ ਇਦਾਂ ਦਾ ਭਾਈਚਾਰਾ ਸਾਨੂੰ ਕਾਇਮ ਰੱਖਣਾ ਜ਼ਰੂਰ ਚਾਹੀਦਾ। ਯਾਨੀ ਇਹ ਬਹੁਤ ਵਧੀਆ ਗੱਲ ਆ। ਤੇ ਮੇਰੇ ਖਿਆਲ ਨਾਲ ਇਹ ਵੀ ਹੋ ਸਕਦਾ ਬਾਠ ਸਾਹਿਬ ਕਿ ਵੀ ਇਹ ਚਲੋ ਹੈ ਤਾਂ ਆਫਤ ਨਿਕਲ ਜਾਣੀ ਹੈ ਜੀ। ਉਦੋਂ ਬਾਅਦ ਸੜਕਾਂ ਆਵਾਜਾਈ ਆ, ਠੀਕ ਹੈ, ਚਲੋ ਉਹਨੂੰ ਵੀ ਚੰਦ ਦਿਨ ਲੱਗ ਜਾਣਗੇ, ਦਰੁਸਤ ਕਰਦੇ ਆ। ਪਰ ਇਹਦੇ ਦੌਰਾਨ ਮੇਰੇ ਖਿਆਲ ਨਾਲ ਹੋ ਸਕਦਾ ਕਿ ਵੀ ਕਿਉਂਕਿ ਆਪਾਂ ਜਦੋਂ ਕੈਨੇਡਾ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੀਆਂ ਕੰਟਰੀਜ਼ ਤੋਂ ਲੋਕ ਆਣ ਕੇ ਇੱਥੇ ਵਸੇ ਆ, ਤੇ ਕਿਸੇ ਵੇਲੇ ਹੁੰਦਾ ਕਿਸੇ ਦੇ ਮਨ ਦੇ ਵਿੱਚ ਵੀ ਫਲਾਨਾ ਪਤਾ ਨਹੀਂ ਕਿੱਦਾਂ ਦਾ, ਢੀਂਗੜਾ ਪਤਾ ਨਹੀਂ ਕਿੱਦਾਂ ਦਾ। ਪਰ ਜਦੋਂ ਇਹੋ ਜਿਹੀ ਮੁਸ਼ਕਿਲ ਘੜੀ ਦੇ ਵਿੱਚ ਉਹਨਾਂ ਲੋਕਾਂ ਨੇ ਆ ਕੇ ਇੱਕ ਦੂਜੇ ਦੀਆਂ ਬਾਹਾਂ ਫੜੀਆਂ ਤੇ ਉਹਨੇ ਕਈ ਮੇਰੇ ਖਿਆਲ ਨਾਲ ਜਿਹੜੇ ਧਾਗੇ ਜੁੜਦੇ ਨਹੀਂ ਸੀ ਐ ਪੀੜੇ ਕਰਕੇ ਗੰਢ ਦੇਣੇ, ਐਨ ਗੰਢ ਦੇਣੇ। ਤੇ ਮੈਂ ਇਹ ਵੀ ਬੇਨਤੀ ਕਰਦਾ ਕਿ ਬਹੁਤ ਸਾਰੇ ਸੱਜਣ ਸਾਡੇ ਜਿਹੜੇ ਆ ਉਹ ਇੱਕ ਵਿਸ਼ੇਸ਼ ਕਿਸਮ ਦੀ ਪੀੜਾ ਦੇ ਵਿੱਚੋਂ ਲੰਘਦੇ ਹੁੰਦੇ ਆ ਕਿ ਆਹ ਦੇਖੋ ਜੀ, ਆਹ ਪੰਜਾਬੀ ਨੇ ਉੱਪਰ ਬਿਸਤਰੇ ਬੰਨੇ ਆ, ਆਹ ਦੇਖੋ ਜੀ ਇਹ ਬੰਦਾ ਇੱਧਰ ਖਲਾਰਾ ਪਾਤਾ, ਜਿੱਥੇ ਪੰਜਾਬੀ ਰਹਿੰਦੇ ਨੇ ਉੱਥੇ ਆਹ ਕੁਛ ਹੋ ਗਿਆ, ਆਹ ਦੇਖੋ ਜੀ ਸਟੂਡੈਂਟ ਆਹ ਕਰਦੇ। ਜਾਣੀ ਭਾਈਚਾਰੇ ਦੀ ਜਿਹੜੀ ਨਾ ਪੱਕੀ ਖਬਰ ਉਹੀ ਛੱਜ ਲੈ ਕੇ ਛੱਡਦੇ ਆ। ਪਰ ਇਸ ਵੇਲੇ ਜਦੋਂ ਗੁਰੂ ਘਰ ਲੱਗੇ ਆ, ਆਮ ਲੋਕ ਲੱਗੇ ਆ, ਸਮਾਜ ਸੇਵੀ ਲੱਗੇ ਆ, ਲੋਕ ਇੱਥੋਂ ਤੱਕ ਕਿ ਲੰਗਰ ਪ੍ਰਸ਼ਾਦਾ ਘਰੋਂ ਬਣਵਾ ਕੇ ਗੁਰੂ ਘਰਾਂ ਦੇ ਵਿੱਚੋਂ ਪੈਕ ਕਰਾ ਕੇ 200-200 ਕਿਲੋਮੀਟਰ ਤੱਕ ਲੋਕਾਂ ਨੂੰ ਅਪੜਦਾ ਕਰ ਰਿਹਾ ਕਿ ਭਾਈ ਤੁਸੀਂ ਇੱਥੇ ਫਸੇ ਹੋਏ ਹੋ। ਤੇ ਇਹ ਖਬਰਾਂ ਜ਼ਰੂਰ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਹਾਈਲਾਈਟ ਕਰੋ ਕਿ ਭਾਈ ਭਾਈਚਾਰਾ ਆਹ ਕੁਝ ਵੀ ਕਰਦਾ। ਇਹ ਨਾ ਹੋਵੇ ਕਿਤੇ ਲੋਕਾਂ ਨੂੰ ਬਾਹਰ ਬੈਠਿਆਂ ਨੂੰ ਇਹ ਲੱਗੇ ਕਿ ਭਾਈ ਅਸੀਂ ਖਰੇ ਖਲਾਰਾ ਪਾਉਣ ਵਾਲੇ ਪੰਜਾਬੀ ਆ। ਉਹ ਤਾਂ ਬਹੁਤ ਥੋੜੇ ਹੁੰਦੇ ਆ ਖਲਾਰਾ ਚੱਕਣ ਵਾਲਿਆਂ ਦੀਆਂ ਜੇ ਪੋਸਟਾਂ ਸ਼ੇਅਰ ਨਾ ਕਰੋਗੇ ਫਿਰ ਭਾਈ ਇਨਸਾਫ ਤਾਂ ਨਾ ਹੋਇਆ। ਨਹੀਂ, ਇਹ ਬਣਦਾ ਜੀ। ਸੋ ਇਹ ਮੌਕਾ ਹੈ, ਕੀਤੀਆਂ ਵੀ ਜਾ ਰਹੀਆਂ। ਅਸੀਂ ਇਹ ਨਹੀਂ ਕਹਿੰਦੇ ਵੀ ਕਰ ਨਹੀਂ ਰਹੇ, ਤੁਸੀਂ ਕਰ ਵੀ ਰਹੇ ਹੋ, ਵਧੀਆ ਗੱਲ ਹੈ, ਕਰਨੀਆਂ ਬਣਦੀਆਂ ਵੀ ਆ। ਪਰ ਇੱਕ ਚੀਜ਼ ਇਹ ਜ਼ਰੂਰ ਆਪਾਂ ਖਿਆਲ ਰੱਖੀਏ ਵੀ ਇਹ ਸਾਰਾ ਕੁਛ ਕਰਦਿਆਂ ਐਡਵੈਂਚਰ ਵਾਲਾ ਕੀੜਾ ਨਾ ਡੰਗੇ ਆਪਾਂ ਨੂੰ, ਹੈ ਨਾ। ਕਿਸੇ ਵੇਲੇ ਉਹ ਲੈ ਇਹ ਤੇ ਇਹਨਾਂ ਨੇ ਪਹਿਲੀ ਵਾਰ ਵੇਖੇ ਸਾਡੇ ਦੇ ਮੰਡ 'ਚ ਪਾਣੀ ਆਉਂਦਾ ਰਹਿੰਦਾ ਜੀ, ਮਤਲਬ ਸਾਡੇ ਵਾਲੇ ਮੰਡ ਦਾ ਪਾਣੀ ਹੋ ਰਿਹਾ, ਇਹ ਪਾਣੀ ਹੋ ਰਿਹਾ, ਆਪਾਂ ਬਚੀਏ। ਨਹੀਂ, ਬਹੁਤ ਜ਼ਰੂਰੀ ਹੈ। ਤੇ ਕੁੱਲ ਮਿਲਾ ਕੇ ਆਸ ਅਰਦਾਸ ਇਹੀ ਕਰਦੇ ਹਾਂ ਕਿ ਭਾਈ ਇਹ ਕੰਮ ਛੇਤੀ
ਠੱਲ ਜਾਏ, ਠੰਡਾ ਪੈ ਜਾਏ, ਕਿਉਂਕਿ ਮੀਂਹ ਤਾਂ ਇੱਥੇ ਆਉਂਦਾ ਰਹਿੰਦਾ। ਪਰ ਇੰਨੀ ਗੱਲ ਹੈ ਕਿ ਪ੍ਰਸ਼ਾਸਨ ਜਿੰਨਾ ਕੁਝ ਕਰ ਸਕਦਾ ਸੀ ਉਹਨਾਂ ਨੇ ਬਹੁਤ ਚੰਗੇ ਤਰੀਕੇ ਕੀਤਾ ਤੇ ਭਗਦੜ ਜੀ ਨਹੀਂ ਮਚਣ ਦਿੱਤੀ। ਇੱਕ ਚੀਜ਼ ਤਾਂ ਮੈਂ ਵੈਸੇ ਸੋਚਦਾ ਸੀ ਯਾਰ, ਨਾ ਕੋਈ ਲੀਡਰ ਸਾਹਿਬ ਆਏ, ਨਾ ਢੂੰਡੂ ਵਾਲੀਆਂ ਗੱਡੀਆਂ ਘੁੰਮੀਆਂ, ਨਾ ਕਿਸ਼ਤੀ ਲਿਆਂਦੀ, ਨਾ ਉਹਨਾਂ ਨੇ ਆਖਿਆ ਵੀ ਆ ਲਓ ਕੱਲੇ ਗੇਟ ਨੂੰ ਐ ਖੜਕਾ ਕੇ ਨਹੀਂ, ਮਤਲਬ ਉਸ ਤੋਂ ਬਾਅਦ ਲਿਫਾਫੇ ਜੇ ਕੋਈ ਆਟੇ ਦੇ ਕੋਈ ਦਾਲ ਦੇ। ਯਾਰ ਇਦਾਂ ਵਾਲੇ ਲੀਡਰਾਂ ਦਿੱਤਾ ਨਹੀਂ, ਇਹਨਾਂ ਨੂੰ ਸਿਖਾਈਏ ਥੋੜੀ ਜਾਂਚ, ਇਹਨਾਂ ਨੂੰ ਚਾਹੀਦੀ। ਨਹੀਂ ਜ਼ਰੂਰੀ, ਦੇਖੋ ਤੁਹਾਡੀ ਡਿਊਟੀ ਹੈ, ਤੁਸੀਂ ਡਿਊਟੀ ਤੋਂ ਭੱਜੇ। ਮੈਨੂੰ ਦੇਖੋ, ਮੈਨੂੰ ਮਹਿਸੂਸ ਹੋਇਆ, ਮੈਂ ਤਦੇ ਜ਼ਿਕਰ ਕੀਤਾ, ਮੈਂ ਕਿਹਾ ਵੀ ਇਹਨਾਂ ਨੂੰ ਕੋਈ ਸਮਝ ਨਹੀਂ। ਤੁਸੀਂ ਉਹਨਾਂ ਨੂੰ ਦੱਸੋ ਕਿ ਇੱਕ ਬੋਟ ਹੈਗੀ, ਕਿਸ਼ਤੀ ਹੈਗੀ ਤਾਂ ਉਹ ਲੈ ਜਾਣੀ ਹੈ, ਜੇ ਨਹੀਂ ਹੈਗੀ ਤੇ ਜੇਬ ਚੋਂ ਰਸਦ ਵੰਡਦੇ ਆ, ਉਹ ਚ ਪਰੇ ਹੋਵੋ, ਇੱਥੇ ਆ ਦਿਓ 4 ਪੈਕਟ ਤੇ ਚਿੱਟਾ ਕੁੜਤਾ ਪਜਾਮਾ ਪਾ ਕੇ, ਤੇ ਉੱਥੇ ਫੋਟੋਗ੍ਰਾਫਰ ਜ਼ਰੂਰ ਲਿਜਾਣਾ। ਮੰਨ ਲਓ 3 ਬੰਦੇ ਬਹਿੰਦੇ ਆ, ਇੱਕ ਲੀਡਰ ਸਾਹਿਬ ਬਹਿਣਗੇ, ਇੱਕ ਚੱਪੂ ਚਲਾਉਣ ਵਾਲੇ ਬਹਿਣਗੇ, ਤੀਜਾ ਫੋਟੋਗ੍ਰਾਫਰ ਬਣਾ ਲੈਣਾ। ਇਹ ਨਹੀਂ ਕਿ ਕਿਸੇ ਬੰਦੇ ਨੂੰ ਤੁਸੀਂ ਕੱਢ ਕੁੱਢ ਕੇ ਲੈ ਆਓ, ਜਾਣੀ ਸਿਖਾਉਣਾ ਚਾਹੀਦਾ। ਤੁਹਾਡੀ ਤਾਂ ਇੱਥੇ ਕੰਮ ਬੜਾ ਚੱਲਣਾ ਹੀ। ਅਰੇ ਮੈਂ ਉਹੀ ਕਹਿ ਰਿਹਾ ਵੀ ਇਹਨੂੰ ਗੱਲ ਨੂੰ ਥੋੜੇ ਜਿਹੇ ਰਹਿ ਗਏ। ਠੀਕ ਹੈ, ਰਾਤ ਕਾਰ ਜਿਨ੍ਹਾਂ ਦੇ ਚੱਲਣਗੇ, ਹੈਲੀਕਾਪਟਰ ਮੇਰੇ ਖਿਆਲ ਨਾਲ ਇਦਾਂ ਫਰੰਡਾ ਜਿੱਦਾਂ ਟੈਂਪੂ ਨਹੀਂ ਫਿਰਦੇ ਆਪਣੇ ਉਧਰ, ਹੈ ਨਾ ਵੀ ਅੰਮ੍ਰਿਤਸਰ ਛਾਟੇ ਉਹਨੇ ਆਟੋ ਨਹੀਂ ਹੈਗੇ ਜਿੰਨੇ, ਹੋਰ ਕਿਤੇ ਨਹੀਂ ਮੇਰੇ ਖਿਆਲ ਨਾਲ ਉਹਨੇ ਆਟੋ ਨਹੀਂ ਹੈਗੇ ਜਿੰਨੇ ਹੈਲੀਕਾਪਟਰ ਚੱਲਣ ਡੇ। ਉਹਨਾਂ ਹੈਲੀਕਾਪਟਰਾਂ ਦੇ ਵਿੱਚ ਯਾਰ ਇਹ ਵੀ ਤੇ ਚਾਹੀਦਾ ਨਾਲ ਨਾ ਵੀ ਇਹ ਫਲਾਣੇ ਲੀਡਰ ਸਾਹਿਬ ਆ ਗਏ ਨੇ, ਓਕੇ ਪਾਸੇ ਜੋ ਬਾਕੀ ਸਾਰੇ ਹੁਣ ਪਹਿਲਾਂ ਲੀਡਰ ਸਾਹਿਬ ਜਾਣਗੇ, ਇਹ ਬਿਨਾਂ ਲਿਫਾਫਾ ਦੇਣਗੇ ਆਟੇ ਵਾਲਾ ਹੈ ਜਾਂ ਫਿਰ ਬਿਸਕੁਟਾਂ ਵਾਲਾ, ਨਿਆਣੇ ਦੇ ਸਿਰ ਤੇ ਹੱਥ ਫੇਰ ਕੇ ਤੇ ਫੋਟੋ ਲਵਾਉਣਗੇ। ਉਹ ਕੰਮ ਨਹੀਂ ਕਰਨ ਡਏ। ਬਾਕੀ ਠੀਕ ਹੈ, ਪਰ ਇਹ ਤੋਂ ਮੈਨੂੰ ਤਰਾਜ ਆ। ਤੁਹਾਨੂੰ ਤਾਂ ਤਰਾਜ ਹੋਣਾ ਹੀ ਆ, ਕਿਉਂਕਿ ਜੇ ਉਹ ਕੰਮ ਕਰਦੇ ਹੋ ਤਾਂ ਤੁਹਾਨੂੰ ਲੱਗਣਾ ਮੇਰਾ ਕੰਮ ਚੱਲ ਜਾਣਾ ਹੀ ਇੱਥੇ। ਹੁਣ ਤੁਹਾਡਾ ਚੱਲਿਆ ਨਹੀਂ, ਨਾ ਤੁਸੀਂ ਆਟੇ ਚੋਂ ਪਾਈਆ ਆਟਾ ਕੱਢਿਆ, ਨਾ ਤੁਸੀਂ 2 ਕਿਲੋ ਦਾਲ ਦੇ ਵਿੱਚੋਂ ਦਾਲ ਕੱਢੀ ਹੈ, ਤੁਹਾਡਾ ਤਾਂ ਫਿਰ ਉਹ ਡਰਮ ਜਿਹੜਾ ਖਾਲੀ ਦਾ ਖਾਲੀ ਰਹਿ ਗਿਆ। ਨਹੀਂ ਹੈ ਤੇ ਚਲੋ, ਪਰ ਕੀ ਕਰ ਸਕਦੇ ਆ। ਠੀਕ ਹੈ, ਮਹਾਰਾਜ ਨੇ ਤੇ ਮੌਕਾ ਦਿੱਤਾ, ਇਹ ਨਹੀਂ ਲੀਡਰਾਂ ਕੋਲ ਸਾਂਭਿਆ ਗਿਆ ਤੇ ਕੀ ਕਰੀਏ, ਲੋਕ ਹੀ ਸਾਂਭ ਗਏ। ਬਾਕੀ ਸੰਧਾਲੀਆ ਸਾਹਿਬ, ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਕੇਂਦਰ ਸਰਕਾਰ ਨੇ ਫੈਸਲਾ ਕਰ ਦਿੱਤਾ, ਕਹਿੰਦੇ ਜੀ ਲਾਂਘਾ ਖੁੱਲ ਗਿਆ, ਖੋਲ ਦਿੱਤਾ ਅਸੀਂ, ਤੇ ਹੁਣ ਤੁਸੀਂ ਜਾ ਸਕਦੇ ਹੋ। ਸ਼ਰਧਾ ਜਿਨ੍ਹਾਂ ਦੀ ਹੈਗੀ ਆ ਮਨ ਦੇ ਵਿੱਚ, ਜਾ ਕੇ ਨਤਮਸਤਕ ਹੋਵੋ। ਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਲਾਂਘਾ ਬਹੁਤ ਔਖੇ ਹੋ ਕੇ ਖੁੱਲਿਆ ਸੀ, ਦਹਾਕਿਆਂ ਦੀਆਂ ਅਰਦਾਸਾਂ ਸੀ, ਦਹਾਕਿਆਂ ਦੀ ਮੰਗ ਸੀ। ਉਹਦੇ ਤੋਂ ਬਾਅਦ ਜਾ ਕੇ ਲਾਂਘਾ ਖੁੱਲਿਆ ਤਾਂ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਮੂਹਰਿਓਂ ਕਰੋਨਾ ਆ ਜਾਣਾ, ਕੋਵਿਡ ਆ ਜਾਣਾ। ਜਿੰਨੀ ਦੇਰ ਨਾਲ ਦਰਵਾਜ਼ੇ ਖੁੱਲੇ ਸੀ ਉਨੀ ਛੇਤੀ ਬੰਦ ਹੋ ਗਏ। ਤੇ ਮੁੜ ਕੇ ਹੁਣ ਫਿਰ 3-4-5 ਮਹੀਨੇ ਹੋ ਗਏ ਸੀ, ਕਦੇ SGPC, ਕਦੇ ਕੋਈ ਸਿਆਸੀ ਪਾਰਟੀ, ਸਾਰੇ ਜਣੇ ਮੰਗ ਕਰਦੇ ਸੀ ਜਾ ਕੇ ਕਿ ਭਾਈ ਖੋਲ ਦਿਓ। ਆਖਰਕਾਰ ਐਲਾਨ ਹੋ ਗਿਆ, ਪਰ ਆਖਰੀ ਮੰਗ ਜਿਹਨਾਂ ਨੇ ਕੀਤੀ ਸੀ, ਚਰਚਾ ਕਰਨੀ ਬਣਦੀ ਹੈ ਜੀ। ਬਿਲਕੁਲ ਚਰਚਾ ਕਰਨੀ ਬਣਦੀ ਹੈ, ਪਰ ਕਾਰਨ ਇਹ ਵੀ ਹੈ ਨਾ, ਦੇਖੋ ਵਾਟ ਸਾਹਿਬ, ਕਿ ਵੀ ਇਹ ਜਿਹੜੀ ਚੀਜ਼ ਜਦੋਂ ਪਹਿਲਾਂ ਖੋਲ੍ਹਣੀ ਸੀ ਉਦੋਂ ਵੀ ਅਰਦਾਸਾਂ ਕਰਨ ਵਾਲੇ ਪਹਿਲਾਂ ਆਮ ਲੋਕ ਸੀ ਦਹਾਕਿਆਂ ਤੱਕ, ਤੇ ਜਦੋਂ ਗੱਲ ਬਣ ਗਈ ਤੇ ਉਦੋਂ ਸਿਹਰੇ ਦੀ ਦੌੜ ਹੋ ਗਈ ਵੀ ਹੋ ਵੀ ਕਿਹਦੀਆਂ ਕੋਸ਼ਿਸ਼ਾਂ ਸਦਕਾ ਬੂਰ ਪਿਆ, ਕਿਹਨੇ ਚਿੱਠੀ ਪਾਈ, ਕਿਹਨੇ ਮੀਟਿੰਗ ਕੀਤੀ, ਕਿਹਨੇ ਜੱਫੀ ਪਾਈ, ਕਿਹਨੇ ਸਭ ਤੋਂ ਪਹਿਲਾਂ ਨੀਂਹ ਪੱਥਰ ਰੱਖਿਆ, ਕਿਹਨੇ ਨੀਂਹ ਪੱਥਰ ਦੇ ਨਾਂ ਪਤਾ ਨਹੀਂ ਕਿਹਦਾ ਲਿਖਾ ਲਿਆ, ਕਿਹਨੇ ਟੇਪਾਂ ਲਾਤੀਆਂ, ਕਈ ਰੌਲੇ ਆਪਾਂ ਸੁਣੇ। ਜੇ ਹੁਣ ਆ ਦੁਬਾਰਾ ਖੋਲ੍ਹਣ ਦੀ ਗੱਲ ਤੇ ਹੁਣ ਵੀ ਉਹੀ ਚਰਚਾ ਚੱਲੀ ਜਾਂਦੀ। ਇਹ ਫਿਰ ਸਭ ਤੋਂ ਪਹਿਲਾਂ ਫਿਰ ਕੌਣ ਜਾਊ, ਫਿਰ ਫਲਾਣੇ ਨੂੰ ਸੱਦਾ ਦਿੱਤਾ ਕਿ ਨਹੀਂ ਦਿੱਤਾ? ਨਹੀਂ ਯਾਰ, ਫਲਾਣਾ ਨਹੀਂ, ਆਪਾਂ ਪਹਿਲਾਂ ਚਲੇ ਜਾਣਾ। ਇਹ ਨਹੀਂ ਸਮਝ ਆਏ ਵੀ ਬਾਬੇ ਦਾ ਘਰ ਤੇ ਉਹੀ ਰਹਿਣਾ, ਤੇ ਜਿਨ੍ਹਾਂ ਲਈ ਤੁਸੀਂ ਖੋਲ ਰਹੇ ਹੋ ਉਹਨਾਂ ਨੂੰ ਪਤਾ ਨਹੀਂ ਟਾਈਮ ਮਿਲਣਾ ਕਿ ਨਹੀਂ ਮਿਲਣਾ। ਆਪਣੀ ਹਰੇਕ ਨੂੰ ਕਾਲੀ ਵੀ ਵੀਰ ਪਹਿਲੀ ਫੋਟੋ ਮੇਰੀ ਲੱਥਣੀ ਚਾਹੀਦੀ। ਦੇਖੋ ਹੁਣ ਮੈਨੂੰ ਤਾਂ ਇੱਕ ਹੋਰ ਲੱਗਦਾ, ਮੈਂ ਸਵੇਰ ਵਾਲੇ ਪ੍ਰੋਗਰਾਮ 'ਚ ਵੀ ਰੌਲਾ ਇਹੀ ਪਾਉਂਦਾ ਰਿਹਾ ਤੇ ਇੱਥੇ ਵੀ ਇਹੀ ਪਾਉਣਾ ਕਿ ਬਹੁਤ ਵਧੀਆ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਉੱਥੇ ਗਈ ਤੇ ਉਹਨਾਂ ਨੇ ਜਾ ਕੇ ਆਖਿਆ, ਕਹਿੰਦੇ ਜੇ ਅਸੀਂ ਨੱਡਾ ਸਾਹਿਬ ਨੂੰ ਕਿਹਾ, ਅਮਿਤ ਸ਼ਾਹ ਸਾਹਿਬ ਨੂੰ ਕਿਹਾ, ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਕਿਹਾ ਖੋਲ ਦਿਓ, ਉਹਨਾਂ ਨੇ ਕਿਹਾ ਸੀ ਖੁੱਲ ਜੂ, ਖੁੱਲ ਗਿਆ। ਇੰਨੇ ਤਾਕਤਵਰ ਨੇ ਸਾਡੇ ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ ਲੀਡਰ। ਬਹੁਤ ਚੰਗਾ ਜਦੋਂ ਘਰ ਦੇ ਵਿੱਚ ਸਿਆਣਾ ਤਾਕਤਵਰ ਬੰਦਾ ਹੋਵੇ, ਜਿਹਦੇ ਕੋਲ 4 ਛੱਲੜ ਹੁਣ ਤਾਂ ਮਾਣ ਹੀ ਹੁੰਦਾ, ਖੋ ਕੇ ਤੇ ਨਹੀਂ ਜਾਊ, ਕੁਝ ਦੇ ਕੇ ਜਾਊ। ਇਸੇ ਤਰੀਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਾਹਿਬ ਨੇ ਕਿਹਾ, ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਪਿਛਲੇ ਸਮੇਂ ਦੇ ਵਿੱਚ ਬੇਨਤੀ ਕੀਤੀ ਸੀ, ਲਿਖਤੀ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਪ੍ਰਵਾਨ ਕੀਤੀ, ਧੰਨਵਾਦ ਕਰਦੇ ਹਾਂ। ਆਪ ਵਾਲਿਆਂ ਨੇ ਕਿਹਾ, ਅਸੀਂ ਵੀ ਕਿਹਾ ਸੀ, ਅਸੀਂ ਵੀ ਧੰਨਵਾਦ ਕਰਦੇ ਹਾਂ। ਸਿੱਧੂ ਸਾਹਿਬ ਨੇ ਤਾਂ ਆਪਣੀ ਸਭ ਤੋਂ ਪਹਿਲੀ ਵੀਡੀਓ ਵੀ ਜਿਹੜੀ ਇਸੇ ਸੰਬੰਧ ਦੇ ਵਿੱਚ ਉੱਥੇ ਭਾਸ਼ਣ ਦੀ ਸੀ, ਉਹ ਨਾਲ ਜਿਹੜੀ ਸ਼ੇਅਰ ਕੀਤੀ ਕਿ ਭਾਈ ਬਹੁਤ ਹੋਇਆ, ਰਾਜਨੀਤੀ ਨਹੀਂ ਇਸ ਮੁੱਦੇ ਤੇ ਕਰਨੀ, ਧੰਨਵਾਦ ਕਿ ਸੰਗਤ ਜਾਊਗੀ। ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕਿਹਾ ਕਿ ਅਸੀਂ ਤਾਂ ਬਹੁਤ ਦੇਰ ਤੋਂ ਕਹਿ ਰਹੇ ਸੀ। ਮੈਂ ਕਹਿੰਦਾ ਕਿ ਸੰਧਾਲੀਆ ਸਾਹਿਬ ਬੰਦੇ ਗਿਣ ਲਓ। ਇਤਰਾਜ਼ ਹੈ, ਕੈਪਟਨ ਸਾਹਿਬ ਦਾ ਨਾਂ ਹੀ ਨਹੀਂ ਲਿਆ। ਨਹੀਂ ਉਹ ਤਾਂ ਉਹਨਾਂ ਦਾ ਨਾਂ ਥੋੜ੍ਹਾ, ਉਹ ਤਾਂ ਉਹਨਾਂ ਦੇ ਨਾਲ ਹੀ ਨੇ, ਅੱਛਾ ਘਰ ਦੇ ਬੰਦੇ ਆ। ਮੇਰੀ ਗੱਲ ਸੁਣੋ, ਨਾ ਮੈਨੂੰ ਇਤਰਾਜ਼ ਆ। ਤੁਹਾਡੀ ਗੱਲ ਨਾਲ ਸਹਿਮਤ ਆ, ਮੈਂ ਸਮਝਿਆ। ਅੱਛਾ, ਉਹ ਅਫੀਸ਼ੀਅਲੀ ਨਹੀਂ ਨਾ ਮੰਨਣ ਡਿਆ ਵੀ ਮੈਂ ਨਾਲ ਆ। ਉਹ ਕਹਿੰਦੇ ਮੈਂ ਪਾਰਟੀ ਰੱਖੀ ਹੈ ਵੱਖਰੀ, ਉਹ ਫਿਰ ਖਬਰ ਵੱਖਰੀ ਚਾਹੀਦੀ, ਭਾਵੇਂ ਨਿੱਕਾ ਕਾਲਮ ਲਾ ਕੇ ਲਾਓ। ਨਾ ਕਈ ਵਾਰੀ ਹੁੰਦਾ ਨਾ ਕਿ ਘਰ ਦਾ ਵਿਹੜਾ ਇੱਕ ਹੁੰਦਾ, ਚੁੱਲ੍ਹਾ ਅੱਡ ਹੁੰਦਾ, ਤੇ ਪ੍ਰਾਹੁਣੇ ਕਈ ਵਾਰੀ ਸਾਂਝੇ ਆ ਜਾਂਦੇ, ਭੂਆ ਆ ਜਾਂਦੀ ਆ, ਫਿਰ ਉੱਥੇ ਬੈਠੇ ਰਹਿਣਾ ਇਕੱਠੇ। ਤਾਂ ਉਹਨਾਂ ਨੇ ਕਹਿਣਾ ਚਲੋ ਹੁਣ ਰੋਟੀ ਖਾਂਦੇ ਆ, ਤੇ ਹੌਲੀ ਦੇ ਨਹੀਂ ਇੱਕ ਬੀਬੀ ਨੇ ਐ ਕੰਨੀ ਜੀ ਕਰਦੀ ਆ ਉਹਨੂੰ ਚੱਲ ਜਾਣਾ, ਨਹੀਂ ਪੱਕੀ ਆ ਉਹਦਾ
ਉਹ ਚਲੋ ਕੋਈ ਗੱਲ ਨਹੀਂ। ਹੁਣ ਸੰਧਾਲੀਆ ਸਾਹਿਬ, ਮੈਂ ਤਾਂ ਤੁਹਾਨੂੰ ਇਹ ਬੇਨਤੀ ਕਰਨ ਲੱਗਾ ਸੀ ਕਿ ਸਾਰੇ ਬੰਦੇ ਗਿਣ ਲਓ SGPC, ਅਕਾਲੀ ਦਲ ਵਾਲੇ ਮਾਫ ਕਰਨਾ, ਅਕਾਲੀ ਦਲ ਦਾ ਚੇਤਾ ਭੁੱਲ ਗਿਆ, ਸੁਖਬੀਰ ਸਿੰਘ ਬਾਦਲ ਸਾਹਿਬ, ਬੀਬੀ ਬਾਦਲ, ਉਹਨਾਂ ਨੂੰ ਮੈਂ SGPC ਤੇ 2 ਹੋ ਗਿਆ, ਤੀਜੇ ਨੰਬਰ ਤੇ ਕਾਂਗਰਸ ਵਾਲੇ, ਚੌਥੇ ਨੰਬਰ ਤੇ ਕਾਂਗਰਸ ਦੇ ਵਿੱਚੋਂ ਸਿੱਧੂ ਸਾਹਿਬ, ਤੇ 5ਵੇਂ ਨੰਬਰ ਦੇ ਉੱਤੇ ਆਪਾਂ ਭਾਰਤੀ ਜਨਤਾ ਪਾਰਟੀ ਵਾਲੇ। 5ਵਾਂ ਜਾਣੇ ਆਪਾਂ ਪਿੱਛੋਂ ਸ਼ੁਰੂ ਕਰਨੇ, ਉਹ ਸਭ ਤੋਂ ਮੋਹਰੇ ਨੇ ਭਾਜਪਾ ਵਾਲੇ। ਸਿਰਾ ਇੱਕ ਚਾਹੁੰਦੇ ਆ 2-2 ਬੰਨੋ, ਤੇ ਨਾਲ ਹੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਹੀ ਤੁਸੀਂ ਉਧਰ ਪਹਿਲੇ ਜਿੱਥੇ ਜਾਓ ਨਾ ਜਾਓ, ਤੁਸੀਂ ਸਾਰੇ ਜਣੇ ਇੱਕ ਬੁੱਕੇ ਲੈਣਾ ਹੈ, ਬਹੁਤ ਸੋਹਣਾ ਸੁਨੱਖਾ ਜਿਹਾ, ਉਹ ਜਾ ਕੇ ਕੇਂਦਰ ਸਰਕਾਰ ਵਾਲਿਆਂ ਨੂੰ ਭੇਂਟ ਕਰਨਾ ਕਿ ਤੁਹਾਡਾ ਬਹੁਤ ਧੰਨਵਾਦ। ਤੇ ਨਾਲ ਕਹਿਣਾ ਇੱਕ ਛੋਟੀ ਜਿਹੀ ਬੇਨਤੀ ਹੋਰ ਸੀ, ਕਿਉਂਕਿ ਦੇਖੋ ਕੇਂਦਰ ਸਰਕਾਰ ਦੇ ਹੱਥ ਵੱਸ ਸੀ, ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵਾਲੇ ਕਰਾ ਕੇ ਲਿਆਏ ਆ, ਕਿਤੇ ਇੰਨਾ ਕੁ ਕੰਮ, ਛੋਟਾ ਜਿਹਾ ਕੰਮ ਇੱਕ ਹੋਰ ਆ ਤੁਹਾਡੇ ਤਾਈਂ। ਉਹ ਕੰਮ ਇਹ ਆ ਕਿ 3 ਖੇਤੀ ਕਾਨੂੰਨ ਤੇ MSP, ਜਿੱਦਾਂ ਤੁਸੀਂ ਪਹਿਲੀ ਮੰਨੀ ਆ, ਦੂਜੇ ਦੇਸ਼ ਦੇ ਨਾਲ ਸੰਬੰਧ ਸੀ, ਇਹ ਤਾਂ ਹੈ ਵੀ ਆਪਣੇ ਦੇਸ਼ ਦੀ। ਜਿੱਥੇ ਐਡਾ ਵੱਡਾ ਕੰਮ ਕਰਤਾ, ਇੰਨਾ ਕੀ ਵੀ ਕਰ ਦਿਓ, ਮੜ ਜਾ 26 ਨੂੰ ਸਾਲ ਹੋਣ ਲੱਗਾ, ਬੱਲੇ ਬੱਲੇ ਥੋੜੀ ਕਰਾ ਦਈਏ। ਏਦਾਂ ਬੰਦੇ ਸਾਰੇ ਜੁੜੇ ਸੀ, ਨਵੀਆਂ ਕੁੜਤੀਆਂ ਪਾਈਆਂ ਸੀ, ਪਜਾਮੀ ਕੁੱਟਵੀਂ, ਬੂਟ ਪਾਲਿਸ਼, ਸੁਮੋ ਡੱਕੀਆਂ, ਵਹਿਣ ਹੀ ਲੱਗੇ ਬੁੱਕੇ ਲੈ ਕੇ ਵੀ ਲੈ ਯਾਰ ਬਾਠ ਹੋਰਾਂ ਜਿਹੜੀ ਅਗਲੀ ਗੱਲ ਗਈ ਕਰਾਉਣੀ ਆਪਾਂ। ਉਹ ਤੋਂ ਬਾਅਦ ਬੁੱਕੇ ਕੋਈ ਦੂਜੇ ਨੂੰ ਫੜਾਉਂਦਾ ਫਿਰਦਾ, ਕੋਈ ਦੂਜੇ ਨੂੰ ਕਹਿੰਦਾ ਮੈਨੂੰ ਫੋਨ ਆ ਗਿਆ, ਮੈਨੂੰ ਜਾਣਾ ਪੈਣਾ, ਤੁਸੀਂ ਜਾਓ ਫਿਰ, ਮੇਰੇ ਕੋਲ ਟਾਈਮ ਨਹੀਂ ਹੈਗਾ। ਧੰਨਵਾਦ, ਮੈਂ ਕਰ ਦੂੰਗਾ ਅਗਲੀ ਗੱਲ। ਹਾਂ, ਇੱਕ ਨਾ ਉਹ ਪਤਾ ਨਹੀਂ ਕਿਉਂ ਮੇਰੀ ਲੱਤ 'ਚ ਨਾ ਪੀੜ ਜੀ ਨਿਕਲਣ ਲੱਗ ਪਈ, ਮੇਰੇ ਕੋਲ ਜਾਇਆ ਨਹੀਂ ਜਾਣਾ ਹੈ ਨਾ। ਹੁਣ ਕਾਰਨ ਇਹ ਆ, ਇਹ ਤਾਂ ਹੁਣ ਮੇਰੇ ਖਿਆਲ ਨਾਲ ਕੋਈ ਲੁਕੀ ਛਿਪੀ ਗੱਲ ਰਹੀ ਨਹੀਂ। ਯਾ ਜਿਹੜੀ ਆਖਰੀ ਚਿੱਠੀ ਸੀਗੀ, ਉਹ ਚਿੱਠੀ ਤੇ ਅਗਲਿਆਂ ਨੇ ਕਿਹਾ ਵੀ ਫਟਾਫਟ ਬਣਾ ਕੇ ਲੈ ਆਓ। ਕਹਿੰਦੇ ਜੀ ਕੀ ਗੱਲ ਹੋ ਗਈ, ਆਹ ਕੰਮ ਕਰਨਾ, ਕ੍ਰੈਡਿਟ ਤੁਹਾਨੂੰ ਦੇ ਦਈਏ। ਹੁਣ ਤੁਸੀਂ ਭਾਲਦੇ ਹੋ ਵੀ ਇਧਰੋਂ ਇਹ ਜਾ ਕੇ ਕਹਿਣ ਤੇ ਫਿਰ ਖੇਤੀ ਕਾਨੂੰਨ ਹੁਣ ਹੋਣਾ ਇਦਾਂ ਹੀ ਆ, ਪਰ ਪਹਿਲਾਂ ਉਧਰੋਂ ਹਾਂ ਹੋਣੀ ਹੈ ਤੇ ਉਹਨਾਂ ਨੇ ਮਨ ਬਣਾਉਣਾ ਵੀ ਯਾਰ ਪਰਾਂ ਫਾਹ ਵੜ ਦੇਣਾ। ਕਰੋ ਫੋਨ ਫਿਰ ਪੰਜਾਬ ਵਾਲੀ ਇਕਾਈ ਨੂੰ ਵੀ ਧਮਕੜੇ ਆ ਜਾਓ, ਪਹਿਲੀ ਬੱਸ ਮਿਲਦੀ ਪਹਿਲੀ ਬੱਸੇ ਆ ਜਾਓ, ਜਹਾਜ਼ ਮਿਲਦਾ ਜਹਾਜ਼ੇ ਆ ਜਾਓ, ਟ੍ਰੇਨ ਮਿਲਦੀ ਟ੍ਰੇਨੇ ਆ ਜਾਓ, ਸਵੇਰੇ ਆਪਾਂ ਖੇਤੀ ਕਾਨੂੰਨ ਰੱਦ ਕਰਨੇ। ਉਦਣ ਦੇਖੋ ਤੁਸੀਂ ਇੱਕ ਬੁੱਕੇ ਦੀ ਗੱਲ ਕਰਨੇ, ਮੈਂ ਨਾ ਇੱਕ ਬੰਦੇ ਕੋਲ 2-2 ਬੁੱਕੇ ਹੋਣੇ ਆ। ਟੋਕਰਾ ਬਣਾ ਕੇ ਜਾਣਾ ਉਧਰ ਹੁੰਦੇ ਨੇ, ਟੋਕਰਾਂ ਦੇ ਉੱਪਰਲੇ ਪਾਸੇ ਉਹ ਪਾ ਦਿਓ ਮਾੜੀ ਇੱਕ ਪਾਈਨਐਪਲ ਜਿਹਾ ਉੱਪਰਲੇ ਪਾਸੇ ਨਾ। ਆਓ ਪਰ ਉਹ ਗੱਲ ਉਹੀ ਹੈ ਨਾ ਵੀ ਇਹ ਉਧਰੋਂ ਹਾਂ ਹੋਊਗੀ ਫਿਰ ਇਧਰੋਂ ਬੁੱਕੇ ਜਾਣਾ। ਨਹੀਂ ਗੱਲ ਠੀਕ ਹੈ, ਮੈਂ ਤਾਂ ਇਹ ਕਹਿੰਦਾ ਸੀ ਕਿ ਸਾਨੂੰ ਖੁਸ਼ੀ ਬੜੀ ਹੋਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ। ਏਦਾਂ ਹੀ ਕਿਤੇ ਜੇ ਪੰਜਾਬ ਦੇ ਵਿੱਚ ਪੈਰ ਪੂਰ ਲਾਉਣੇ ਆ, ਜੇ ਪੰਜਾਬ 'ਚ ਸਿਆਸੀ ਤੌਰ ਤੇ ਵਧੀਆ ਹੋਣਾ ਹੈ, ਦੇਖੋ ਅੱਜ ਵੜਨਾ ਔਖਾ ਹੋ ਗਿਆ, ਫਿਰ ਨਿਕਲਣਾ ਔਖਾ ਹੋ ਜਾ ਕੇ ਕਹਿਣਾ ਆਓ ਜੀ ਸਾਡੇ ਵੀ ਚਾਹ ਪੀ ਕੇ ਜਾਣੀ। ਤੁਸੀਂ ਇਹ ਦੇਖੋ ਜਿਹੜੀਆਂ ਪਾਰਟੀਆਂ ਨੂੰ ਇਸ ਵੇਲੇ ਪੰਜਾਬ ਦੇ ਲੋਕ ਕਹਿੰਦੇ ਇਹ ਕਿੱਦਾਂ ਆ ਗਏ, ਤੁਸੀਂ ਦੇਖੋ ਕਿ ਅੱਜ ਉਹ ਕਹਿੰਦੇ ਯਾਰ ਤੁਹਾਡੇ ਵਿਆਹ 'ਚ ਬੰਦੇ ਵੜ ਕਿੱਦਾਂ ਗਏ, ਉੱਥੇ ਲੋਕਾਂ ਨੇ ਕਹਿਣਾ ਅਸੀਂ ਗੁੱਸੇ ਆ, ਤੁਸੀਂ ਸਾਡੇ ਵਿਆਹ ਨਹੀਂ ਆਏ, ਬਿਲਕੁਲ ਪਾਸਾ ਹੀ ਪਲਟ ਜਾਣਾ। ਬਾਬੂ ਜੀ ਫਿਰ ਏਦਾਂ ਹੋ ਗਈ, ਕਿੱਥੇ ਜੇ ਤੁਸੀਂ, ਮੈਨੂੰ ਅੱਧਾ ਘੰਟਾ ਲੱਗ ਜਾਣਾ, ਆਹ ਮੁੰਡਾ ਬੈਠਾ, ਆਹ ਨੋ ਰਾਣੀ ਬੈਠੀ ਹੈ, ਅਸੀਂ ਆਪ ਸ਼ਗਨ ਨਹੀਂ ਪਾਉਣਾ ਜਦ ਤੱਕ ਤੁਸੀਂ ਹੈ ਨਾ। ਉਹ ਫੇਰ ਬਾਊ ਜੀ ਦੀ ਗੱਡੀ ਆਉਣੀ, ਉਧਰੋਂ ਦੂਰੋਂ ਜਦੋਂ ਇੱਕ ਰਾਂ ਉਹ ਸੰਤਰੀ ਜੀਆਂ ਕੁੜਤੀਆਂ ਵਾਲੇ ਬੰਦੇ ਦਿਸੇ ਨਾਲ, ਇਹ ਗੱਲ ਹੁਣ ਬਣ ਗਈ ਗੱਲ, ਬੰਦੇ ਆ ਗਏ। ਹੋ ਸਕਦਾ ਇਹ ਵੀ ਹੋਵੇ ਕਿ ਘਰ ਵਿਆਹ ਰੱਖਿਆ ਹੋਵੇ ਕੱਲ ਨੂੰ, ਤੇ ਕੱਲ ਨੂੰ ਹੀ ਲੇਤਾ ਜੀ ਸੱਦੇ ਹੋਣ। ਮੈਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ ਗੱਲ ਕਰਦਾ, ਤੁਸੀਂ ਅਗਲੀ ਕਰਾ ਦਿਓ ਇਦਾਂ ਹੋਣੀ ਆ, ਤੇ ਤੁਸੀਂ ਉਹ ਲੀਡਰਾਂ ਨੇ ਟੈਲੀਫੋਨ ਕਰਨਾ ਇੱਕ ਦਿਨ ਪਹਿਲਾਂ, ਵਿਸਾਖਾ ਸਿੰਘ ਕਿੱਥੇ ਆ, ਮੈਂ ਤਾਂ ਟੈਂਟ ਲੈਣਾ ਆ, ਦੇਖ ਬਈ ਕੱਲ ਨੂੰ ਜਾਣਾ ਪੈਣਾ ਦਿੱਲੀ, ਮੈਂ ਅਜੇ ਪਿਆਰ ਦੇ ਚਲੇ ਆਹ ਸ਼ਗਨ ਆ, ਫੋਟੋ ਖਿਚਾ ਚਲੇ, ਗੁੱਸੇ ਨਹੀਂ ਹੋਣਾ, ਤੂੰ ਤਾਂ ਆਪਣਾ ਬੰਦਾ। ਤੇ ਨਾਲ ਹੀ ਕਹਿਣਾ ਮੈਂ 5 ਜਗ੍ਹਾ ਹੋਰ ਜਾਣਾ, ਚੱਲ ਹੁਣ ਟੈਲੀਫੋਨ ਕੱਟਦੇ ਯਾਰ, ਦੂਜਿਆਂ ਦਾ ਫੋਨ ਆਉਂਦਾ, ਮੈਂ ਐਡਰੈਸ ਪੁੱਛਣਾ ਹੀ। ਨਹੀਂ ਇਹ ਤਾਂ ਹੈ, ਪਰ ਜੇ ਇਦਾਂ ਹੋ ਜੇ, ਉਹੀ ਗੱਲ ਬਜ਼ੁਰਗਾਂ ਦੇ ਹੁੰਦੇ ਵੀ ਜੇ ਹੀ ਤੇ ਹੱਥ ਨਹੀਂ ਆਉਂਦੀ ਬਾਤ। ਨਹੀਂ ਕੋਈ ਗੱਲ ਨਹੀਂ, ਆ ਵੀ ਜੇ ਹੋ ਗਿਆ ਤਾਂ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ, ਬਿਆਨ ਇੱਕ ਅੱਧੇ ਲੀਡਰ ਦਾ ਸਵੇਰ ਤੋਂ ਹੀ ਆਇਆ, ਲਓ ਪੱਕੀ ਗੱਲ ਆ 24 ਘੰਟਿਆਂ ਦੇ ਵਿੱਚ ਕਿ ਭਾਈ ਅਸੀਂ ਜਾਣਾ ਹੀ, ਧੰਨਵਾਦ ਵੀ ਕਰਕੇ ਆਉਣਾ, ਕਰਾ ਕੇ ਆਉਣਾ ਹੀ। ਤੁਸੀਂ ਸਾਰੇ ਬੰਦੇ ਮੋੜ ਤੇ ਸੋਮੋ ਵਾਲੇ ਦੇ ਪੈਸਿਆਂ ਦਾ ਰੌਲਾ ਪੈ ਗਿਆ ਹੁਣ, ਉਹ ਕਹਿੰਦੇ ਵੀ ਜਦੋਂ ਦੀਆਂ ਇਹ ਗੱਲਾਂ ਕਰਨ ਦਾ ਨਾ ਵੀ ਇਹਨੂੰ ਕੁੱਲ ਮਿਲਾ ਕੇ ਚੁੱਕਣਾ ਕਹਿੰਦੇ ਆ। ਨਹੀਂ ਚੁੱਕਣਾ ਨਹੀਂ ਕਹਿੰਦੇ, ਇਹ ਚੁੱਕਣਾ ਤੁਸੀਂ ਬੰਦੇ ਕਿਹਦਾ ਅਸਤੀਫਾ ਦਵਾ ਦੇਣਾ, ਇਹ ਕਰਕੇ ਉਹ ਮੁੜ ਗਏ ਥਾਈ। ਉਹਨਾਂ ਸੋਮੋ ਵਾਲੇ ਨੇ ਆ ਗਿਆ ਵੀ ਵੀਰ ਅਸੀਂ ਜਾਣਾ ਹੀ ਨਹੀਂ, ਆਪਣੀ ਗੱਡੀ ਲੈ ਜਾ, ਸਾਨੂੰ ਕੰਮ ਆ ਜੇ। ਚਲੋ ਆਪਾਂ ਦੁਬਾਰਾ ਆਈਏ, ਸੋਮੋ ਆਪਣੀ ਭੇਜ ਦਈਏ। ਆਪਣੇ ਵਾਲੀ ਦੇ ਵੀ ਟਾਇਰਾਂ 'ਚ ਜਿਉਂ ਸੂਏ ਵੱਜੇ ਆ, ਨਾ ਤੁਸੀਂ ਮੁੜ ਕੇ ਹਾਂ ਭਰੀ ਤੇ ਨਾ ਮੁੜ ਕੇ ਆਪਾਂ ਨਹੀਂ ਬੱਸ ਹੀ ਚੰਗੀ ਰਹਿ ਗਈ, ਆਪਾਂ ਬੱਸ ਨਹੀਂ ਪਈ, ਨਹੀਂ ਤੇ ਰਾਜੇ ਵੜਿੰਗ ਨੂੰ ਉਹ ਵੀ ਬੰਦ ਕਰ ਦੇਣੀ। ਨਹੀਂ ਉਹਨਾਂ ਨੇ ਕੱਲੀ ਬੰਦ ਨਹੀਂ ਕਰਨੀ, ਜਦੋਂ ਉਹਨਾਂ ਨੇ ਏਡਾ ਫਰਲਾ ਕੱਟ ਕੇ ਭੇਜਣਾ ਸੀ ਜੁਰਮਾਨੇ, ਤੁਸੀਂ ਪਤਾ ਕਹਿਣਾ ਸੀ ਬਦਲਾਖੋਰੀ ਤਹਿਤ ਰਾਜਾ ਵੜਿੰਗ ਕੰਮ ਕਰਦੇ, ਨਾਲ ਤੁਹਾਡਾ ਤਾਂ ਬਦਲਾਖੋਰੀ ਤਹਿਤ ਹੈਗਾ ਵੀ ਹੈਗਾ। ਨਹੀਂ ਮੈਂ ਕਹਿੰਦਾ ਬੱਸ ਹੀ ਰੱਖ ਲਓ, ਫਿਰ ਜੁਰਮਾਨਾ ਨਹੀਂ ਦੱਸਿਆ। ਨਹੀਂ ਤੁਸੀਂ ਕਹਿੰਦੇ ਚਲਾ ਕੇ ਦੇਖ ਲਓ ਯਾਰ, ਤੁਸੀਂ ਚਲਾ ਕੇ ਦੇਖ ਲਓ, ਆਪ ਜੇ ਚੱਲਦੀ ਹੈ ਤੁਸੀਂ ਚਲਾ ਲਓ। ਅੱਛਾ ਆਪਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਆਈਏ। ਦੇਖੋ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਮੈਂ ਜਾਣਾ, ਨਾਲ ਮੇਰੇ ਜਾਣੇ 10 ਮੰਤਰੀ। ਹੁਣ ਅੱਜ ਜੇ ਪ੍ਰਧਾਨ ਸਹੀ ਜਾਣੇ ਆ, ਇਹ 10 ਦੀ ਉਹਨਾਂ ਗੱਲ ਪਹਿਲਾਂ ਕੀਤੀ, ਉਹ ਕਹਿੰਦੇ ਵੀ 6 ਤੇ ਬਾਕੀ ਦੇ ਐਮਐਲਏ ਅਗਲੇ ਦਿਨ। ਸਾਰੀ ਵਜ਼ਾਰਤ ਥੋੜਾ ਤੁਰ ਪੈਣੀ ਉਧਰ, ਕਮਾਲ ਕਰਦੇ ਯਾਰ, ਪਿੱਛੇ ਲੋਕ ਆ ਜੇ ਮਗਰ ਕੋਈ ਸੈਨਾ ਵਾਲਾ ਹੀ ਆ ਜਾਂਦਾ, ਇਸ ਕਰਕੇ ਉਹ ਕਹਿੰਦੇ ਵੀ 10 ਮੰਤਰੀ ਨਾਲ ਮੈਂ। ਤੇ ਜੇ ਸਿੱਧੂ ਸਾਹਿਬ ਪਹਿਲੇ ਜੱਥੇ 'ਚ ਜਾਣਗੇ, ਦੂਜੇ ਦਿਨ ਜਾਣਗੇ,
ਜਾਂ ਫਿਰ ਵੱਖਰੇ ਜਾਣਗੇ, ਇਹ ਅਜੇ ਪਤਾ ਨਹੀਂ ਲੱਗਾ। ਨਹੀਂ ਸਿੱਧੂ ਸਾਹਿਬ ਨੇ ਕਹਿਤਾ ਜੀ, ਉਹ ਕਹਿੰਦੇ ਮੈਂ ਅਪਲਾਈ ਕਰਨਾ ਹੀ ਨਵਾਣੇ ਸਿੱਖ ਦੇ ਤੌਰ ਤੇ ਜਦੋਂ ਅਪਲਾਈ ਕਰਤਾ ਜੇ ਪ੍ਰਵਾਨਗੀ ਮਿਲ ਗਈ ਜ਼ਰੂਰ ਜਾਣਾ। ਫਿਰ ਪੱਤਰਕਾਰ ਇੱਕ ਨੇ ਪੁੱਛ ਲਿਆ, ਕਹਿੰਦੇ ਸਿੱਧੂ ਸਾਹਿਬ ਕਿੱਦਾਂ ਤੁਹਾਡੀ ਵਿਚਾਰਤਾ ਹੁਣ ਚੱਲੀ ਆ? ਉਹ ਕਹਿੰਦੇ ਐਂ ਕਿਦਾਂ ਹੋ ਜੂ, ਪ੍ਰਧਾਨ ਤੋਂ ਨਾ ਵਿਚਾਰਤ ਕਿੱਦਾਂ ਚੱਲ ਜੂ, ਲਾਈਨਾਂ ਜਰਨਾ ਕਰ ਦੂੰ ਸਾਰਿਆਂ ਨੂੰ। ਹਾਸੇ 'ਚ ਕਹਿੰਦੇ ਉਹਨੇ ਨਹੀਂ, ਉਹ ਥੋੜਾ ਤੇ ਹੁਣ ਚੱਲੀ ਜਾਂਦਾ ਉਹਨਾਂ ਦਾ ਕੰਮ। ਇਹ ਵੈਸੇ ਵਧੀਆ ਗੱਲ ਹੈ ਵੀ ਚਲੋ ਮੈਂ ਨਾ ਵੀ ਹੁਣ ਉਹ ਜਾਣੇ ਸੁੱਖ ਰੱਖੇ ਮਹਾਰਾਜ, ਕੁਰਸੀ ਤੇ ਬੈਠੇ ਰਹਿਣ, ਕਿਉਂਕਿ ਉਦੋਂ ਪਹਿਲਾਂ ਬੈਠੇ ਥੋੜੇ ਕੁ ਦਿਨ ਹੀ ਬੈਠੇ, ਉਦੋਂ ਬਾਅਦ ਫੇਰ ਕੁਰਸੀ ਛੱਡਦੀ, ਕੁਰਸੀ ਉਡੀਕਦੀ ਸੀ। ਮੈਂ ਨਾ ਵੀ ਕੁਰਸੀ ਵੀ ਸੈਡ ਸੌਂਗ ਸੁਣਦੇ ਹੋਣੀ ਧਰਮਪ੍ਰੀਤ ਵਾਲੇ, ਹੈ ਨਾ। ਚਲੋ ਛੱਡੋ ਹੁਣ ਆਪਾਂ ਨਹੀਂ ਕਰਨਾ। ਸੰਧਾਲੇ ਸਾਹਿਬ ਮੇਰੀ ਇੱਕ ਬੇਨਤੀ ਇੱਥੇ, 250 ਬੰਦਾ ਜਾਣਾ ਹੀ, ਮੈਂ ਕਹਿੰਦਾ ਕਿ 50 ਅਫਸਰ ਲੈ ਜਾਣ ਨਾਲ, ਚਲੋ ਲਿਜਾਣੇ ਹੁੰਦੇ ਉਹਨਾਂ ਨੇ 200 ਉਧਰ ਛੱਡ ਆਉਣ, ਨਹੀਂ ਯਾਰ ਰੱਖੋ ਇਹਨਾਂ ਨੂੰ, ਅਸੀਂ ਹੋਰ ਲੈ ਆਉਂ, ਸਾਡੇ ਕੰਮ ਦੇ ਨਹੀਂ। ਜਿਹੜੇ 200 ਨਾਲ ਜਾਣੇ ਉਹ ਬਹੁਤ ਕੰਮ ਦੇ ਹੋਣੇ ਤੁਹਾਡੇ, ਮੈਂ ਜਿਹੜੇ ਭੇਜਣ ਲੱਗਾ ਹੁਣ। ਨਹੀਂ 200 ਦਾ ਪੋਲੀਟੀਕਲ ਬੰਦਾ, ਉਹਨਾਂ ਦੀ ਤਾਂ ਫਿਰ ਲੋੜ ਹੈ। ਨਹੀਂ ਤੁਹਾਡੇ ਲਈ ਉਹ ਕੰਮ ਦੇ ਆ ਨਾ। ਅੱਛਾ ਚਲੋ 200 ਬੰਦੇ ਦੇ ਵਿੱਚੋਂ ਮੈਂ ਸੋਚਦਾ ਸੀ ਕਿ 40 ਬੰਦੇ ਕਾਂਗਰਸ ਦੇ, 40 ਬੰਦੇ ਅਕਾਲੀ ਦਲ ਤੇ ਬਸਪਾ ਦੇ 80 ਹੋ ਗਏ, 40 ਬੰਦੇ ਜਿਹੜੇ ਆਮ ਆਦਮੀ ਪਾਰਟੀ ਦੇ 120 ਹੋ ਗਏ। ਇੱਕ ਮਿੰਟ, ਉਹਨਾਂ ਦੇ 40 ਹੈਗੇ? ਨਹੀਂ ਇਦਾਂ ਕਿੱਦਾਂ ਯਾਰ, ਆਹ ਧੱਕਾ ਨਾ ਕਰੋ। ਅਸੀਂ ਦਿੱਲੀ ਵਾਲੇ ਆਉਣੇ ਆ ਤੇ ਹਾਂਜੀ ਦਿੱਲੀ ਵਾਲੇ ਪਾ ਕੇ ਵੀ 40 ਨਹੀਂ ਹੋਣਾ। ਦੇਖ ਚਲੋ ਨਹੀਂ ਹੋ ਜਾਣੇ, ਇਦਾਂ ਨਾ ਕਰੋ ਤੁਸੀਂ, ਐ ਤਾਂ ਹੁਣ ਤੁਸੀਂ ਮੇਰਾ ਨਾਂ ਲਾਈ ਜਾਂਦੇ ਹੋ। 120 ਹੋ ਗਏ ਤੇ 40 ਭਾਜਪਾ ਦੇ, ਉਹਨਾਂ ਦੇ ਆਪਾਂ 45 ਲੈ ਜਾਣੇ ਆ। ਓਕੇ, ਕਿਉਂਕਿ ਕੇਂਦਰ 'ਚ ਸਰਕਾਰ ਹੈ। ਹੁਣ ਕਿੰਨੇ ਹੋ ਗਏ ਤੁਸੀਂ ਦੱਸੋ? 165 ਹੋ ਗਏ ਮੇਰੇ ਖਿਆਲ। 35 ਬੰਦੇ ਜਿਹੜੇ ਬਾਕੀ ਆ ਉਹ ਆਪਾਂ ਬੈਂਸ ਭਰਾਵਾਂ ਨੂੰ, 2 ਬੰਦੇ ਰਾਮੂ ਵਾਲੀਆ ਸਾਹਿਬ ਨੂੰ ਜ਼ਰੂਰ ਦੇਣੇ ਆ, ਕਿਉਂਕਿ ਉਹਨਾਂ ਨੇ ਵੀ 24 ਤਰੀਕ ਨੂੰ ਕੱਟ ਕਰਨੇ। ਨਹੀਂ ਪਰ ਨਾਲ ਕਿਹੜਾ ਬੰਦਾ ਖਾਣਗੇ, ਇੱਕ ਤੇ ਆਪ ਹੈਗੇ ਆ। ਨਹੀਂ ਉਹਨਾਂ ਦੇ ਨਾਲ ਆ ਜਾਂਦੇ ਹੁੰਦੇ 90% ਜਿਹੜੇ 45,000 ਚੋਂ ਬੰਦੇ। ਨਹੀਂ ਮੈਂ ਤਾਂ ਕਿਹਾ ਵੀ ਹੁਣ ਤੇ ਪਰਿਵਾਰ ਚੋਂ ਵੀ ਇੱਕ ਜੀ ਉਧਰ ਚਲ ਗਿਆ। ਉਹ ਸਾਰੇ ਬੰਦੇ ਆਪਾਂ ਦੇਣੇ, ਕੁਝ ਕਾਮਰੇਡ ਵੀ, ਸਾਰੇ ਬੰਦੇ ਉੱਥੇ ਲਿਜਾਣੇ ਆ ਤੇ ਜਾ ਕੇ ਉੱਥੇ ਖੜਨਗੇ। ਅਕਾਲੀ ਦਲ ਸੰਯੁਕਤ ਵਾਲੇ ਉਹ 45 'ਚ ਆਉਂਦੇ ਆ। ਅੱਛਾ, ਤੇ ਉਹਨਾਂ ਨੂੰ ਕਹਿਣਾ ਕਿ ਬਾਬੇ ਨਾਨਕ ਦੀ ਧਰਤੀ ਤੇ ਆਏ ਜੇ ਤੇ ਅੱਜ ਇੱਥੇ ਬਹਿ ਜਾਓ ਸਾਰੇ ਜਾਣੇ। ਤੁਸੀਂ ਇੱਕ ਦੂਜੇ ਦੋਏ ਲਾਉਣੇ, ਸਹੁੰ ਖਾ ਕੇ ਮੁਕਰ ਗਿਆ ਜੀ, ਇਹਨਾਂ ਨੇ ਆਹ ਕਰਾਤਾ ਜੀ, ਅੱਜ ਇੱਥੇ ਬਹਿ ਜਾਓ। ਤੁਹਾਡਾ ਸਾਰਿਆਂ ਦਾ ਕਿਸੇ ਨਾ ਕਿਸੇ ਤਰੀਕੇ ਰਾਜ ਰਿਹਾ, ਕੋ ਕੇਂਦਰ 'ਚ ਮੰਤਰੀ, ਕੋ ਮੁੱਖ ਮੰਤਰੀ, ਕੋ ਉਪ ਮੁੱਖ ਮੰਤਰੀ, ਕੋ ਰਾਜ ਸਭਾ ਦਾ, ਕੋ ਲੋਕ ਸਭਾ ਦਾ, ਕੋ MLA, ਕੋ ਵਿਰੋਧੀ ਧਿਰ 'ਚ। ਤੁਸੀਂ ਹੋਈ ਹੋ ਜਿਹੜੇ 200 ਬੰਦੇ ਹੋ। ਤੁਹਾਡੇ ਤੋਂ ਬਾਹਰ 2 4 5 ਰਹਿ ਗਏ ਹੋਣਗੇ, ਪਰਵਾਹ ਨਹੀਂ ਕਰਦੇ ਅਸੀਂ। ਸਾਡੇ ਲਈ ਪੰਜਾਬ ਤੁਸੀਂ ਆ, ਤੇ ਤੁਸੀਂ ਜੇ ਚੰਗੇ ਕੰਮ ਕੀਤੇ ਹੁੰਦੇ ਤਾਂ ਪੰਜਾਬ ਜਿਹੜਾ ਉਹ ਪਿੱਛੇ ਦਿਖਾਉਣਾ ਬਾਰਡਰ, ਉਹ ਤੋਂ ਪਰਲੇ ਪਾਸੇ ਜਿਹੜਾ ਇੱਕ ਖਿੱਤਾ, ਇੱਕ ਪਾਸੇ ਜੰਮੂ ਕਸ਼ਮੀਰ, ਇੱਕ ਪਾਸੇ ਹਿਮਾਚਲ, ਇੱਕ ਪਾਸੇ ਹਰਿਆਣਾ ਤੇ ਰਾਜਸਥਾਨ, ਚੰਡੀਗੜ੍ਹ ਲੱਗਦੇ, ਉਹਦੇ ਵਿੱਚ ਇੱਕ ਚੋਟੀ ਜੀ ਜਿਹੜੀ ਹੈਗੀ ਹੈ, ਉਹ ਬਹੁਤ ਵਧੀਆ ਹੋਣੀ ਜੇ ਤੁਸੀਂ ਵਧੀਆ ਹੁੰਦੇ। ਤੇ ਅੱਜ ਬਾਬੇ ਨਾਨਕ ਦੀ ਧਰਤੀ ਤੇ ਆਏ ਜੇ। ਬਾਬੇ ਨਾਨਕ ਨੇ ਖੇਤੀ ਵੀ ਕੀਤੀ, ਬਾਬੇ ਨਾਨਕ ਨੇ 13 ਵੀ ਤੋਲਿਆ, ਬਾਬੇ ਨਾਨਕ ਨੇ ਉਦਾਸੀਆਂ ਵੀ ਕੀਤੀਆਂ, ਬਾਬੇ ਨਾਨਕ ਨੇ ਤਰਕ ਵਿਤਰਕ ਵੀ ਕੀਤਾ, ਸਾਰਾ ਕੁਛ। ਕਿ ਭਾਈ ਆਪਣੀ ਗੱਲ ਰੱਖੋ ਤੇ ਆ ਅੱਜ ਇੱਥੇ ਆ ਕੇ ਮੱਥਾ ਟੇਕਿਆ, ਜੋ ਸਾਰੇ ਹੀ ਚੋਲੇ ਲਾ ਜਾਓ ਇੱਥੇ, ਉਹ ਝੂਠ ਵਾਲੇ, ਉਹ ਝੂਠੇ ਵਾਅਦਿਆਂ ਵਾਲੇ, ਉਹ ਲੰਬੇ ਮੈਨੀਫੈਸਟੋ ਵਾਲੇ, ਇੱਕ ਦੂਜੇ ਨੂੰ ਗਾਲਾਂ ਕੱਢਣ ਵਾਲੇ, ਇੱਕ ਦੂਜੇ ਤੇ ਦੋਸ਼ ਲਾਉਣ ਵਾਲੇ, ਇੱਕ ਦੂਜੇ ਤੇ ਪਰਚੇ ਕਰਨ ਵਾਲੇ ਤੇ ਪਰਚੇ ਵਾਪਸ ਲੈਣ ਵਾਲੇ। ਆ ਜਾ ਕੇ ਜਿਹੜਾ ਬਾਰਡਰੋਂ ਬਾਹਰ ਨਾ ਉਹ ਜਿਹੜੀ ਕੰਡਿਆਲੀ ਤਾਰ ਦੀ ਹੈ, ਉੱਥੇ 3.25 ਕਰੋੜ ਲੋਕ ਵਸਦੇ ਆ। ਕਿਸੇ ਨੂੰ ਕੈਂਸਰ ਹੋਇਆ, ਕਿਸੇ ਦੇ ਸਿਰ ਕਰਜ਼ਾ ਚੜਿਆ, ਕਿਸੇ ਨਿਆਣੇ ਕੋਈ ਬੂਟ ਜੁੱਤੀ ਹੈ ਨਹੀਂ ਪਾਉਣ ਨੂੰ, ਕੋਈ ਪੜ੍ਹਨਾ ਚਾਹੁੰਦਾ ਉਹਦੇ ਕੋਈ ਫੀਸ ਨਹੀਂ। ਕਿਰਪਾ ਕਰਕੇ ਬਾਬੇ ਨਾਨਕ ਦੀ ਧਰਤੀ ਤੇ ਆਇਓ, ਮੱਥਾ ਟੇਕ ਕੇ ਉਹ ਪੁਰਾਣਾ ਜਾਮਾ ਜਾਂ ਇੱਥੇ ਛੱਡ ਜਾਓ, ਨਵੇਂ ਜਾਓ ਉਧਰਲੇ ਪਾਸੇ। ਹੋਣਾ ਨਹੀਂ ਬਾਰੇ ਦੇਖੋ, ਨਹੀਂ ਹੋਣਾ ਐਵੇਂ ਆਉਣ ਨੂੰ ਚੱਲ ਜਾਓ ਯਾਰ, ਪਰਲੇ ਪਾਸੇ ਚੱਲ ਦਿੰਦੇ ਆ। ਪਤਾ ਕਿ ਮੈਂ ਦੱਸਦਾ ਕਾਰਨ, ਪਤਾ ਕੀ ਇਹ ਨਹੀਂ ਹੈ ਵੀ ਇਹਨਾਂ ਦੇ ਕਸੂਰ ਆ, ਇਹ ਤੇ ਸ਼ੁਰੂ ਤੋਂ ਚੱਲੀ ਆਉਂਦਾ। ਦੇਖੋ ਗੁਰੂ ਮਹਾਰਾਜ ਨੇ ਜਦੋਂ ਉੱਥੇ ਸਰੀਰ ਛੱਡਿਆ, ਉਦੋਂ ਵੀ ਤੇ ਇਸੇ ਚੀਜ਼ ਦਾ ਰੌਲੇ, ਸਥਾਨ ਤੇ ਇਸੇ ਚੀਜ਼ ਦਾ ਹੀ ਆ ਨਾ। ਉਹ ਅੱਧਿਆਂ ਦੇ ਵੀ ਅਸੀਂ ਸੰਸਕਾਰ ਕਰਨਾ, ਅੱਧੇ ਕਹਿੰਦੇ ਇਹ ਦਬਾਉਣਾ। ਹੁਣ ਜੇ ਉਦੋਂ ਤੋਂ ਲੈ ਕੇ ਹੁਣ ਤੱਕ ਰੇੜਕਾ ਚੱਲੀ ਆਉਂਦਾ ਆ ਤੇ ਤੁਸੀਂ ਭਾਲਦੇ ਵੀ ਇਹ ਬੰਦੇ ਇਕੱਠੇ ਹੋ ਜਾਣ, ਏਦਾਂ ਕਿਦਾਂ? ਆਪਾਂ 3.25 ਕਰੋੜ ਭਾਲਦੇ ਨੇ, 200 ਹੀ ਭਾਲਦੇ ਇਕੱਠੇ ਹੋ ਜਾਣ। ਨਹੀਂ ਕਮਾਲ ਹੋ ਗਈ ਹੈ। ਦੱਸੋ 200 ਤੇ ਕਰੀਮ ਹੈ ਨਾ, ਉਹਨਾਂ ਦੀ ਕਰੀਮ ਹੈ, ਚੁਣੀ ਦੀ ਉਹਨਾਂ ਨੇ। ਤੁਸੀਂ ਕਹੋ ਉਹਨਾਂ 200 ਕਰਕੇ ਤਾਂ 3.25 ਕਰੋੜ ਨਹੀਂ ਇਕੱਠਾ ਹੁੰਦਾ। ਉਹੀ ਤੇ ਗੱਲ ਆ। ਸੋ ਆਸ ਘੱਟ ਹੈ, ਪਰ ਚਲੋ ਲਾਂਘਾ ਖੁੱਲ ਗਿਆ, ਹਰੇਕ ਬੰਦਾ ਆਪਣੇ ਆਪਣੇ ਹਿਸਾਬ ਨਾਲ ਕ੍ਰੈਡਿਟ ਲੈ ਲਵੇ। ਹੁਣ ਇਹ ਤੋਂ ਕੀ ਹੁੰਦਾ, ਆਉਣ ਵਾਲੇ 2 4 ਦਿਨਾਂ 'ਚ ਆਪਾਂ ਉੱਤੇ ਗੱਲ ਕਰ ਲਵਾਂਗੇ। ਵਧਾਈਆਂ ਮੇਰੇ ਖਿਆਲ ਨਾਲ ਸਮੁੱਚੀ ਸਿੱਖ ਸੰਗਤ ਨੂੰ, ਵਧੀਆ ਗੱਲ, ਲਾਂਘਾ ਖੁੱਲ ਗਿਆ, ਦਿਲ ਨੇੜੇ ਆਉਣਗੇ ਉਹ ਜਾਣੇ। ਲੋਕਾਂ ਨੂੰ ਵੀ ਇਹ ਹੋਇਆ ਵੀ ਚਲੋ ਆਪਾਂ ਦੁਬਾਰਾ ਦਰਸ਼ਨ ਦਿਦਾਰੇ ਕਰੀਏ। ਰੋਜ਼ ਸਵੇਰੇ ਸ਼ਾਮ ਅਰਦਾਸ ਹੁੰਦੀ ਹੈ ਵੀ ਖੁੱਲੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਿਆ, ਅੱਜ ਮਿਲ ਗਿਆ, ਹੋਰ ਕੀ ਜੀ। ਤੇ ਨਾਲ ਇਹ ਵੀ ਚੀਜ਼ ਹੈ ਕਿ ਪਹਿਲੇ 2-3 ਦਿਨ ਜੇ ਨਾ ਵੀ ਮੌਕਾ ਮਿਲਿਆ ਕੋਈ ਗੱਲ ਨਹੀਂ, ਪਹਿਲੇ ਦਿਨ ਵੱਡੇ ਬੰਦੇ ਜਾਂਦੇ ਹੁੰਦੇ ਆ। ਮੰਨ ਲਓ ਕਿ ਸਾਡੇ ਚੋਂ ਇੱਕ ਨੇ ਜਾਣਾ ਹੋਵੇ, ਭਾਈ ਜਾਊਗਾ ਪਹਿਲਾਂ। ਨਹੀਂ ਮੈਂ ਨਹੀਂ ਵੈਸੇ ਗੱਲ ਤੁਹਾਨੂੰ ਭੇਜਣਾ ਕਿ ਵੇਖਿਓ, ਤੁਸੀਂ ਜਾ ਕੇ ਆਓ ਇੱਕ ਰਾਂ। ਅੱਛਾ ਮੈਂ 200 'ਚ ਮੈਂ 50 ਕਿ 200 ਐਦ ਕਿ ਤੁਹਾਡਾ ਨੰਬਰ ਪਹਿਲੇ ਨੰਬਰ ਤੇ ਪਾਉਣਾ, ਬਾਕੀ ਆਖਣਾ ਵੀ 199 ਮਗਰ। ਚਲੋ ਠੀਕ ਹੈ। ਹਾਂ ਦੋਨੋਂ ਮੈਂ ਕਿਉਂ ਕਰਨਾ ਮੈਂ ਕੀ ਪਤਾ ਮੁੜ ਕੇ ਜੇ 200 ਅਗਲਾ ਉੱਥੇ ਰੱਖ ਲੈ, ਮੈਂ ਚੰਗਾ ਰਹਿਣ ਦੇ ਯਾਰ। ਦੋਨੋਂ ਡੋਜ਼ ਕੋਵਿਡ ਦੀਆਂ ਲੱਗੀਆਂ ਹੋਣੀਆਂ ਚਾਹੀਦੀਆਂ।
ਇਹਦੇ ਨਾਲ ਟੈਸਟ ਕਰਾ ਕੇ ਜਾਣਾ ਪੈਣਾ। ਇਹਦੇ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਸ਼ਰਤਾਂ ਨੇ ਕਿ ਆਨਲਾਈਨ ਕਿੱਦਾਂ ਅਪਲਾਈ ਕਰਨਾ, ਕੋਈ ਮੁਕੱਦਮਾ ਤਾਂ ਦੱਸਣਾ ਹੈ। ਇਸ ਕਰਕੇ 2-4-5 ਦਿਨ ਰੋਕ ਲਓ, ਕੋਈ ਗੱਲ ਨਹੀਂ, ਹੌਲੀ ਹੌਲੀ ਇੱਕ ਵਾਰੀ ਕੰਮ ਰਵਾਂ ਹੋ ਲੈਣ ਦਿਓ, ਜਿੱਦਾਂ ਪਹਿਲਾਂ ਜਾਂਦੇ ਸੀ ਸੰਗਤ ਉਦਾਂ ਹੀ ਜਾਊਗੀ। ਬਿਲਕੁਲ, ਚਲੋ ਵਧੀਆ ਗੱਲ ਹੈ। ਦੂਜੀ ਗੱਲ ਇਹ ਵੀ ਆ ਕਿ ਵੀ ਮੁੱਖ ਮੰਤਰੀ ਸਾਹਿਬ ਦੇ ਰੁਝੇਵੇਂ ਬੜੇ। ਇੱਕ ਤੇ ਮੁੱਖ ਮੰਤਰੀ ਸਾਹਿਬ ਨੇ ਉੱਧਰ ਜਾਣਾ ਪਹਿਲੇ ਜਥੇ ਨਾਲ ਹੀ, ਦੂਜਾ ਇਧਰ 32 ਕਿਸਾਨ ਜਥੇਬੰਦੀਆਂ ਨੂੰ ਟਾਈਮ ਦਿੱਤਾ। ਹੁਣ ਇਹ ਨਾ ਹੋਵੇ ਵੀ ਉੱਧਰ ਜਾਣ ਆਉਣ ਦੇ ਵਿੱਚ ਹੀ ਦਿਹਾੜੀ ਲੰਘ ਜੇ ਤੇ ਇਹ ਫਿਰ ਕਹਿੰਦੇ ਫਿਰ ਪਹਿਲਾਂ ਸਾਡਾ ਫੋਨ ਨਹੀਂ ਚੁੱਕਿਆ, ਹੁਣ ਸਾਨੂੰ ਸਦਕੇ ਨਹੀਂ ਮਿਲੇ। ਨਹੀਂ, ਇਦਾਂ ਨਹੀਂ, ਸਮਾਂ ਮੈਨੂੰ ਲੱਗਦਾ ਕਿ ਕਲੀਅਰ ਜਿਹਾ ਕੀਤਾ ਤੇ ਉਹਨਾਂ ਨੇ ਮਿਲ ਲੈਣਾ। ਵੈਸੇ ਵੀ ਸਾਰਿਆਂ ਨੂੰ ਪਤਾ ਕਿ ਐਤਕੀ ਪੰਜਾਬ ਦੀ ਵਿਧਾਨ ਸਭਾ ਚੋਣ ਦਾ ਨਤੀਜਾ ਕਿਸਾਨ ਅੰਦੋਲਨ ਨੇ ਤੈਅ ਕਰਨਾ, ਤੇ ਉਸ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਬਹੁਮਤ ਵਾਲਾ ਯੋਗਦਾਨ ਹੈ ਉਹਨਾਂ ਬੱਤੀਆਂ ਦਾ, ਉਹਨਾਂ ਬੱਤੀਆਂ ਦੀਆਂ ਜਥੇਬੰਦੀਆਂ ਦਾ, ਤੇ ਉਹਨਾਂ ਜਥੇਬੰਦੀਆਂ ਦੇ ਨਾਲ ਜੁੜੇ ਲੱਖਾਂ ਪੰਜਾਬੀਆਂ ਦਾ। ਤੇ ਜਦੋਂ ਉਹਨਾਂ ਲੱਖਾਂ ਪੰਜਾਬੀਆਂ ਦੀਆਂ 32 ਜਥੇਬੰਦੀਆਂ ਦੇ ਵਿੱਚੋਂ 32 ਲੀਡਰ ਆ ਰਹੇ ਆ, ਅਗਲੇ 32 ਸਕਿੰਟ ਵੀ ਲੇਟ ਨਹੀਂ ਹੁੰਦੇ, ਇਹ ਗੱਲ ਪੱਕੀ ਆ। ਨਹੀਂ, ਆਸ ਤੇ ਹੈਗੀ ਆ, ਬਾਕੀ ਕੁਝ ਪਤਾ ਹੁੰਦਾ। ਨਾਲੇ ਉਹਨਾਂ ਨੇ ਵੀ ਇਤਰਾਜ਼ ਨਹੀਂ ਨਾ ਕਰਨਾ, ਅਗਲੇ ਵੀ ਤਾਂ ਬਾਬੇ ਦੇ ਹੀ ਚੱਲੇ ਆ। ਹਾਂ, ਇਹ ਤਾਂ ਗੱਲ ਹੈਗੀ, ਤਰੀਕੇ ਕਈ ਨੇ। ਨਹੀਂ ਤਾਂ ਹੈ, ਪਰ ਇੱਕ ਗੱਲ ਨਹੀਂ ਸਮਝ ਆਈ ਵੀ ਇਸ ਮੀਟਿੰਗ 'ਚ ਹੋਣਾ ਕੀ ਹੈ, ਕਿਉਂਕਿ ਚੰਨੀ ਸਾਹਿਬ ਦੇ ਹੱਥ ਵਾਸਤੇ ਹੈ ਨਹੀਂ ਵੀ ਮੈਂ ਕਾਨੂੰਨ ਰੱਦ ਕਰ ਦਿਆਂ। ਸੰਧਾਲੀਆ ਸਾਹਿਬ ਉਧਰਲੇ ਪਾਸੇ ਨੂੰ ਉਹਨਾਂ ਤੁਰਨਾ ਹੀ ਨਹੀਂ। ਇੱਕ ਤਾਂ ਮੁਕੱਦਮੇ ਆ ਕੁਛ ਪਿਛਲੇ ਸਮੇਂ ਦੇ ਵਿੱਚ ਕਿਸਾਨ ਸਿਆਸੀ ਲੀਡਰਸ਼ਿਪ ਦੀ ਵਿਰੋਧਤਾ ਕਈ ਕੁਛ ਕਰਦੇ ਆ, ਉਹਨਾਂ ਦੀ ਵਾਪਸੀ ਦਾ ਰਾਹ ਤਿਆਰ ਕਰਾਉਣਾ। ਦੂਸਰਾ, ਕਿਸਾਨਾਂ ਪਲੱਸ ਮਜ਼ਦੂਰਾਂ ਦੇ ਕਰਜ਼ਿਆਂ ਦੇ ਉੱਤੇ ਲੀਕ ਮਾਰਨੀ ਸੀ, ਕਿਉਂਕਿ ਜਿਹੜੀ ਕਾਂਗਰਸ ਪਾਰਟੀ ਨੇ ਵਾਅਦਾ 2016 ਦੇ ਅੰਤ 'ਚ 17 ਦੀਆਂ ਚੋਣਾਂ ਲਈ ਕੀਤਾ ਸੀ, ਉਸ ਕਾਂਗਰਸ ਪਾਰਟੀ ਦੇ ਵਿੱਚ ਹਿੱਸੇਦਾਰ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸਨ ਤੇ ਅੱਜ ਵੀ ਹਨ। ਹੁਣ ਉਹ ਪੁੱਛਣਾ ਕਿ ਭਾਈ ਤੁਸੀਂ ਤਾਂ ਹਰ ਤਰ੍ਹਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਸੀ ਤੁਹਾਡੇ ਕਾਂਗਰਸ ਦੇ ਮੈਨੀਫੈਸਟੋ 'ਚੋਂ, ਤੇ ਅੱਜ ਵੀ ਤੁਸੀਂ ਕਾਂਗਰਸ ਦੇ ਨੁਮਾਇੰਦੇ ਹੋ, ਤੁਸੀਂ ਦੱਸੋ ਕਿ ਕਿਸਾਨਾਂ ਦਾ ਕਰਜ਼ ਮਾਫ ਕਿਉਂ ਨਹੀਂ ਹੋਇਆ? ਤੁਸੀਂ ਦੱਸੋ ਕਿ ਮਜ਼ਦੂਰਾਂ ਸਾਰਿਆਂ ਦਾ ਕਰਜ਼ ਮਾਫ ਕਿਉਂ ਨਹੀਂ ਹੋਇਆ? ਇੱਕ ਉਸ ਵਿਸ਼ੇ ਤੇ ਗੱਲ ਕਰਨੀ ਹੈ। ਦੂਸਰਾ, ਸਾਰਾ ਝੋਨਾ ਮੰਡੀਆਂ 'ਚ ਵਿਕੇ ਕਿਵੇਂ? ਕਿਉਂਕਿ ਆ ਰੌਲਾ ਪੈਂਦਾ ਨਾ, 70,000 ਐਂਟਰੀਆਂ ਦੀ ਵੀ ਚਰਚਾ ਚੱਲਣੀ ਹੈ, ਜਿਹੜੀਆਂ ਕੱਲ ਆਪਾਂ ਰੈੱਡ ਐਂਟਰੀਆਂ, ਲਾਲ ਇੰਦਰਾਜ ਦੱਸੇ ਸੀ। ਇਹਦੇ ਤੋਂ ਇਲਾਵਾ ਗੁਲਾਬੀ ਸੁੰਡੀ ਦੇ ਨਾਲ ਖਰਾਬਾ ਹੋਇਆ ਤੇ ਮੁਆਵਜ਼ਾ ਤਾਂ ਦੀਵਾਲੀ ਤੱਕ ਮਿਲਣਾ ਸੀ। ਉਹ ਦੀਵਾਲੀ ਤੱਕ ਜਿਹੜਾ ਮੁਆਵਜ਼ਾ ਮਿਲਣਾ ਸੀ, ਉਹ ਹੁਣ ਤਾਂ ਲੋਕਾਂ ਦਾ ਦਿਵਾਲਾ ਨਿਕਲਣ ਨੂੰ ਆਇਆ। ਉਹ ਅਜੇ ਤੱਕ ਵੀ ਪੈਸੇ ਖਾਤਿਆਂ 'ਚ ਪਏ ਆ ਕਿ ਨਹੀਂ ਪਏ? ਜੇ ਪਏ ਆ ਤਾਂ ਕੀ ਉਹ 5400 ਪੈਣੇ ਆ, 8000 ਪੈਣੇ ਆ ਕਿ 12000 ਪੈਣੇ ਆ? ਉਸ ਵਿਸ਼ੇ ਦੇ ਉੱਤੇ ਵੀ ਗੱਲ ਹੋਣੀ ਆ। ਚਰਚੇ ਮੁੱਦੇ ਹੋਰ ਬਹੁਤ ਨੇ, ਜਿਨ੍ਹਾਂ ਮੁੱਦਿਆਂ ਦੇ ਆਸਰੇ ਹੁਣ 32 ਕਿਸਾਨ ਜਥੇਬੰਦੀਆਂ ਗੱਲ ਕਰਨਗੀਆਂ, ਪਰ ਜਦੋਂ ਉਹ ਕੇਂਦਰ ਸਰਕਾਰ ਨਾਲ ਗੱਲ ਕਰਕੇ ਬਾਹਰ ਨਿਕਲਦੀਆਂ ਹੁੰਦੀਆਂ ਤਾਂ ਕਹਿੰਦੀਆਂ ਨੇ ਅਸੰਤੁਸ਼ਟ ਹਾਂ ਜੀ, ਮੁਰੇ ਐੜਾ ਲੱਗ ਜਾਂਦਾ ਏ ਕਿ ਗੱਲਬਾਤ ਗੋਲ ਜੀ ਕਰਦੇ ਆ। ਹੁਣ ਜਦੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਾਹਿਬ ਨਾਲ ਗੱਲ ਹੋਊਗੀ, ਗੱਲ ਸਿੱਧੀ ਹੋਏਗੀ, ਗੋਲ ਹੋਏਗੀ ਜਾਂ ਕਿਵੇਂ ਹੋਏਗੀ, ਉਹ ਤਾਂ ਫਿਰ ਪਤਾ ਲੱਗੂ। ਨਹੀਂ, ਉਹ ਹੈ। ਬਾਕੀ ਚਲੋ ਇੰਨਾ ਕੁ ਹੈ ਵੀ ਅੱਜ ਮੇਰੇ ਖਿਆਲ ਨਾਲ ਲੱਡੂ ਵਾਲਾ ਕੰਮ ਨਾ ਰੱਖਣ, ਕਿਉਂਕਿ ਇੱਧਰ ਇਹ ਲੱਡੂ ਖਾਣ ਪਕਾਉਣ ਦਾ ਕੰਮ ਹੋ ਜਾਂਦਾ ਹੁੰਦਾ, ਮੁੜ ਕੇ ਦੂਸਰੇ ਪਾਸੋਂ ਬਿਆਨ ਆ ਜਾਂਦਾ। ਅਸੀਂ ਤੇ ਅੱਗੇ ਹੀ ਕਹਿੰਦੇ ਹਾਂ ਵੀ ਇਹ ਰਲੇ ਨੇ। ਉਹ ਗੱਲ ਵੱਖਰੀ ਹੈ ਵੀ ਜਦੋਂ ਕੈਪਟਨ ਸਾਹਿਬ ਉੱਧਰ ਗਏ ਤੇ ਹੁਣ ਉਸ ਗੱਲ ਦਾ ਕੋਈ ਜ਼ਿਕਰ ਹੀ ਨਹੀਂ ਕਰਦਾ। ਉਦੋਂ ਕੱਲਾ ਬੰਦਾ ਫੋਟੋ ਖੁਦ ਆਹ ਦੇਖੋ ਆ ਗਿਆ ਲੱਡੂ ਸਿੱਧਾ ਇੱਧਰੋਂ। ਅਸੀਂ ਤੇ ਉਦੋਂ ਦਾ ਕਹਿਣ ਡਿਆ ਵੀ ਸਾਰਾ ਕੁਝ ਕੈਪਟਨ ਕਰਾ ਰਿਹਾ, ਮੁੜ ਕੇ ਜਦੋਂ ਕੈਪਟਨ ਸਾਹਿਬ ਛੱਡ ਕੇ ਉਹਨੇ ਨਹੀਂ, ਕੈਪਟਨ ਸਾਹਿਬ ਦੇ ਬੰਦੇ ਹੀ ਵਧੀਆ ਨੇ, ਇਹ ਤਾਂ ਕਾਂਗਰਸ ਕਰਾਉਂਦੀ ਸਾਰਾ। ਉਹ ਲੱਡੂ ਘਰੇ ਬਾਹਰ ਕੱਢ ਲਏ। ਤੁਸੀਂ ਹੁਣ ਇੱਕ ਸ਼ਬਦ ਵਰਤਿਆ ਕਿ ਦੀਵਾਲੀ ਤੱਕ ਸਭ ਕੁਝ ਮਿਲ ਜਾਣਾ। ਦੀਵਾਲੀ ਤੱਕ ਮਿਲਣਾ ਤੇ ਤਾਂ ਸੀ ਜੇ ਖਜ਼ਾਨੇ 'ਚ ਕੁਝ ਹੁੰਦਾ ਜੀ। ਹੁਣ ਖਜ਼ਾਨੇ ਦੇ ਵਿੱਚ ਕੁਝ ਆਵੇ, ਇਸ ਕਰਕੇ ਆਪਣੇ ਵਾਲੇ ਖਜ਼ਾਨਾ ਮੰਤਰੀ ਸਾਹਿਬ ਦੀ, ਦੇਸ਼ ਦੀ ਖਜ਼ਾਨਾ ਮੰਤਰੀ ਮੈਡਮ ਜਿਹੜੇ ਨੇ, ਉਹਨਾਂ ਦੇ ਨਾਲ ਮੀਟਿੰਗ ਹੋਈ ਵਰਚੁਅਲ। ਵੈਸੇ ਤਾਂ ਸਾਰੇ ਖਜ਼ਾਨਾ ਮੰਤਰੀ ਸੀਗੇ ਬੈਠੇ ਉੱਥੇ। ਉਹਦੇ 'ਚ ਉਹਨਾਂ ਨੇ ਮੰਗ ਰੱਖੀ। ਉਹ ਕਹਿੰਦੇ ਦੇਖੋ ਮੈਡਮ, ਗੱਲ ਇਹ ਆ ਕਿ ਵੀ ਜਦੋਂ ਤੁਸੀਂ ਦਿੰਦੇ ਹੋ ਨਾ ਪੈਕੇਜ ਭਰਿਆ ਹਿਮਾਚਲ ਵਾਲਿਆਂ ਨੂੰ, ਜੰਮੂ ਨੂੰ ਖਾਸ ਨਿਗਾਹ ਨਾਲ ਦੇਖਦੇ ਹੋ, ਚੰਡੀਗੜ੍ਹ ਹਰਿਆਣਾ ਹੋ ਗਿਆ, ਹੋਰ ਬਾਕੀ ਸਟੇਟਾਂ ਵਾਲੇ ਪਾਸੇ ਵੀ ਧਿਆਨ ਵੱਜਦਾ, ਪੰਜਾਬ ਬਾਰੇ ਵੀ ਸੋਚੋ, ਕਿਉਂਕਿ ਇੱਕ ਤੇ ਅਸੀਂ ਬਾਰਡਰ ਤੇ ਹਾਂ, ਦੂਜਾ ਸਾਡਾ ਯੋਗਦਾਨ ਦੇਖੋ ਵੀ ਜੇ ਕੋਈ ਲੜਾਈ ਪੜਾਈ ਤਾਂ ਅਸੀਂ ਅੱਗੇ, ਜੇ ਖੇਤੀ ਦੀ ਗੱਲ ਹੋਵੇ ਤਾਂ ਅਸੀਂ ਅੱਗੇ, ਜੇ ਪੈਕਿਆਂ ਦੀ ਗੱਲ ਹੋਵੇ ਤਾਂ ਤੁਸੀਂ ਸਾਨੂੰ ਫਾਡੀ ਰੱਖਿਆ, ਜੇ ਪਿਛਲੇ ਕਾਲੇ ਦੌਰ ਦੀ ਗੱਲ ਹੋਵੇ ਉਦੋਂ ਸਾਡੇ ਸੂਬੇ ਦਾ ਜਲੂਸ ਨਿਕਲ ਗਿਆ, ਤੇ ਜਿਸ ਦਿਨ ਪੈਸੇ ਦੇਣ ਦੀ ਗੱਲ ਆਉਂਦੀ ਆ ਉਦੋਂ ਸਾਡਾ ਨਾਂ ਹੀ ਕੱਢ ਦਿੰਦੇ ਆ। ਨਹੀਂ, ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਡਿਊਟੀ ਆ ਭਾਈ, ਖਜ਼ਾਨਾ ਮੰਤਰੀ ਨੇ ਪੰਜਾਬ ਦੇ, ਉਹਨਾਂ ਨਾਲ ਖਜ਼ਾਨੇ ਨਾਲ ਸੰਬੰਧ ਹੈ ਤੇ ਅਗਲੇ ਪਹਿਲਾਂ ਵੀ ਮੰਗ ਕਰਦੇ ਰਹੇ, ਇੱਕ ਵਾਰੀ ਫੇਰ ਕਰਨੀ ਆ, ਨਾ ਕਰਦੇ ਤੁਸੀਂ ਕਹਿਣਾ ਸੀ ਕਿਉਂ ਨਹੀਂ ਬੋਲੇ, ਹੁਣ ਬੋਲੇ ਆ ਤਾਂ ਫੇਰ ਕਹਿਣਾ ਬੋਲੇ ਆ। ਨਹੀਂ, ਪੂਰਾ ਬੋਲੇ। ਉਹਨਾਂ ਦੇ 3-4 ਉਹ ਵੀ ਮੰਗ ਲਏ, ਇੱਕ ਫੂਡ ਸੈਕਟਰ ਦੇ ਦਿਓ, ਇੱਕ ਪਤਾ ਨਹੀਂ ਕੁਝ ਹੋਰ ਸੈਕਟਰ ਦੇ ਦਿਓ, 3-4 ਉਹਨਾਂ ਨੇ ਵੇਖਿਆ ਵੀ ਡਿਮਾਂਡਾਂ ਹੀ 15-20 ਰਾਤ ਦਿਓ, ਕੋਈ 1-2 ਦੇ ਮੰਨਣਗੇ, ਵੀ 4 ਤੱਕ ਤਾਂ ਜੇ ਪਹੁੰਚ ਜਾਣ ਤਾਂ ਬੱਲੇ ਬੱਲੇ ਹੋ ਜੂ। ਬਾਕੀ ਸੰਧਾਲੀਆ ਸਾਹਿਬ ਇਹ ਗੱਲ ਹੈਗੀ ਹੈ, ਪਤਾ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੂੰ ਵੀ ਹੈਗਾ ਕਿ ਅਸੀਂ GST ਦਾ ਆਪਣਾ ਹਿੱਸਾ ਪੂਰਾ ਮੰਗਦੇ ਹੀ, ਕਿਹੜਾ ਅਗਲੇ ਦਿੱਤਾ, ਮੰਗ ਲਓ। ਹੁਣ ਪਤਾ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੂੰ ਵੀ ਹੈਗਾ ਕਿ ਅਸੀਂ BSF ਵਾਲੇ ਮੁੱਦੇ ਤੇ ਮੰਗਦੇ ਹੈਗੇ, ਕਿਹੜਾ ਮੰਨੀ। ਪਤਾ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੂੰ ਹੈਗਾ ਕਿ ਅਸੀਂ ਤਾਂ ਖੇਤੀ ਕਾਨੂੰਨ ਜਿਹੜੇ ਆ ਉਹ ਵਾਪਸ ਮੰਗੇ ਸੀ, ਉਹਨਾਂ ਕਿਹੜਾ ਕੀਤੇ। ਤੇ ਬਾਕੀ ਸਭ ਤੋਂ ਵੱਡੀ ਗੱਲ ਜਿਹੜੀ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੂੰ ਪਤਾ ਹੈ ਕਿ ਜਿਹੜੀ ਹਰ ਚੀਜ਼ ਮੰਗੀ ਦੀ ਆ ਮਿਲਦੀ ਥੋੜੀ ਹੁੰਦੀ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੇ ਵੀ ਤਾਂ ਬਹੁਤ ਸਾਰੀਆਂ ਮੰਗਾਂ ਕੀਤੀਆਂ ਸੀ, ਕਿਉਂਕਿ ਪਹਿਲਾਂ ਤਾਂ ਸਮਾਰਟਫੋਨ ਦੇਣੇ ਸੀ, ਹਰ ਦੀਵਾਲੀ ਦੇਣੇ ਸੀ, ਉਹ ਵੀ ਕਹਿਣ ਦੇਣਗੇ ਮਨਪ੍ਰੀਤ ਸਿੰਘ ਬਾਦਲ ਸਾਹਿਬ
ਮੈਨੂੰ ਪਤਾ ਤੁਹਾਨੂੰ ਦੀਵਾਲੀ ਦਾ ਤਿਉਹਾਰ ਬਹੁਤ ਚੰਗਾ ਲੱਗਦਾ, ਅਗਲੀ ਦੀਵਾਲੀ ਤੱਕ ਤੁਸੀਂ ਸਪੈਸ਼ਲ ਪੈਕੇਜ ਲੈ ਲਓ, ਤਾਂ ਫਿਰ ਜਦੋਂ ਦੁਸਹਿਰਾ ਆ ਜਾਊਗਾ ਉਦੋਂ ਕਹਿਣਗੇ ਜੀ ਇੱਕ ਦੀਵਾਲੀ ਸਾਨੂੰ ਹੋਰ ਦੇ ਦਿਓ, ਤੇ ਉਦੋਂ ਤੱਕ ਹੋ ਸਕਦਾ ਕਾਂਗਰਸ ਪਾਰਟੀ ਦੀ ਮੌਜੂਦਾ ਸਰਕਾਰ ਦੀ ਦੀਵਾਲੀ ਨਿਕਲ ਹੀ ਜਾਣੀ। ਇਹਨਾਂ ਦੀ ਆਲਰੇਡੀ ਨਿਕਲ ਗਈ ਆ। ਹਾਂ ਠੀਕ ਹੈ, ਅਗਲਿਆਂ ਦੀ ਵੀ ਆਖਰੀ ਹੈ ਜਿਨ੍ਹਾਂ ਨੂੰ ਤੁਸੀਂ ਆਸ ਕਰਦੇ ਹੋ। ਪਰ ਚਲੋ ਇਹ ਤਾਂ ਹੁਣ ਗੱਲ ਹੋ ਗਈ, ਨਿਬੜ ਗਈ। ਪਰ ਜੇ ਆਪਾਂ ਦੂਸਰੇ ਐਂਗਲ ਤੋਂ ਦੇਖਿਆ ਜਾਵੇ ਤੇ ਕਿਤੇ ਨਾ ਕਿਤੇ ਗੱਲ ਤਾਂ ਮਨਪ੍ਰੀਤ ਬਾਦਲ ਸਾਹਿਬ ਦੀ ਸਹੀ ਹੈ। ਬਿਲਕੁਲ ਠੀਕ ਹੈ ਵੀ ਜੇ ਵੱਖ-ਵੱਖ ਸਟੇਟਾਂ ਨੂੰ, ਵੱਖ-ਵੱਖ ਸੂਬਿਆਂ ਨੂੰ, ਕਿਸੇ ਨੂੰ ਏਮਸ ਦੇ ਦਿਓ, ਕਿਸੇ ਨੂੰ ਵੱਡੇ ਜਿਹੜੇ ਮੈਡੀਕਲ ਹਸਪੀਟਲ ਦੇ ਦਿਓ, ਕਿਸੇ ਨੂੰ ਯੂਨੀਵਰਸਿਟੀਆਂ ਦੇ ਦਿਓ, ਕਿਸੇ ਨੂੰ ਆਰਥਿਕ ਪੈਕੇਜ ਦੇ ਦਿਓ, ਹੈ ਨਾ, ਐਲਾਨ ਹੁੰਦੇ ਆਪਾਂ ਦੇਖਦੇ ਹਾਂ। ਤੇ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਉਦੋਂ ਪਤਾ ਨਹੀਂ ਕਿਉਂ ਇੱਕ ਤਾਂ ਹੁੰਦਾ ਨਾ ਵੀ ਆਂਢ ਗੁਆਂਢ ਵਾਲਿਆਂ ਦੇ ਚਲੋ ਉਹ ਜਾਣੇ, ਬਾਕੀ ਸਾਰਿਆਂ ਦੇ ਬਰਾਬਰ ਕਰ ਲਓ, ਉਹਨਾਂ ਦੇ ਪੈਕੇਜ ਉਸੇ ਤਰ੍ਹਾਂ ਹੀ ਚੱਲੀ ਜਾਂਦੇ। ਜਦੋਂ ਪੰਜਾਬ ਦੀ ਗੱਲ ਆਉਂਦੀ ਉਦੋਂ ਅਗਲੇ ਚੁੱਪ ਹੀ ਕਰ ਜਾਂਦੇ ਨੇ। ਸੰਧਾਲੀਆ ਸਾਹਿਬ, ਜੇ ਆਪਾਂ ਕੇਂਦਰ ਸਰਕਾਰ ਦੇ ਪੱਖ ਤੋਂ ਦੇਖਦੇ ਹਾਂ, BSF ਨੂੰ 50 ਕਿਲੋਮੀਟਰ ਦੇ ਦਿੱਤੇ, ਬਾਕੀ ਬਹੁਤ ਸਾਰਾ ਕੁਝ ਕਹਿ ਦਿੱਤਾ ਜੀ, ਇੱਥੇ ਨਸ਼ਾ ਆਉਂਦਾ ਹੈ, ਇੱਥੇ ਡਰੋਨ ਰਾਹੀਂ ਅਸਲਾ ਆਉਂਦਾ ਹੈ, ਕੈਪਟਨ ਸਾਹਿਬ ਜਾ ਕੇ ਹਾਂ ਛਾਂ ਭਰਦੇ, ਹਾਂ ਜੀ ਇੱਦਾਂ ਹੀ ਆ ਜੀ। ਜਦੋਂ ਪਤਾ ਹੈ ਕਿ ਇੱਕ ਸੂਬਾ ਪਾਕਿਸਤਾਨ ਦੇ ਨਾਲ ਲੱਗਦਾ ਤੇ ਬਹੁਤ ਸੈਂਸਿਟਿਵ ਹੋ ਗਿਆ, ਤੇ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਇੱਥੇ ਖਤਰਾ ਬੜਾ ਹੈ ਅਮਨ ਕਾਨੂੰਨ ਦੀ ਸਥਿਤੀ, ਕਿਉਂਕਿ ਬਾਹਰੋਂ ਆ ਕੇ ਨਹੀਂ ਵਿਗਾੜ ਹੁੰਦੀ, ਕੋਈ ਨਾ ਕੋਈ ਘਰ ਦਾ ਭੇਤੀ ਨਾਲ ਹੁੰਦਾ। ਜੇ ਆਪਾਂ ਉਹਨਾਂ ਦੇ ਪੱਖ ਤੋਂ ਸੋਚ ਲਈਏ, ਇੱਥੇ ਤਾਂ ਸਗੋਂ ਦੁੱਗਣਾ ਪੈਕੇਜ ਚਾਹੀਦਾ ਕਿ ਭਾਈ ਕੰਮ ਕਰ ਹੋਣ, ਲੋਕਾਂ ਨੂੰ 4 ਪੈਸੇ ਬਣਨ, ਨਿਆਣਿਆਂ ਨੂੰ ਲੱਗੇ ਕਿ ਭਾਈ ਪੜ੍ਹੀਏ, ਕੰਮ ਵਧੀਆ ਮਿਲਦਾ, ਮੁੜ ਕੇ ਤਨਖਾਹਾਂ ਸੋਹਣੀਆਂ ਮਿਲਦੀਆਂ, ਚੰਗਾ ਘਰ ਬਣਾਵਾਂਗੇ, ਚੰਗੀ ਗੱਡੀ ਲਵਾਂਗੇ, ਚੰਗਾ ਖਾਣ ਪੀਣ ਪਹਿਨਣ ਪਚਰਨ ਹੋਊਗਾ ਸਾਰਾ ਕੁਝ। ਇੱਥੇ ਤਾਂ ਡਬਲ ਪੈਕੇਜ ਚਾਹੀਦਾ। ਟੈਕਸ ਟੂਕਸ ਦਾ ਬੰਦ ਹੀ ਕਰਦੇ, ਇੰਡਸਟਰੀ ਆਵੇ ਠੋਕ ਕੇ, ਪੰਜਾਬ ਦੇ ਨਿਆਣਿਆਂ ਨੂੰ ਸਿਰ ਖੁਰਕਣ ਦਾ ਵੇਲ ਨਾ ਹੋਵੇ, ਟੀਕਾ ਟੂਕਾ ਤਾਂ ਕਿਸੇ ਨੇ ਫੇਰ ਕੀ ਲਾਉਣਾ। ਤੇ ਜੇ ਆਪਾਂ ਇਕੱਲਾ ਕਹਾਂਗੇ ਕਿ ਭਾਈ ਸਖਤੀ ਕਰਕੇ ਕੰਮ ਕਰ ਲੈਣਾ, ਫਿਰ ਔਖਾ। ਹਰ ਤਰੀਕੇ ਦੇ ਨਾਲ ਪੰਜਾਬ ਦਾ ਕੰਮ ਇਹ ਵਾਜਬ ਹੈ, ਜਿਹੜੀ ਉਹਨਾਂ ਨੇ ਮੰਗ ਕੀਤੀ ਅਮਰਪ੍ਰੀਤ ਸਿੰਘ ਬਾਦਲ ਸਾਹਿਬ ਨੇ। ਪਰ ਇਹ ਵਾਜਬ ਸਾਨੂੰ ਲੱਗਦਾ, ਉਹਨਾਂ ਨੂੰ ਲੱਗਦਾ ਕਿ ਨਹੀਂ ਲੱਗਦਾ, ਉਹ ਵੱਖਰੀ ਗੱਲ ਹੈ, ਕਿਉਂਕਿ ਅਸੀਂ ਇਸ ਪਾਸੇ ਪੰਜਾਬ ਵਾਲੇ ਪਾਸੇ ਬੈਠੇ, ਵਿਚਾਲੇ ਹਰਿਆਣਾ ਉਹ ਦਿੱਲੀ ਬੈਠੇ ਹੈ। ਇੱਕ ਗੱਲ ਇੱਥੇ ਹੋਰ ਮੈਂ ਸੰਧਾਲੀਆ ਸਾਹਿਬ ਤੁਹਾਡੇ ਨਾਲ ਕਰਨੀ ਸੀ, ਇੱਕ ਕਮਾਲ ਦਾ ਫੈਸਲਾ, ਜਿਹੜਾ ਫੈਸਲਾ ਇਹ ਦੱਸਦਾ ਕਿ ਬਹੁਤ ਕੁਝ ਹੋ ਗਿਆ। ਮੈਂ 1997 ਤੋਂ ਲੈ ਕੇ 2002 ਤੱਕ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ, ਉਦੋਂ ਸਰਕਾਰ ਦੇ ਖਾਤਮੇ ਤੋਂ 4 ਮਹੀਨੇ ਪਹਿਲਾਂ ਵਾਲੇ ਭਾਸ਼ਣ ਜੇ ਮੈਂ ਚੇਤੇ ਕਰਾਂ, ਉਹ ਵੀ ਕਹਿੰਦੇ ਸੀ ਬੜਾ ਕੰਮ ਕੀਤਾ। ਫਿਰ ਜਦੋਂ ਕੈਪਟਨ ਸਾਹਿਬ ਦੀ 7 ਤੱਕ ਸਰਕਾਰ ਰਹੀ ਹੈ, ਉਹਨਾਂ ਨੇ ਵੀ ਛੇਚ ਕਰਨਾ ਸ਼ੁਰੂ ਕਰਤਾ ਸੀ, ਕਮਾਲ ਕੰਮ ਕੀਤਾ, ਸਰਕਾਰ ਸਾਡੀ ਹੈ। ਫਿਰ 12 ਤੱਕ, ਫਿਰ 17 ਤੱਕ ਜਿਹੜੀਆਂ 2 ਸਰਕਾਰਾਂ ਰਹੀਆਂ, ਉਹ ਵੀ ਕਹਿੰਦੇ ਬੜਾ ਕੰਮ ਕੀਤਾ। ਚੰਨੀ ਸਾਹਿਬ ਕਹਿੰਦੇ 52 ਦਿਨਾਂ 'ਚ 104 ਫੈਸਲੇ ਕੀਤੇ, ਕੈਪਟਨ ਸਾਹਿਬ ਕਹਿੰਦੇ 99% ਵਾਅਦੇ ਪੂਰੇ ਕੀਤੇ। ਜਾਣੀ 97 ਤੋਂ ਲੈ ਕੇ 21 ਆ ਗਿਆ, ਤੁਸੀਂ ਸਾਲ ਦੇਖ ਲਓ, ਮੇਰਾ ਖਿਆਲ ਹੈ ਕਿ 24-25 ਹੋ ਗਏ। ਇਹਨਾਂ 24-25 ਸਾਲਾਂ 'ਚ ਜਿੰਨੇ ਵੀ ਬੰਦਿਆਂ ਦੀ ਸਰਕਾਰ ਰਹੀ, ਉਹ ਕਹਿੰਦੇ ਕਿ ਚੱਕਤੀ ਆਮਦਨ ਤਾਂ ਲੋਕਾਂ ਦਾ ਜੀਵਨ ਪੱਧਰ ਉੱਚਾ, ਡਿਵੈਲਪਮੈਂਟ ਦੀ ਕਸਰ ਕੋਈ ਨਹੀਂ, ਰੁਜ਼ਗਾਰ ਸਾਰਿਆਂ ਨੂੰ ਦੇਤਾ। ਪਰ ਪੰਜਾਬ ਦੀ ਵਜ਼ਾਰਤ ਨੇ ਇੱਕ ਫੈਸਲਾ ਕੀਤਾ ਹੈ, ਸੰਧਾਲੀਆ ਸਾਹਿਬ, 8ਵੀਂ ਜਮਾਤ ਤੱਕ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੀਆਂ ਸਾਰੀਆਂ ਕੁੜੀਆਂ ਨੂੰ ਸਰਕਾਰ ਵਰਦੀ ਦਿੰਦੀ ਸੀ। ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਸ਼ੇਸ਼ ਭਾਈਚਾਰੇ ਦੇ ਬੱਚਿਆਂ ਨੂੰ, ਮੁੰਡਿਆਂ ਨੂੰ ਵੀ ਸਰਕਾਰ ਵਰਦੀ ਦਿੰਦੀ ਸੀ। ਹੁਣ ਕਹਿੰਦੇ ਜੀ 2.5-3 ਲੱਖ ਬੱਚੇ ਜਿਹੜੇ ਕਿ ਸਧਾਰਨ ਸ਼੍ਰੇਣੀ ਦੇ ਨਾਲ ਸੰਬੰਧਿਤ ਰੱਖਦੇ ਆ, ਆਪਾਂ ਉਹਨਾਂ ਨੂੰ ਵੀ ਵਰਦੀ ਦੇਣੀ ਹੈ। ਤੁਸੀਂ ਇਹ ਦੇਖੋ ਕਿ ਜੇ ਇੱਕ ਸੂਬੇ ਦੀ ਸਰਕਾਰ ਨਵੰਬਰ 2021 ਚ ਵਜ਼ਾਰਤ ਦੇ ਵਿੱਚ ਬੈਠ ਕੇ ਫੈਸਲਾ ਕਰਦੀ ਹੈ ਕਿ ਅਸੀਂ 8ਵੀਂ ਜਮਾਤ ਤੱਕ ਪੜ੍ਹਨ ਵਾਲੇ ਸਾਰੇ ਹੀ ਬੱਚਿਆਂ ਨੂੰ ਸਕੂਲ ਦੀ ਵਰਦੀ ਦੇਣੀ ਆ, ਤਾਂ ਇਹਦਾ ਮਤਲਬ ਹੈ ਕਿ ਉਹ ਖੁਦ ਲਿਖਤੀ ਤੌਰ ਤੇ, ਜਨਤਕ ਤੌਰ ਤੇ ਇਹ ਮੰਨਦੇ ਆ ਕਿ ਅਜੇ ਵੀ ਪੰਜਾਬ ਦੇ ਲੱਖਾਂ ਪਰਿਵਾਰ ਜਿਹੜੇ ਆ ਆਪਦੇ ਬੱਚਿਆਂ ਨੂੰ ਵਰਦੀ ਸਵਾ ਕੇ ਖਰੀਦ ਕੇ ਦੇਣ ਦੇ ਯੋਗ ਨਹੀਂ। ਤਾਂ ਜੇ ਸਾਨੂੰ ਸਰਕਾਰੀ ਸਕੂਲਾਂ 'ਚ 8ਵੀਂ ਤੱਕ, ਮੈਂ ਨਹੀਂ ਕਹਿੰਦਾ ਫੈਸਲਾ ਗਲਤ ਹੈ, ਫੈਸਲਾ ਵਧੀਆ ਹੈ। ਮੈਂ ਤਾਂ ਪਿਛਲੇ 25 ਸਾਲਾਂ ਦੇ ਵਿੱਚ ਕੀਤੇ ਗਏ ਸਿਆਸਤਦਾਨ, ਇਹ ਸਾਰੇ 200 ਬੰਦੇ ਉਹੀ ਨੇ ਜਿਹੜੇ ਕਰਤਾਰਪੁਰ ਸਾਹਿਬ ਜਾਣੇ 1-2 ਦਿਨਾਂ ਦੇ ਵਿੱਚ, ਵਾਰੀ-ਵਾਰੀ ਜਾਣ ਜਾਂ ਇਕੱਠੇ ਜਾਣ। ਇਹ ਉਹੀ ਬੰਦੇ ਨੇ ਜਿਹੜੇ ਦਾਅਵੇ ਕਰਦੇ ਸੀ ਜੇ ਅਸੀਂ ਰੁਜ਼ਗਾਰ ਵੀ ਦਿੱਤਾ, ਜੇ ਜੀਵਨ ਪੱਧਰ ਵੀ ਉੱਚਾ ਚੁੱਕਿਆ, ਜੇ ਇੰਡਸਟਰੀ ਬਹੁਤ ਆਈ, ਜੇ ਇਨਵੈਸਟਮੈਂਟ ਬਹੁਤ ਹੋਈ, ਜੇ ਅਸੀਂ ਲੋਕਾਂ ਨੂੰ ਹਾਣ ਦੇ ਬਣਾਤਾ, ਕੰਮਕਾਰ ਦੇ ਦਿੱਤੇ, ਉਹਨਾਂ ਨੂੰ ਪੈਸਾ ਟਕਾ ਵੀ ਦੇ ਦਿੱਤਾ, ਫਿਰ ਵਰਦੀ ਦੇਣ ਦੀ ਕਿਉਂ ਲੋੜ ਪੈਂਦੀ ਹੈ? ਇਹ ਥੋੜਾ ਜਿਹਾ ਪੈਰਾਂ ਥੱਲੇ ਕੋਈ ਨਾ ਕੋਈ ਝਰੀਟ ਕੇ ਦੇਖਣ ਦੀ ਲੋੜ ਹੈ। ਦੇਖੋ ਗੱਲ ਪਤਾ ਕੀ ਹੈ WhatsApp, ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਤਰੱਕੀ ਨਹੀਂ ਹੋਈ, ਤੁਸੀਂ ਜੇ ਉਹਨਾਂ ਨੂੰ ਬੰਦਿਆਂ ਨੂੰ ਜਾ ਕੇ ਮਿਲੋ, ਤੁਹਾਨੂੰ ਬੰਦੇ ਮਿਲਾ ਦੇਣਗੇ ਵੀ ਤਰੱਕੀ ਹੋਈ ਕਿ ਨਹੀਂ ਹੋਈ। ਫਿਰ ਤੁਸੀਂ ਆਪ ਦੇਖੋਗੇ ਵੀ ਜਿਹੜਾ ਬੰਦਾ ਸਕੂਟਰ ਤੇ ਹੁੰਦਾ ਸੀ, ਅੱਜ ਦੀ ਡੇਟ ਦੇ 2-3 ਫਾਰਚੂਨਰਾਂ ਤੇ ਉਤੋਂ ਵੀ ਵੱਡੀਆਂ ਗੱਡੀਆਂ ਲਈ ਫਿਰਦਾ, ਕੋਠੇ ਜਿਹਦੇ ਬਾਲੇ ਨਹੀਂ ਨਾ ਬਦਲੇ ਜਾਂਦੇ, ਕੋਠੀਆਂ 2-2 3-3 ਮੰਜ਼ਲੀਆਂ ਪੈ ਗਈਆਂ ਨੇ। ਉਹ ਕਹਿੰਦੇ ਵੀ ਤੁਸੀਂ ਇਹ ਡਿਸਾਈਡ ਕਰਨਾ ਵੀ ਬੰਦੇ ਕਿਹੜੇ ਨੇ ਤਰੱਕੀ ਕਰਾਉਣੀ ਆਪਣੀ, ਜਿਨ੍ਹਾਂ ਨੇ ਕਰਾਉਣੀ ਸੀ ਅਗਲੇ ਨਾਲ ਜੁੜੇ ਨੇ, ਭਾਵੇਂ ਜਿਹੜੀ ਮਰਜ਼ੀ ਧਿਰ ਨਾਲ ਕੋਈ ਜੁੜਿਆ ਹੋਵੇ, ਅਗਲਿਆਂ ਦੀ ਹੋਈ ਹੈ ਤਰੱਕੀ। ਹੁਣ ਸਾਰੇ ਪੰਜਾਬ ਦਾ ਥੋੜਾ ਠੇਕਾ ਲਿਆ ਯਾਰ, ਸਵਾਲ ਹੈ। ਹੁਣ ਦੇਖੋ, ਮੈਂ ਦੱਸਿਆ ਤੁਸੀਂ ਉਧਰੋਂ ਦੇਖਦੇ, ਮੈਂ ਇਧਰੋਂ ਦੇਖਦਾ ਵੀ ਨਹੀਂ ਗਿਆ। ਹੁਣ ਤੁਸੀਂ ਇਹ ਕਹਿੰਦੇ ਆ ਵੀ ਯਾਰ ਆ ਜਿਹੜੇ ਬਾਕੀ ਦੇ ਨਿਆਣੇ ਸੀ ਉਹਨਾਂ ਨੂੰ ਵਰਦੀਆਂ, ਇਹ ਤਾਂ ਤੁਸੀਂ ਇਹ ਦੇਖੋ ਵੀ ਜਦੋਂ ਸਾਰਾ ਕੁਝ ਭਰ ਗਿਆ, ਉਹ ਕਹਿੰਦੇ ਯਾਰ ਹੁਣ ਕਰੀਏ ਕੀ?
ਕਹਿੰਦਾ ਯਾਰਾ ਨਿਆਣਾ ਪਰਾਂ ਦਵਾ ਕਰ ਫਲਾਣਾ ਹੈ, ਦੇ ਇਹਨਾਂ ਨੂੰ ਵਰਦੀ। ਉੱਦਾਂ ਦਿੱਤੀ ਹੈ ਵਰਦੀ, ਤੁਹਾਨੂੰ ਤੇ ਇਤਰਾਜ਼ ਹੈ? ਨਹੀਂ, ਮੈਨੂੰ ਇਤਰਾਜ਼ ਕੋਈ ਨਹੀਂ। ਮੈਂ ਤਾਂ ਕਹਿੰਦਾ 2-2 ਦਿਓ ਯਾਰ, 600 ਦੀ ਵਰਦੀ ਥੋੜੀ ਆਉਂਦੀ ਹੈ। ਮੈਂ ਤਾਂ ਕਹਿੰਦਾ 1200 ਦੀ ਦਿਓ ਜਿਹੜੀ ਪਾਟੇ ਨਾ ਵਰਦੀ, ਕੋਟੀ ਉਹ ਦਿਓ ਜਿਹੜੀ ਠੰਡ ਰੋਕੇ। ਜਿਹੜੇ ਵੈਸੇ ਮੈਂ ਗੱਲ ਕਰਦਾ 600-800 ਰੁਪਈਏ ਦੇ ਵਿੱਚ ਤੁਸੀਂ ਇਹ ਦੇਖੋ ਸੰਧਾਲੀਆ ਸਾਹਿਬ, ਮੈਂ ਬੇਨਤੀ ਕਰਦਾ, ਬੂਟ, 2 ਜੋੜੇ ਜਰਾਬਾਂ ਦੇ, ਪੈਂਟ, ਕਮੀਜ਼, ਟੋਪੀ, ਕੋਟੀ, 6 ਚੀਜ਼ਾਂ। ਮੈਂ ਇੱਕ ਗੱਲ ਦਾਅਵੇ ਨਾਲ ਕਹਿ ਦਿੰਦਾ ਕਿ ਜਿਹੜੀ ਠੰਡ ਰੋਕਣ ਵਾਲੀ ਕੋਟੀ ਆ ਨਾ, ਉਹ 250-300 ਰੁਪਈਏ ਤੋਂ ਥੱਲੇ ਨਹੀਂ ਆਉਂਦੀ। ਮੈਂ ਸਧਾਰਨ ਕੁਆਲਿਟੀ ਦੀ ਗੱਲ ਕਰਦਾ, ਜਿਹੜੀ ਬਹੁਤ ਸਧਾਰਨ 250-300 ਦੀ ਕੋਟੀ ਆਉਂਦੀ ਹੈ ਕੱਲੀ, ਉਹ ਸਾਈਜ਼ ਦੇ ਹਿਸਾਬ ਨਾਲ ਉੱਪਰ ਥੱਲੇ ਕਰ ਲੈਣ। ਕਿਹੜੀ ਪੈਂਟ ਆ ਵੀ ਜਿਹੜੀ 120 ਜਾਂ 150 ਰੁਪਏ, ਮੈਂ ਜਾਣੀ ਮਾੜਾ ਕੱਪੜਾ, ਜਿਹੜਾ ਕਮਜ਼ੋਰ ਕੱਪੜਾ ਉਹਦੀ ਗੱਲ ਕਰਦਾ, ਜਿਹੜੀ 150 ਤੋਂ ਘੱਟ ਪੈਂਟ ਆਜੂ। ਕਿਹੜਾ ਝੱਗਾ ਜਿਹੜਾ 125 ਤੋਂ ਥੱਲੇ ਆਜੂ। ਕਿਹੜੇ ਬੂਟ ਆ, ਠੀਕ, ਨਿਆਣੇ ਨੇ ਠੁੱਡ ਵੀ ਮਾਰਨਾ, ਨਿਆਣੇ ਨੇ ਇਹ ਨਹੀਂ ਕਿ ਨਿਆਣੇ ਚਾਕੇ ਥੋੜੀ ਲਿਜਾਣੇ ਬੂਟ। ਕਿਹੜਾ 250-300 ਤੋਂ ਘੱਟ ਦਾ ਬੂਟ ਆਉਂਦਾ? ਜਾਣੀ ਮੈਨੂੰ ਨਹੀਂ ਪਤਾ ਕਿ ਉਹ ਕੈਲਕੂਲੇਟਰ ਕਿਹੜਾ, ਮੈਨੂੰ ਨਹੀਂ ਪਤਾ ਉਹ ਫੀਤਾ ਕਿਹੜਾ ਹੈ, ਮੈਨੂੰ ਨਹੀਂ ਪਤਾ ਉਹ ਕਿਹੜਾ ਫਾਰਮੂਲਾ ਜਿਹਦੇ ਤਹਿਤ ਸਾਡੀ ਕੇਂਦਰ ਦੀ ਸਰਕਾਰ ਵੀ ਰੁਪਈਏ ਪਾਉਂਦੀ ਹੈ, ਸਾਡੀ ਸੂਬੇ ਦੀ ਸਰਕਾਰ ਵੀ ਰੁਪਈਏ ਪਾਉਂਦੀ ਹੈ। ਤਾਂ 5000 ਰੁਪਈਏ ਦਾ ਤਾਂ ਜੋੜਾ ਸੁੱਖ ਨਾ। ਕੇਜਰੀਵਾਲ ਸਾਹਿਬ ਦੀ ਗੱਲ ਕੀਤੀ, ਇੱਥੇ 600-700 ਚ ਕਹਿੰਦੇ ਆ। ਤੁਸੀਂ ਨਾ ਥੋੜਾ ਜਿਹਾ ਦਿਲ ਫੜ ਲਓ, ਜਿਹੜੀ ਗੱਲ ਹੁਣ ਮੈਂ ਕਰਨ ਲੱਗਾ ਨਾ, ਉਸ ਤੋਂ ਬਾਅਦ ਤੁਹਾਨੂੰ ਹਾਰਟ ਫੇਲ ਵੀ ਹੋ ਸਕਦਾ। ਅੱਛਾ। ਕਿਉਂਕਿ 600 ਰੁਪਏ ਤੁਸੀਂ ਕਿਹਾ ਵੀ ਵਰਦੀ ਕਿਹੜੀ ਆਉਂਦੀ। ਤੁਸੀਂ ਇਹ ਦੇਖੋ ਵੀ ਉਹ ਬੰਦੇ ਵੀ ਨੇ ਜਿਨ੍ਹਾਂ ਨੇ 600 ਦੀ ਵਰਦੀ ਦੇ ਕੇ ਵੀ ਵਿੱਚੋਂ ਕਮਾਉਣੇ ਆ ਜੀ। ਠੀਕ ਹੈ ਜੀ, ਆਇਆ ਹੋਗਾ ਜਾਂ ਕਿ ਨਹੀਂ। ਹੁਣ ਇਹ ਹੈ ਇਸ ਵਕਤ ਦੇ ਹਿਸਾਬ ਤਾਂ ਤੇ ਹੁਣ ਜਿਹੜੇ ਇਸ ਲੈਵਲ ਤੱਕ ਦਾ ਹੈ ਤਿੱਖਾ ਤੀਰ ਚਲਾਉਣ ਦੇ ਮਤਲਬ ਵਿੱਚ ਕਾਮਯਾਬ ਨੇ, ਤੁਸੀਂ ਉੱਥੋਂ ਅੰਦਾਜ਼ਾ ਲਾਓ ਵੀ ਪਾਲਿਸੀਆਂ ਕਿੱਥੇ ਕਿੱਥੇ ਜਾਂਦੀਆਂ ਹੋਣਗੀਆਂ। ਤੁਸੀਂ ਤਾਂ ਉਰੇ ਤੁਰੇ ਫਿਰਦੇ ਆ, ਉਰੇ ਹੀ ਜਿੱਦਾਂ ਅੱਜ ਤੁਹਾਨੂੰ ਖੜਿਆ ਕਿ ਉੱਥੇ ਪਾਣੀ ਦੇ ਜਮਾ ਕੰਢੇ ਦੇ ਵੀ ਇੱਥੇ ਪੋਲਾ ਹੀ ਥੋੜਾ ਥੋੜਾ ਗਾਹ ਡੂੰਘਾ ਉਹ ਇਹ ਡੂੰਘੇ ਪਾਣੀਆਂ ਦੇ ਤਾਰੂ ਨੇ ਬੰਦੇ। ਨਹੀਂ ਠੀਕ ਹੈ ਸੰਧਾਲੀਆ ਸਾਹਿਬ, ਬਾਕੀ 5000 ਹੋਮਗਾਰਡ ਦਾ ਜਵਾਨ ਭਰਤੀ ਕਰਨਾ ਹੈ, ਵਧੀਆ। ਤੇ ਨਾਲ ਦੀ ਨਾਲ ਇੱਕ ਫੈਸਲਾ ਹੋਰ ਕਰ ਲਿਆ, ਕਹਿੰਦੇ ਜੀ 24 ਘੰਟੇ ਦੇ ਅੰਦਰ ਅੰਦਰ ਨਵੀਂ ਏਜੀ ਸਾਹਿਬ, ਐਡਵੋਕੇਟ ਜਨਰਲ ਸਾਹਿਬ, ਉਹਨਾਂ ਦੀ ਨਿਯੁਕਤੀ ਹੋ ਜਾਣੀ ਆ। ਸਾਰੇ ਅਧਿਕਾਰ ਚੰਨੀ ਸਾਹਿਬ ਨੂੰ ਦੇ ਦਿੱਤੇ, ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ। ਇਹਦੇ ਨਾਲ ਇੱਕ ਫੈਸਲਾ 1101 ਬੰਦੇ ਸਿਹਤ ਵਿਭਾਗ ਦੇ ਵਿੱਚ ਭਰਤੀ ਕਰਨੇ ਆ, ਪੱਕੇ ਕਰਨੇ ਆ। ਉਹ ਵੀ ਫੈਸਲਾ ਕਰ ਲਿਆ ਗਿਆ ਕਿ ਭਾਈ ਆਪਾਂ ਉਧਰਲੇ ਪਾਸੇ ਨੂੰ ਚੱਲਦੇ ਹਾਂ। ਸਿੱਧੂ ਸਾਹਿਬ ਪਿਛਲੇ ਦਿਨੀ ਜਾ ਕੇ ਮਿਲ ਗਿਲ ਕੇ ਵੀ ਆਏ ਆ ਕਿ ਭਾਈ ਕੋਈ ਗੱਲ ਨਹੀਂ, ਤੁਹਾਡੀਆਂ ਮੰਗਾਂ ਅਸੀਂ ਉੱਪਰ ਤੱਕ ਜਿਹੜੀਆਂ ਅੱਪੜਦੀਆਂ ਜ਼ਰੂਰ ਕਰਾਂਗੇ। ਇੱਕ ਕਮੇਟੀ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੀ ਅਗਵਾਈ 'ਚ ਹੋਰ ਬਣੀ ਹੈ। ਉਹ ਕਹਿੰਦੇ ਹੋਣੇ ਕਿ ਕੋਈ ਗੱਲ ਨਹੀਂ, ਖਜ਼ਾਨੇ ਦੀ ਕਿਹੜਾ ਰਾਖੀ ਕਰਨ ਦੀ ਲੋੜ ਹੈ, ਕਿਉਂਕਿ ਕੋਈ ਲੈ ਕੇ ਤਾਂ ਉਹ ਚਾਹੂ ਜੇ ਕੁਛ ਆਊ। ਤੁਸੀਂ ਐਂ ਕਰੋ, ਕਮੇਟੀ ਦੇ ਦੇ ਹੈੱਡ ਬਣੋ ਤੁਸੀਂ। ਕਮੇਟੀ ਕਿਤੇ ਨਹੀਂ ਬਣਾ ਦੇ ਵੀ ਜਵਾਨੋਂ ਬੰਦੇ ਚੰਗੇ ਨਰੋਏ ਫੜ ਕੇ ਨਾ ਖਜ਼ਾਨੇ 'ਚ ਝਾੜੂ ਲਾਉਣਾ ਹੀ ਵੀ ਕਿਤੇ ਕੋਈ ਠਿਆਨੀ ਚਵਾਨੀ ਕੋਈ ਇੱਧਰ ਉੱਧਰ ਨੌਕਰੀਆਂ ਲੱਗੀਆਂ ਲੈ ਜੀ। ਹਾਂ ਨਹੀਂ ਬੰਦੇ, ਤੁਸੀਂ ਜਦੋਂ ਮੈਂ ਕਿਹਾ ਖਜ਼ਾਨੇ ਪੈ ਹੈਗੇ, ਤੁਸੀਂ ਜੇ ਨਾ ਵੀ ਦੇਣ ਤਾਂ ਵੀ ਕਹਿਣਾ ਹੈਗੇ ਜੀ, ਕੋਈ ਗੱਲ ਨਹੀਂ। ਅਗਲਾ ਕਹੇ ਜੀ ਕਿੱਦਾਂ, ਬਹੁਤ ਪੈਸੇ ਜੀ। ਉਹਦੇ ਬੰਦੇ ਕਿੰਨੇ, ਕਹਿੰਦਾ 5000, ਆਪਾਂ 6 ਜਣੇ। ਉਹ ਤੇ ਮਾਰਾ ਇੱਕ ਤੇ ਭਾਨ ਦੇ ਥੱਲੇ ਆ ਗਿਆ, ਕੱਢਣ ਲੱਗਿਆ ਜੀ ਉਹਨੂੰ। ਇਹ ਵੀ ਹੋ ਸਕਦਾ ਜੇ ਉਹ ਕਹਿਣ ਜੀ ਇਹਦੇ ਵਿੱਚੋਂ ਲਿਆਓ ਲੱਖ ਰੁਪਇਆ, ਉਹ ਕਹਿੰਦੇ ਨਹੀਂ ਦੇ ਸਕਦੇ, ਕਿਉਂ, ਟੁੱਟੇ ਹੈ ਨਹੀਂਗੇ ਹਨਾ, ਇੰਨੇ ਪੈਸੇ ਨਹੀਂ, ਕਰੋੜ ਦਾ ਨੋਟ। ਅੱਛਾ, ਕਿਹੜੀ ਕਮੇਟੀ ਜੀ ਦੱਸੋ? ਕਮੇਟੀ ਬਣੀ ਹੈ ਕਿ ਜਿਹੜੇ ਹਰਿਆਣੇ ਵਾਂਗੂ ਪੰਜਾਬ ਦੇ ਮੁੰਡਿਆਂ ਨੂੰ ਹੀ 75-80% ਰਿਜ਼ਰਵੇਸ਼ਨ ਦੇਣੀ ਹੈ, ਪੰਜਾਬ ਦੀਆਂ ਕੁੜੀਆਂ ਨੂੰ, ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਨੂੰ। ਤੇ ਉਹ ਵੀ ਕਹਿੰਦੇ ਇੱਕ ਦਿਨ 'ਚ ਫੈਸਲਾ ਨਹੀਂ। ਮਨਪ੍ਰੀਤ ਸਿੰਘ ਬਾਦਲ ਸਾਹਿਬ ਲੀਡ ਕਰਨਗੇ, ਕਮੇਟੀ ਬਣ ਗਈ ਹੈ। ਉਹ ਫਿਰ ਸਿਫਾਰਿਸ਼ਾਂ ਦੇਣਗੇ ਕਿ ਸਰਕਾਰੀ ਤੇ ਗੈਰ ਸਰਕਾਰੀ ਜਿੰਨੀਆਂ ਵੀ ਨੌਕਰੀਆਂ ਪੰਜਾਬ 'ਚ ਹੈ, ਉਹ ਵਧੀਆ ਤਰੀਕੇ ਨਾਲ 75-80% ਪੰਜਾਬੀਆਂ ਨੂੰ ਦੇਣੀਆਂ। ਫੈਸਲਾ ਹੋ ਜਾਏ ਚੰਗਾ। ਤੇ ਨਾਲ ਦੀ ਨਾਲ ਇੱਕ ਗੱਲ ਹੋਰ ਹੈ ਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਇਹ ਦੇਖਿਆ ਸੀ ਕਿ ਜਿਹੜੇ ਵੀ ਸੂਬੇ ਦੇ ਵਿੱਚ ਰੌਲਾ ਰੱਪਾ ਪੈਂਦਾ ਸੀ, ਉੱਥੇ ਕੇਂਦਰ ਦੀਆਂ ਏਜੰਸੀਆਂ ਬੜੀਆਂ ਸਰਗਰਮ ਹੁੰਦੀਆਂ ਸੀ। ਬੰਗਾਲ 'ਚ ਆਪਾਂ ਦੇਖਿਆ, ਮਹਾਰਾਸ਼ਟਰ 'ਚ ਦੇਖਿਆ। ਹੁਣ ਉੱਪਰੋਂ ਥਲੀ 2 ਕੇਸ ਹੋਏ ਆ ਪੰਜਾਬ ਦੇ ਵਿੱਚ। ਇੱਕ ਤਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਉੱਤੇ ਈਡੀ ਵਾਲਿਆਂ ਨੇ ਸ਼ਿਕੰਜਾ ਕੱਸਿਆ, ਉਹ ਇਸ ਲਈ ਰਿਮਾਂਡ ਤੇ ਨੇ। ਧੱਫੜਾਂ ਦੀ ਗੱਲ, ਦਵਾਈ ਨਾ ਦੇਣ ਦੀ ਗੱਲ, ਕੜਾ ਉਤਾਰਨ ਨੂੰ ਕਹਿਣ ਦੀ ਗੱਲ, ਭੁੱਖ ਹੜਤਾਲ ਦੀ ਗੱਲ, ਕਿੰਨਾ ਕੁਛ ਚੱਲਿਆ। ਹੁਣ ਅਚਾਨਕ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਾਹਿਬ, ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਬਹੁਤ ਨਜ਼ਦੀਕੀ ਨੇ ਇੱਕ ਐਮਐਲਏ ਮਨਪ੍ਰੀਤ ਸਿੰਘ ਯਾਲੀ, ਉਹਨਾਂ ਦੇ 6 ਥਾਵਾਂ ਦੇ ਉੱਤੇ ਛਾਪੇ ਮਾਰੇ ਇਨਕਮ ਟੈਕਸ ਡਿਪਾਰਟਮੈਂਟ ਨੇ। 60-65 ਬੰਦੇ ਸਪੈਸ਼ਲ ਦਿੱਲੀੋਂ ਆਏ। ਨਾਲ ਦੀ ਨਾਲ ਇੱਕ ਪੂਰੀ ਦੀ ਪੂਰੀ ਯੂਨਿਟ ਜਿਹੜੀ ਹੈ ਉਹ ਕੇਂਦਰੀ ਫੋਰਸ ਦੀ ਆਈ, 100 ਬੰਦਾ ਉਹ ਆਇਆ। ਇੱਕੋ ਸਮੇਂ 6 ਥਾਵਾਂ ਤੇ ਛਾਪੇ, ਲਗਾਤਾਰ ਚੱਲੀ ਜਾਂਦਾ ਸੀ ਕੰਮ ਤਲਾਸ਼ੀ ਦਾ। ਦੇਖੋ 2012 'ਚ ਉਹ ਐਮਐਲਏ ਚੁਣੇ ਗਏ ਸੀ ਮਨਪ੍ਰੀਤ ਸਿੰਘ ਯਾਲੀ ਦਾਖੇ ਤੋਂ, 17 'ਚ ਫੂਲਕਾ ਸਾਹਿਬ ਤੋਂ ਹਾਰ ਗਏ। ਫਿਰ ਬਾਅਦ ਵਿੱਚ ਫੂਲਕਾ ਸਾਹਿਬ ਅਸਤੀਫਾ ਦੇ ਗਏ ਤੇ ਉਸੇ ਦਾਖੇ ਤੋਂ ਉਹ ਫਿਰ ਜਿੱਤ ਗਏ। ਹੁਣ ਦੂਜੀ ਵਾਰ ਦੇ ਐਮਐਲਏ ਨੇ ਤੇ ਉਹ ਕਹਿੰਦੇ ਜੀ ਇੱਕ ਵਾਰੀ ਪਹਿਲਾਂ ਵੀ ਇਦਾਂ ਹੀ ਛਾਪਾ ਮਾਰਿਆ ਸੀ, ਰੀਅਲ ਸਟੇਟ ਦਾ ਕੰਮ ਕਰਦੇ ਆ, ਚੰਗਾ ਕਰਦੇ ਆ, ਇਮਾਨਦਾਰੀ ਦੇ ਨਾਲ ਕਰਦੇ ਆ, ਉਦੋਂ ਵੀ ਆਈਟੀ ਡਿਪਾਰਟਮੈਂਟ ਵਾਲਿਆਂ ਨੂੰ ਕੁਝ ਨਹੀਂ ਸੀ ਲੱਭਾ। ਪਰ ਅਚਾਨਕ ਜਿਸ ਤਰੀਕੇ ਛਾਪਾ ਮਾਰਿਆ
ਤੇ ਸੁਰੱਖਿਆ ਵਾਲੇ ਬੰਦੇ ਵੀ ਪਿੱਛੋਂ ਲੈ ਕੇ ਆਏ ਆ ਤੇ ਅੰਦਰ ਵੀ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸੀ, ਬਾਹਰ ਵੀ ਕਿਸੇ ਨੂੰ ਨਿਕਲਣ ਦਿੱਤਾ ਜਾ ਰਿਹਾ ਸੀ। ਕਈ ਲੋਕ ਸੋਚਦੇ ਆ ਕਿ ਭਾਈ ਕਿਤੇ ਗੇਮਾਂ ਗੂਮਾਂ ਜਿਹੀਆਂ ਸ਼ੁਰੂ ਤਾਂ ਨਹੀਂ ਹੋ ਗਈਆਂ। ਇਹ ਦੇਖੋ ਤੇ ਹੈ ਹੀ ਹੈ ਬਾਟ ਸਾਹਿਬ, ਕਮਾਲ ਕਰਦੇ ਹੋ ਤੁਸੀਂ। ਕੁਛ ਨਾ ਕੁਛ ਤੇ ਹੋਊਗਾ ਹੀ ਨਾ। ਹੁਣ ਮੈਂ ਇਹ ਦੇਖੋ, ਮੇਰਾ ਖਿਆਲ ਆਪਾਂ ਲਗਭਗ ਹਰੇਕ ਪ੍ਰੋਗਰਾਮ 'ਚ ਕਹਿੰਦੇ ਨੇ ਤੇ ਇੱਕ ਅੱਧਾ ਛੱਡ ਕੇ ਕਹਿੰਦੇ ਵੀ ਜੇ ਇਸ ਵਕਤ ਐਬਸੋਲਿਊਟ ਪਾਵਰ ਕਿਸੇ ਪਾਰਟੀ ਕੋਲ ਹੈਗੀ ਹੈ ਤੇ ਉਹ ਬੀਜੇਪੀ। ਇੱਥੇ ਲੱਖ ਪੰਜਾਬ 'ਚ ਬੰਦੇ ਆਖੀ ਜਾਣ ਉਹ ਇਹ ਤਾਂ ਹੈ ਨਹੀਂ ਜੀ, ਇਹ ਤਾਂ ਜੀ ਇਹ ਨਹੀਂ। ਉਹ ਤਾਂ ਅਗਲੇ ਦੀ ਭਰਾਮਾਨਸੀ ਹੈ ਵੀ ਅਗਲੇ ਕਹਿੰਦੇ ਵੀ ਚੱਲ ਕੋਈ ਨਹੀਂ ਖੇਡ ਲਓ ਯਾਰ ਜੀ, ਉਹ ਚੱਲ ਕੋਈ ਨਹੀਂ ਕਰ ਲਓ ਯਾਰ। ਅੱਛਾ ਕਿਹੜਾ ਬਣਾਉਣਾ ਮੁੱਖ ਮੰਤਰੀ? ਉਹ ਇਹ ਬਣਾ ਲਓ, ਕੋਈ ਗੱਲ ਨਹੀਂ। ਕਿਉਂਕਿ ਜਿਸ ਹਿਸਾਬ ਨਾਲ ਰਾਜਪਾਲ ਪਿਛਲੇ ਸਮੇਂ 'ਚ ਬਦਲਿਆ ਸੀ ਤੇ ਆਪਾਂ ਕਿੰਨੀ ਵਾਰ ਕਿਹਾ ਵੀ ਉਹ ਡਰਾਵਰ ਜਦੋਂ ਐਂ ਕਰਕੇ ਖੋਲਿਆ ਉਹਨਾਂ ਕਹਿਣਾ ਵੀ ਜਿਹੜਾ ਥੱਬਾ ਚਿੱਠੀਆਂ ਦਾ ਪਿਆ ਫਟਾਫਟ ਦਿੱਲੀ ਲੈ ਕੇ ਆ ਜਾਓ ਤੇ ਸ਼ਾਮ ਤੱਕ ਆਪਾਂ ਕਹਾਣੀ ਪਾ ਦੇਣੀ। ਉਹ ਹੁਣ ਪਤਾ ਨਹੀਂ ਕਿਉਂ ਡਿਲੇ ਕੀਤੀ, ਕਿਉਂ ਨਹੀਂ ਡਿਲੇ ਕੀਤੀ, ਇਹ ਤਾਂ ਹੁਣ ਸਮਾਂ ਦੱਸੂਗਾ। ਪਰ ਜਿਹੜੀ ਚੀਜ਼ ਆਹ ਹੋ ਰਹੀ ਹੈ, ਵਾਪਰ ਰਹੀ, ਇਹਦੇ ਬਾਰੇ ਦੇਖੋ, ਜਿਹਦੇ ਨਾਲ ਇਹ ਸਾਰਾ ਕੁਝ ਵਾਪਰਦਾ ਅਗਲਾ ਤੇ ਕਹੂਗਾ ਭਾਈ ਸਾਹਿਬ ਵੀ ਰਾਜਨੀਤਿਕ ਬਦਲਾਖੋਰੀ ਹੈ। ਪਰ ਜੇ ਕੱਲ ਨੂੰ ਅਗਲਿਆਂ ਨੇ ਕੁਝ ਵੀ ABC ਕੱਢ ਲਿਆ, ਸਾਹਮਣੇ ਲੈ ਆਂਦਾ, ਤੇ ਫਿਰ ਕਾਂਗਰਸ ਲਾ ਲਈਏ ਜਾਂ ਆਪਾਂ ਆਮ ਆਦਮੀ ਪਾਰਟੀ ਲਾ ਲਈ, ਕਿਉਂਕਿ ਇੱਕ ਬੰਦਾ ਤੇ ਦੋਵਾਂ ਪਾਰਟੀਆਂ 'ਚ ਰਿਹਾ, ਤੇ ਦੂਸਰੇ ਅਕਾਲੀ ਦਲ ਵਾਲੇ ਲੀਡਰਾਂ ਦੀ ਗੱਲ ਕਰ ਲਈਏ, ਫਿਰ ਇਹ ਜਵਾਬ ਕੀ ਦੇਣਗੇ ਬੀਜੇਪੀ ਨੂੰ? ਹਾਂ ਨਹੀਂ, ਥੋੜਾ ਜਿਹਾ ਔਖਾ ਹੋ ਜਾਊਗਾ। ਦੇਖੋ ਜੇ ਕਿਸੇ ਵੀ ਬੰਦੇ ਨੇ ਮਾੜਾ ਕੰਮ ਕੀਤਾ, ਕੋਈ ਟੈਕਸ ਚੋਰੀ ਕੀਤੀ, ਕੋਈ 2 ਨੰਬਰ ਦਾ ਪੈਸਾ ਲਾਇਆ, ਕੋਈ ਕਾਲਾ ਪੈਸਾ ਚਿੱਟਾ ਕਰਕੇ ਲਾਇਆ, ਕੁਝ ਵੀ ਕੀਤਾ, ਉਹ ਬੰਦੇ ਤੇ ਸ਼ਿਕੰਜਾ ਕੱਸਣਾ ਚਾਹੀਦਾ, ਚਾਹੇ 100 ਲੀਡਰ ਹੱਥ ਆ ਜਾਏ। ਪਰ ਜੇ ਸਿਆਸੀ ਤੌਰ ਦੇ ਉੱਤੇ ਆ ਕੇ ਪ੍ਰੈਸ਼ਰ ਪਾ ਕੇ ਧੌਣ ਜੀ ਮਰੋੜ ਕੇ ਆਪਣੇ ਵਾਲੇ ਪਾਸੇ ਲਿਆਉਣਾ ਜਾਂ ਬਾਕੀਆਂ ਨੂੰ ਸੰਕੇਤ ਦੇਣਾ ਕਿ ਭਾਈ ਕੁਝ ਵੀ ਕਰ ਸਕਦੇ ਆ, ਬੰਦੇ ਬਣੋ, ਉਹ ਗੱਲ ਮਾੜੀ ਹੈ। ਤੇ ਉਸੇ ਲੁਧਿਆਣੇ ਤੋਂ ਮਸਾਂ 40-45 ਮਿੰਟ ਦਾ ਰਾਹ ਜੇ ਵਿੱਚ ਦੀ ਆਈਏ, ਨਵਾਂ ਸ਼ਹਿਰ ਆਉਂਦਾ। ਨਵਾਂ ਸ਼ਹਿਰ ਮਨਪ੍ਰੀਤ ਸਿੰਘ ਏਆਲੀ ਸਾਹਿਬ ਦੇ ਜਿਹੜੇ ਲੀਡਰ ਨੇ, ਸੁਖਬੀਰ ਸਿੰਘ ਬਾਦਲ ਸਾਹਿਬ, ਉਹ ਆਏ ਤੇ ਨਵਾਂ ਸ਼ਹਿਰ ਦੇ ਵਿੱਚ ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਾਣਾ ਸੀ। ਗਏ, ਕਿਤੇ ਗੋਲ ਗੱਪੇ ਖਾਦੇ, ਸੈਲਫੀਆਂ ਦਾ ਕੰਮ ਚੱਲਿਆ, ਬਹੁਤਾ ਕਰਕੇ ਸ਼ਹਿਰ 'ਚ ਰਹਿ ਗਏ, ਪੇਂਡੂ ਇਲਾਕੇ 'ਚ ਵੀ, ਪਰ ਓਨਾ ਨਹੀਂ। ਤੇ ਇੱਕ ਦੋ ਜਗ੍ਹਾ ਦੇ ਉੱਤੇ ਸਵਾਲ ਪੁੱਛਣ ਦੀ ਪ੍ਰਕਿਰਿਆ ਵੀ ਚੱਲੀ। 17-18 ਸਵਾਲ ਇੱਕ ਜਗ੍ਹਾ ਤੇ ਸਪੀਕਰ ਤੇ ਪੁੱਛੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਫਿਰ ਜਵਾਬ ਵੀ ਦਿੱਤੇ। ਕਹਿੰਦੇ ਐ ਨਹੀਂ, ਅੱਜ ਖੇਤੀ ਵਾਲੇ ਮੁੱਦੇ ਤੇ ਗੱਲ ਕਰ ਲਓ ਤਾਂ ਵਧੀਆ, ਤੁਸੀਂ ਹੁਣ ਬਾਕੀ ਪਾਸੇ ਨਾ ਚੱਲੋ। ਉਹ ਬਾਕੀ ਪਾਸੇ ਪੁੱਛਦੇ, ਚਲੋ ਉਹ ਬਾਰ-ਬਾਰ ਕਹਿੰਦੇ ਸੀ ਅਸੀਂ ਸੰਤੁਸ਼ਟ ਨਹੀਂ, ਪਰ ਸੁਖਬੀਰ ਸਿੰਘ ਬਾਦਲ ਹੋਰੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਕਮਾਲ ਦੀ ਗੱਲ, ਇੱਕ ਵੀਡੀਓ ਉਹਨਾਂ ਦੇ ਫੇਸਬੁੱਕ ਪੇਜ ਦੇ ਉੱਤੇ ਅਪਲੋਡ ਹੋਇਆ ਕਿ ਉਹ ਮਜ਼ਦੂਰਾਂ ਦੇ ਨਾਲ ਗੱਲਬਾਤ ਕਰਦੇ, ਰਾਹ ਜਾਂਦੇ ਕਹਿੰਦੇ ਰੁਕ ਗਿਆ ਮਜ਼ਦੂਰ ਪ੍ਰਵਾਸੀ ਭਾਈਚਾਰਾ ਸਾਡਾ, ਉਹਨੂੰ ਪੁੱਛਦੇ ਵੋਟਾਂ ਬਣੀਆਂ? ਕਹਿੰਦੇ ਬਣੀਆਂ ਜੀ। ਕੋਈ ਸਹੂਲਤ ਮਿਲੀ? ਨਹੀਂ ਮਿਲੀ ਜੀ। ਆਹ ਕਾਰਡ ਬਣਿਆ? ਨਹੀਂ ਬਣਿਆ ਜੀ। ਕਹਿੰਦੇ ਕਮਾਲ ਦੀ ਗੱਲ ਹੈ, ਸਰਕਾਰ ਨੇ ਕੁਝ ਵੀ ਨਹੀਂ ਦਿੱਤਾ। ਕਹਿੰਦੇ ਨਹੀਂ ਦਿੱਤਾ। ਕਦੋਂ ਕੁ ਰਹਿੰਦੇ? ਤਾਂ ਕਹਿੰਦੇ 20-25 ਸਾਲ ਹੋ ਗਏ। ਹੁਣ ਮੈਂ ਸੋਚਦਾ ਸੀ ਕਿ 20-25 ਸਾਲਾਂ ਦੇ ਵਿੱਚ 10-15 ਸਰਕਾਰ ਆਪਣੀ ਵੀ ਰਹੀ ਹੈ। ਮੈਂ ਤਾਂ ਇਹ ਸੋਚਦਾ ਵੀ ਉਹ ਵੀਡੀਓ ਤੋਂ ਬਾਅਦ ਜਦੋਂ ਬਾਦਲ ਸਾਹਿਬ ਚੱਲ ਗਏ ਹੋਣੇ ਆ, ਉਹ ਆਪਸ ਸ਼ਾਮ ਨੂੰ ਨਾਲੇ ਤੇ ਵਿਚਾਰੇ ਚੌਲ ਖਾਂਦੇ ਹੋਣੇ ਆ ਤੇ ਨਾਲੇ ਗੱਲ ਕਰਦੇ ਆ, ਅਰੇ ਉਹ ਲਲਨਵਾ वो सरदार मिले थे, कौन थे वो? पता नहीं यार कौन थे, पूछ रहे थे कुछ मिला कि नहीं मिला, होंगे कुछ सरदार जी। नहीं हो सकता वो इधर भी कहन ये वही सरदार जी नहीं है, 5 साल पहले इनका फोटो भी तो बड़ा करके लगा हुआ था पंजाब सरकार। हाँ गए थे हम ना, वो रैली में लेकर गए थे यहाँ पे बाबूजी। हाँ याद आया, ये तो वही थे। अरे ये यहाँ क्यों मिल गए हमें? ਤੁਸੀਂ ਦੇਖੋ ਕਿ ਕਿਆ ਬਾਤ ਸੀ ਕਿ ਉਹ ਪੁੱਛਦੇ ਯਾਰ ਸਰਕਾਰ ਨੇ ਤੁਹਾਨੂੰ ਕੁਝ ਵੀ ਨਹੀਂ ਦਿੱਤਾ। ਨਹੀਂ ਦਿੱਤਾ, ਤੁਸੀਂ ਇੱਥੋਂ ਦੇ ਵਸਨੀਕ ਹੋ। ਹਾਂਜੀ ਹੈਗੀਆਂ ਜੀ, ਵੋਟਾਂ ਬਣੀਆਂ ਹੈਗੀਆਂ ਜੀ। ਕਦੋਂ ਹੋ ਰਹੇ ਨੇ? ਕੋਈ 20-25 ਸਾਲ ਹੋ ਗਏ। ਉਹ ਗੇਮ ਇਹ ਹੈ ਨਾ, ਦੇਖੋ ਕਾਰਨ ਇਹ ਆ ਵੀ ਬਾਦਲ ਸਾਹਿਬ ਹੁਣ ਮੇਰੇ ਖਿਆਲ ਆ ਪਹਿਲੀ ਇਲੈਕਸ਼ਨ ਹੀ ਵੇਖੀ ਹੈ ਜਿਹਦੇ 'ਚ ਉਹਨਾਂ ਨੇ ਇਹ ਵਾਲਾ ਢੰਗ ਤਰੀਕਾ ਅਪਣਾਇਆ। ਇਹਦੋਂ ਪਹਿਲਾਂ ਵੀ ਉਹ ਥੋੜਾ ਕਰਦੇ ਰਹੇ, ਪਰ ਉਦੋਂ ਇਹ ਸੀ ਵੀ ਕੋਈ ਹੋਟਲ ਬੁਕਿੰਗ ਹੋ ਗਈ, ਪੈਲੇਸ ਹੋ ਗਿਆ, ਉਹਦੇ 'ਚ ਟੇਬਲ ਦੇ ਉੱਪਰ ਬਹਿ ਕੇ ਸੈਲਫੀਆਂ ਹੁੰਦੀਆਂ ਖਾਸ ਬੰਦਿਆਂ ਨਾਲ। ਪਰ ਜਿਸ ਹਿਸਾਬ ਨਾਲ ਹੁਣ ਆਮ ਲੋਕਾਂ ਨਾਲ ਸੈਲਫੀਆਂ, ਉਹ ਵੀ ਫੋਨ ਫੜ ਕੇ ਕਹਿੰਦੇ ਵੀ ਲਿਆਓ ਕੋਈ ਗੱਲ ਨਹੀਂ ਭੈਣ ਜੀ ਮੈਂ ਖੇਡਦਾ ਫੋਟੋ ਖਿੱਚਦੇ ਆ ਗਏ ਸਾਰੇ ਵਿੱਚ। ਹੁਣ ਇਹ ਜਿਹੜਾ ਨਵਾਂ ਤਰੀਕਾ ਅਪਣਾਇਆ, ਇਹਦੇ 'ਚ ਦੇਖੋ ਇਹ ਚੀਜ਼ਾਂ ਤੇ ਨਵੀਆਂ ਐਤਕੀ ਸਿੱਖਣਗੇ। ਹੋ ਸਕਦਾ ਵੀ ਅਗਲੀਆਂ ਇਲੈਕਸ਼ਨਾਂ ਤੱਕ ਉਹਨਾਂ ਨੂੰ ਕਲੀਅਰ ਹੋ ਜਾਏ ਵੀ ਮੈਨੂੰ ਇੱਕ ਹੁਣ ਬੰਦਾ ਤਾੜ ਲੈਣ ਦਾ ਕਰੋ, ਵੀ ਪੁੱਛਣਾ ਕਿ ਇਹਨੂੰ ਐਵੇਂ ਨਾ ਪੁੱਛ ਲਓ ਕਿ ਇਹਨੂੰ ਮੁੜ ਕੇ ਅਗਲਾ ਕੁਝ ਹੋਰ ਹੀ ਕਹਿ ਦਿੰਦਾ ਹੈ ਨਾ। ਨਹੀਂ ਇਹ ਗੱਲ ਤੁਹਾਡੀ ਠੀਕ ਹੈ। ਪੀਚਾ ਪੈਣ ਲੱਗੇ ਨਾ ਸੰਧਾਲੀਆ ਸਭ ਪਤਾ ਨਹੀਂ ਲੱਗਦਾ, ਬੰਦਾ ਤਾਂ ਚੰਗੇ ਨੂੰ ਹੀ ਕਰਦਾ ਹਰ ਇੱਕ ਕੰਮ। ਹੁਣ ਤੁਸੀਂ ਦੇਖੋ ਚੰਦੂ ਮਾਜਰਾ ਸਾਹਿਬ ਵੱਡੀ ਸ਼ਖਸੀਅਤ ਨੇ, MP ਰਹੇ, MLA ਰਹੇ, ਮੰਤਰੀ, ਬਹੁਤ ਸਾਰੀਆਂ ਸ਼ਖਸੀਅਤਾਂ। ਕਿੰਨੇ ਅਕਾਲੀ ਦਲ ਦੇ ਵਫਦ ਜਾਂਦੇ, ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਜਾਂਦੇ ਆ, ਪੰਜਾਬੀ 'ਚ ਬੋਲਣਾ ਹੋਵੇ, ਹਿੰਦੀ 'ਚ ਬੋਲਣਾ ਹੋਵੇ, ਅਕਾਲੀ ਦਲ ਅੱਗੇ ਕਰਦਾ ਉਹਨਾਂ ਨੂੰ। ਮਤਲਬ ਜਿਹੜੀ ਸੁਮੋ ਅਕਾਲੀ ਦਲ ਨੇ ਪੰਜਾਬੋਂ ਬਾਹਰ ਘੱਲਣੀ ਹੈ, ਉਹਦੇ ਡਰਾਈਵਰ ਚੰਦੂ ਮਾਜਰਾ ਸਾਹਿਬ ਨਾਲ 2 ਸਵਾਰੀਆਂ ਪੱਕੀਆਂ ਨਾਲ ਕਹਿੰਦੇ ਬਹਿ ਜਾਓ ਹੁਣ ਛੇਤੀ ਚੱਲਣਾ ਹੈ, ਲੇਟ ਹੋ ਜਾਣਾ, ਮੂਹਰੇ ਮੌਸਮ ਖਰਾਬ ਹੈ। ਚੰਦੂ ਮਾਜਰਾ ਸਾਹਿਬ ਨੂੰ ਘਨੌਰ ਤੋਂ ਟਿਕਟ ਮਿਲੀ। ਤੁਸੀਂ ਦੇਖਿਓ ਕਿ ਪੇਚਾ ਕਿੰਨੇ ਪਾਸੇ ਫਸ ਜਾਂਦਾ ਕਈ ਵਾਰੀ। ਤੇ ਘਨੌਰ ਤੋਂ ਟਿਕਟ ਮਿਲੀ ਤੇ ਉੱਥੋਂ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਹੋਰਾਂ ਨੇ ਇਕੱਠ ਕਰ ਲਿਆ, ਕਹਿੰਦੇ ਸਾਡਾ ਪਰਿਵਾਰ, ਸਾਡਾ ਭਾਈਚਾਰਾ। ਤੇ ਚੰਦੂ ਮਾਜਰਾ ਸਾਹਿਬ ਕਿੱਥੋਂ ਆ ਕੇ ਇਲੈਕਸ਼ਨ ਲੜ ਲੈਣਗੇ? ਨਾਲ ਉਹਨਾਂ ਦੇ ਅਜੈਬ ਸਿੰਘ ਮੁਖਮੈਲਪੁਰ ਸਾਹਿਬ, ਨਾਲ ਹਰਿੰਦਰਪਾਲ ਸਿੰਘ, ਕਈ ਬੰਦੇ ਸੱਜਣ ਜਿਹੜੇ, ਤੇ ਇਕੱਠ ਬਾਵਾ ਉਹਨਾਂ ਨੇ ਕੀਤਾ। ਕਹਿੰਦੇ ਬਿਲਕੁਲ ਨਹੀਂ ਮੰਨਦੇ, ਗਲਤ ਕੀਤਾ, ਅਕਾਲੀ ਦਲ ਨੇ ਟਿਕਟ ਇੱਕ ਗਲਤ ਬੰਦੇ ਨੂੰ ਉਧਰੋਂ ਦਿੱਤੀ, ਅਸੀਂ ਬਿਲਕੁਲ ਨਹੀਂ ਮੰਨਦੇ, ਬਗਾਵਤ ਹੋ ਗਈ।
ਚੰਦੂਮਾਜਰਾ ਸਾਹਿਬ ਨੇ ਗੁਰਦੁਆਰਾ ਆਮ ਸਾਹਿਬ ਭੋਗ ਰਖਾ ਲਿਆ ਇੱਧਰ ਕਿ ਸ਼ੁਕਰਾਨਾ ਕਰਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀ ਹੈ, ਮਹਾਰਾਜ ਸਹਾਈ ਹੋ ਕੇ ਜਿੱਤ ਪ੍ਰਾਪਤ ਕਰਾਉਣੀ ਹੈ। ਹੁਣ ਉਹਨਾਂ ਨੇ ਤਾਂ ਉੱਥੇ ਭੋਗ ਰਖਾਇਆ ਹੀ, ਉੱਥੇ ਬੀਬੀ ਸੋਨੀਆ ਮਾਨ ਚਲ ਗਏ। ਉਹਨਾਂ ਨੇ ਗੁਰਦੁਆਰਾ ਅੰਬ ਸਾਹਿਬ ਮੱਥਾ ਟੇਕਿਆ, ਜਦੋਂ ਪੱਤਰਕਾਰਾਂ ਦੀ ਨਜ਼ਰ ਪੈ ਗਈ ਉਹ ਬੀਬੀ ਸੋਨੀਆ ਮਾਨ, ਕਿਉਂਕਿ ਉਹਨਾਂ ਦਾ ਚਰਚਾ ਚੱਲਦਾ ਸੀ ਹਿਮਾਲੀਓਂ ਇਲੈਕਸ਼ਨ ਲੜਨੀ ਹੈ ਤੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣਾ ਹੈ। ਹੁਣ ਬੀਬੀ ਸੋਨੀਆ ਮਾਨ ਉਹ ਇੱਥੇ ਚਲ ਗਿਆ, ਉਹਨਾਂ ਨੂੰ ਪੁੱਛਿਆ ਜੀ ਚੰਦੂਮਾਜਰਾ ਸਾਹਿਬ ਕੇ ਪ੍ਰੋਗਰਾਮ 'ਚ ਆਏ ਨਾ, ਕਿਉਂਕਿ ਉਹ ਅਕਾਲੀ ਦਲ ਦੇ ਲੀਡਰ ਨੇ। ਰੌਲਾ ਪੈ ਗਿਆ ਕਿਉਂਕਿ ਪਿਛਲੇ ਦਿਨੀ ਬੜੀ ਚਰਚਾ ਚੱਲੀ ਸੀ ਕਿ ਭਾਈ ਜੇ ਅਕਾਲੀ ਦਲ ਵਿੱਚ ਸ਼ਾਮਿਲ ਹੁੰਦੇ ਹੋ ਤਾਂ ਸਟੇਜਾਂ ਤੋਂ ਆਹ ਕਹਿੰਦੇ ਰਹੇ ਆ। ਹੁਣ ਉਹ ਕਹਿੰਦੇ ਜੀ ਮੈਨੂੰ ਪਤਾ ਹੀ ਨਹੀਂ ਸੀ, ਮੈਂ ਤਾਂ ਸੰਗਰਾਂਦ ਦੇ ਦਿਹਾੜੇ ਤੇ ਇੱਥੇ ਆਈ ਹਾਂ, ਮੈਨੂੰ ਨਹੀਂ ਸੀ ਪਤਾ ਚੰਦੂਮਾਜਰਾ ਸਾਹਿਬ ਦਾ ਇੱਥੇ ਸਮਾਗਮ ਹੈ। ਪਰ ਜਦੋਂ ਮੈਂ ਪੁੱਛਿਆ ਕਿ ਕਿੱਦਾਂ ਜੀ ਰਾਜਨੀਤੀ ਚ ਆਉਣ ਦਾ ਕੀ, ਉਹ ਕਹਿੰਦੇ ਜੀ ਗੱਲ ਬੜੀ ਕਲੀਅਰ ਹੈ, ਜੇ ਲੋਕ ਮੈਨੂੰ ਸੇਵਾ ਬਖਸ਼ਣਗੇ, ਜੇ ਲੋਕ ਮੈਨੂੰ ਕਹਿਣਗੇ ਮੈਂ ਰਾਜਨੀਤੀ ਚ ਆਉਣਾ ਹੈ। ਹੁਣ ਤੁਸੀਂ ਦੇਖੋ ਚੰਦੂਮਾਜਰਾ ਸਾਹਿਬ ਦੀ ਟਿਕਟ ਸੀ, ਉਧਰ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਹੋਰੀ ਗੁੱਸੇ ਹੋ ਗਏ, ਇਧਰੋਂ ਨੇ ਭੋਗ ਰਖਾ ਲਿਆ, ਬੀਬੀ ਸੋਨੀਆ ਮਾਨ ਪਤਾ ਨਹੀਂ ਭੋਗ ਤੇ ਗਏ ਕਿ ਪਤਾ ਨਹੀਂ ਸੰਗਰਾਂਦ ਦੇ ਦਿਹਾੜੇ ਤੇ ਵੈਸੇ ਨਤਮਸਤਕ ਹੋਣ ਗਏ, ਉਧਰਲੇ ਪਾਸੇ ਕੰਮ ਉਧਰ ਆ ਗਿਆ ਕਿ ਤੁਸੀਂ ਅਕਾਲੀ ਦਲ ਦੇ ਲੀਡਰਾਂ ਦੇ ਸਮਾਗਮ ਚ ਆਏ ਹੋ। ਹਾਲਾਂਕਿ ਇੱਕ ਚੀਜ਼ ਜਦੋਂ ਬੀਬੀ ਜੀ ਨੂੰ ਪਿਛਲੇ ਦਿਨੀ ਪੁੱਛਿਆ ਸੀ ਜੀ ਤੁਸੀਂ ਸਟੇਜਾਂ ਤੋਂ ਕਹਿੰਦੇ ਰਹੇ ਹੋ, ਉਹ ਕਹਿੰਦੇ ਮੈਂ ਇਹ ਕਿਹਾ ਸੀ ਕਿ ਜਿਹੜਾ ਵੀ ਬੰਦਾ ਸਿਆਸੀ ਤੌਰ ਤੇ ਸਟੇਜ ਸਾਂਝੀ ਕਰੂਗਾ ਉਹ ਬੰਦਾ ਕਿਸਾਨ ਅੰਦੋਲਨ ਦਾ ਗਦਾਰ ਹੋਊਗਾ, ਪਰ ਮੈਂ ਇਹ ਥੋੜੀ ਕਿਹਾ ਸੀ ਕਿ ਸਿਆਸੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਲਾ ਵੀ ਗਦਾਰ ਹੋਊਗਾ। ਇਹ ਦੇਖੋ ਗੱਲ ਪਤਾ ਕੀ ਹੈ, 50% ਤੇ ਉਹਨਾਂ ਨੇ ਸਫ਼ਰ ਤੈਅ ਕਰ ਲਿਆ, 50% ਰਹਿ ਗਿਆ। ਤੇ ਜਿਹੜੀ ਇਹ ਗੱਲ ਸੀ ਇਹ ਨਾ ਉਦਾਂ ਹੀ ਆ, ਮਤਲਬ ਅੱਜ ਮੈਂ ਇੱਕ ਵੀਡੀਓ ਦੇਖਾਂ, ਉਹ ਜਵਾਗ ਦੇ ਲੱਗਣ ਲੱਗਾ ਟੀਕਾ ਤੇ ਉਹਨੇ ਅੱਖਾਂ ਐ ਮੀਟੀਆਂ ਤੇ ਰੋਣ ਆਕਾ ਹੋਇਆ, ਦੋ ਬੰਦਿਆਂ ਦੀਆਂ ਬਾਹਾਂ ਫੜੀਆਂ ਤੇ ਡਾਕਟਰ ਸਾਹਿਬ ਐ ਨਾ ਸੂਈ ਉਹਦੇ ਸਾਹਮਣੇ ਕਰੀ ਜਾਣ, ਤੇ ਉਹਨੇ ਅੱਖਾਂ ਉਸੇ ਤਰ੍ਹਾਂ ਮੀਟੀ ਰੱਖੀਆਂ, ਉਹਨੇ ਟੀਕਾ ਲਾਉਣ ਤੋਂ ਬਾਅਦ ਟੀਕਾ ਉਹਦੇ ਬਾਅਦ ਤੋੜ ਕੇ ਇੱਧਰ ਵੀ ਕਰ ਲਿਆ, ਉਹਦੇ ਐਕਸਪ੍ਰੈਸ਼ਨ ਨਹੀਂ ਬਦਲੇ। ਉਦੋਂ ਬਾਅਦ ਉਹਨੇ ਦੱਸਿਆ ਵੀ ਤੂੰ ਇਦਾਂ ਕਿਉਂ ਕਰਨਾ, ਹੁਣ ਕੀ ਮੁਸ਼ਕਿਲ ਹੋ ਗਈ। ਉਹ ਬੜਾ ਹੈਰਾਨ ਵੀ ਟੀਕਾ ਲੱਗ ਗਿਆ, ਇੰਨੀ ਗੱਲ ਸੀ ਬਸ। ਇਹ ਸੇਮ ਚੀਜ਼ ਇਸ ਕੇਸ 'ਚ ਵੀ ਹੋਣੀ ਹੈ। ਹੁਣ ਤੁਸੀਂ ਦੇਖੋ ਵੀ ਪਹਿਲੇ ਦਿਨ ਕਿੰਨਾ ਰੋਣ ਧੋਣ ਹੋਇਆ, ਇੱਦਾਂ ਕਿੱਦਾਂ ਕਹਿਤਾ, ਗਦਾਰ ਕਹਿਤਾ, ਇਹ ਕਹਿਤਾ, ਉਹ ਹੋਈ ਨਾ ਗੱਲਬਾਤ। ਹੁਣ ਤੁਸੀਂ ਆਪ ਦੱਸਿਆ ਵੀ ਇੱਕ ਫੰਕਸ਼ਨ 'ਚ ਆਉਂਦਾ, ਉਹਨੇ ਆਖਿਆ ਵੀ ਆਹੋ ਫਿਰ ਜਾਣਾ ਹੀ, ਅੱਧੀ ਗੱਲ ਹੋ ਗਈ। ਹੁਣ ਬਸ ਉਹ ਟੀਕੇ ਵਾਲਾ ਭਾਵੇਂ ਰੂਹ ਵਾਲਾ ਝਾੜ ਕੇ ਬਸ ਪੁੱਛਣਾ ਹੈ ਵੀ ਹਾਂ ਹੁਣ ਕਿੱਦਾਂ ਹੀ, ਉਦੋਂ ਮੈਂ ਵੀ ਠੀਕ ਹੈ ਫਿਰ ਟਿਕਟ ਲੈ ਲਈ ਤੇ ਲੈ ਲਈ, ਫਿਰ ਇਹਦੇ 'ਚ ਕਿਹੜੀ ਗੱਲ, ਰਾਜਨੀਤੀ ਦੇ ਕਰਨ ਦਾ ਹਰੇਕ ਨੂੰ ਆਖਿਆ ਕੀ ਕਰਨਾ ਨੇ। ਦੇਖੋ ਨਾ ਚੱਕਰ ਪਤਾ ਆਪਾਂ ਇਹਦੀ ਇੱਕ ਉਦਾਹਰਨ ਹੋਰ ਲੈ ਲੈਂਦੇ, ਹੈ ਤਾਂ ਥੋੜੀ ਜਿਹੀ ਵੱਖਰੀ ਪਰ ਫਿੱਟ ਹੋ ਜਾਣੀ। ਬੀਬੀ ਕੰਗਣਾ ਰਣੌਤ, ਲੈ ਵੀ ਪਹਿਲੇ ਦਿਨ ਜਦੋਂ ਉਹਦਾ ਬਿਆਨ ਆਇਆ ਕਿੱਥੋਂ ਤੱਕ ਰੌਲਾ ਨਹੀਂ ਪਿਆ, ਭੀਖ 'ਚ ਆਜ਼ਾਦੀ, ਆਹ ਕੀ ਕਹਿਤਾ ਨੇ, ਭੀਖ 'ਚ ਤੇ ਸਨਮਾਨ ਮਿਲਦੇ ਹੁੰਦੇ, ਆਹ ਹੁੰਦਾ ਹੁੰਦਾ, ਉਹ ਹੁੰਦਾ। ਲੋਕਾਂ ਨੂੰ ਐਂ ਲੱਗਿਆ ਵੀ ਜਿੱਦਾਂ ਉੱਤੇ ਕੇਸ ਹੋ ਗਏ, ਉਦੋਂ ਬਾਅਦ ਅਵਾਰਡ ਵਾਪਸ ਮੰਗਣ ਦੀ ਗੱਲ ਹੋ ਗਈ ਵੀ ਸ਼ਾਇਦ ਬੀਬੀ ਕੰਗਣਾ ਰਣੌਤ ਚੁੱਪ ਕਰ ਜੂ। ਉਹ ਚੁੱਪ ਕੀਤੀ, ਉਹਨੇ ਅਗਲਾ ਸੱਪ ਨਹੀਂ ਕੱਢਿਆ। ਦੱਸੋ ਨਹੀਂ, ਅਗਲਾ ਬੀਬੀ ਜੀ ਕਹਿੰਦੇ ਕਿ ਮਹਾਤਮਾ ਗਾਂਧੀ ਉਹਨਾਂ ਨੇ ਤਾਂ ਬੋਸ ਸਾਹਿਬ ਦੀ ਕਦੇ ਹਮਾਇਤ ਨਹੀਂ ਕੀਤੀ, ਸੁਭਾਸ਼ ਚੰਦਰ ਬੋਸ ਨੇਤਾ ਜੀ ਦੀ। ਉਹ ਤਾਂ ਕਹਿੰਦੇ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਫਾਂਸੀ ਲੱਗੀ ਸੀ, ਉਹਨਾਂ ਨੇ ਤਾਂ ਉਹ ਵੀ ਚਾਹੁੰਦੇ ਕਿ ਲਗ ਲੁਗ ਲੈਣ ਦਿਓ, ਕੋਈ ਗੱਲ ਨਹੀਂ, ਮਤਲਬ ਵੀ ਉਹ ਬੰਦਾ ਉਧਰ ਨਹੀਂ ਖੜਿਆ, ਹਾਂ ਉਹਨਾਂ ਦੇ ਪੱਖ 'ਚ ਨਹੀਂ ਖੜਿਆ। ਹੁਣ ਚਰਚਾ ਤਾਂ ਭਾਵੇਂ 20 ਵਾਰੀ ਚੱਲਦੀ ਹੋਊਗੀ, ਪਰ ਇਸ ਮੌਕੇ ਤੇ ਪਦਮ ਸ਼੍ਰੀ ਬੀਬੀ ਕੰਗਣਾ ਰਣੌਤ ਜੀ ਜਦੋਂ ਨਿੱਤ ਦਿਹਾੜੇ ਕਦੇ ਉਹ ਆਜ਼ਾਦੀ ਦਾ ਸਾਲ ਹੀ ਬਦਲ ਦਿੰਦੇ ਆ। ਵੈਸੇ ਮੈਂ ਸੋਚਦਾ ਸੀ ਕਿ ਜੇ ਕਿਤੇ ਪੇਪਰ ਆ ਜਾਂਦਾ ਤੇ ਉਹਦੇ ਵਿੱਚ ਸਨ ਲਿਖਣਾ ਹੁੰਦਾ, ਨੰਬਰ ਉਹਨੇ 0 ਆਉਣਾ ਸੀ, ਤੇ ਹੁਣ ਬਹੁਤ ਦੇਰ ਬਾਅਦ ਨਹੀਂ ਚੇਤਾ ਆਇਆ। ਇਹ ਕੁਛ ਵੀ ਹੈ ਪਰ ਗੱਲ ਇੰਨੀ ਸੀ ਨਾ। ਹੁਣ ਦੇਖੋ ਨੇ ਇੱਥੇ ਲਾ ਕੇ ਨਿਬੇੜਤੀ ਵੀ ਜੇ ਤੁਸੀਂ ਇਹਨੇ ਵੀ ਇੱਕ ਚਪੇੜ ਖਾਲੀ ਦੂਜੀ ਗੱਲ ਅੱਗੇ ਕਰ ਦਿੰਦੇ ਫਿਰ ਭੀਖ ਵਾਲੀ ਗੱਲ ਹੀ ਆ, ਹੈ ਨਾ। ਨਹੀਂ ਗੱਲ ਤਾਂ ਹੁਣ ਨਾਲ ਉਹਨੇ ਇਹ ਵੀ ਕਹਿਤਾ ਕਹਿੰਦੇ ਵੀ ਤੁਸੀਂ ਡਿਸਾਈਡ ਕਰ ਲਓ ਵੀ ਤੁਸੀਂ ਹੁਣ ਗਾਂਧੀ ਵਾਲੇ ਪਾਸੇ ਜਾਣਾ ਜਾਂ ਬੋਸ ਵਾਲੇ ਪਾਸੇ ਜਾਣਾ ਜਾਂ ਭਗਤ ਸਿੰਘ ਵਾਲੇ ਪਾਸੇ ਜਾਣਾ। ਮਤਲਬ ਇਹ ਵੀ ਜਦੋਂ ਉਹਨੂੰ ਜਾਪਿਆ ਵੀ ਯਾਰ ਇੱਥੇ ਜੇ ਗਰਾਰੀ ਫਸਦੀ ਆ, ਫਿਰ ਕਿਸੇ ਨੇ ਦੱਸਤਾ ਉਹ ਵੀ ਇਹਦੇ 'ਚ ਵੀ ਦੋ ਤਰ੍ਹਾਂ ਦੇ ਬੰਦੇ ਹੈਗੇ। ਇੱਕ ਬੰਦੇ ਕਹਿੰਦੇ ਵੀ ਚਰਖੇ ਨਾਲ ਆਜ਼ਾਦੀ ਮਿਲ ਗਈ, ਦੂਜੇ ਕਹਿੰਦੇ ਇਦਾਂ ਕਿੱਦਾਂ ਮਿਲ ਗਈ, ਹੁਣ ਆਪਾਂ ਉੱਧਰ ਹੋ ਜਾਂਦੇ, ਆਪਾਂ ਫਿਰ ਹੁਣ ਉੱਧਰ ਹੋ ਜਾਂਦੇ। ਮੈਂ ਸਾਰੇ ਕੇਸ ਦੀ ਗੱਲ ਨਹੀਂ ਕਰਨੀ, ਨਾ ਕਰੋ, ਸਿਰਫ ਮਾਨਯੋਗ ਸੁਪਰੀਮ ਕੋਰਟ ਦੀ ਇੱਕ ਸਟੇਟਮੈਂਟ ਦੀ ਗੱਲ ਕਰਨੀ ਹੈ। ਉਹਨਾਂ ਨੇ ਉੱਥੇ ਉਹ ਕਿਹਾ, ਉਹ ਕਹਿੰਦੇ ਜੀ ਸਰਕਾਰ ਦਾ ਪਹਿਲਾ ਫਰਜ਼ ਲੋਕਾਂ ਨੂੰ ਰੋਟੀ ਦੇਣਾ, ਪਹਿਲਾ ਫਰਜ਼ ਲੋਕਾਂ ਨੂੰ ਰੋਟੀ ਦੇਣਾ, ਤੇ ਭਾਈ ਸਾਨੂੰ ਇੱਥੇ ਲਿਖਤੀ ਦਿਓ। ਜਿੱਦਾਂ ਆਪਾਂ ਗੱਲ ਕੀਤੀ ਸੀ ਨਾ ਕਿ ਨਵੰਬਰ ਮਹੀਨਾ ਹੋਵੇ, 2021 ਦਾ ਸਾਲ ਹੋਵੇ ਤੇ ਅਸੀਂ ਸਰਕਾਰੀ ਸਕੂਲ ਦੇ ਸਾਰੇ ਨਿਆਣਿਆਂ ਨੂੰ ਵਰਦੀਆਂ ਦੇਣ ਦੇ ਫੈਸਲੇ ਕਰੀਏ, ਇਦਾਂ ਹੀ ਨਵੰਬਰ ਮਹੀਨਾ ਹੋਵੇ, 2021 ਦਾ ਸਾਲ ਹੋਵੇ, ਜਦੋਂ ਦੇਸ਼ ਆਕਾਸ਼ 'ਚ ਪਹੁੰਚ ਚੁੱਕਿਆ ਹੋਵੇ, ਉਦੋਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੂੰ ਜੇ ਕਹਿਣਾ ਪਵੇ ਕਿ ਸਰਕਾਰ ਦੇ ਆ ਸਭ ਤੋਂ ਪਹਿਲਾ ਕੰਮ ਲੋਕਾਂ ਨੂੰ ਰੋਟੀ ਦੇਣਾ ਹੈ, ਉਹਨਾਂ ਦੇ ਭੁੱਖੇ ਢਿੱਡ ਨੂੰ ਭਰਨਾ ਹੈ, ਤਾਂ ਫਿਰ ਇਹ ਬਹੁਤ ਸਾਰੇ ਸੰਕੇਤ ਦਿੰਦਾ। ਭਗਵੰਤ ਮਾਨ ਉਰੇ ਉੱਤਰਾਖੰਡ ਗਏ ਨੇ, ਆਹੋ ਇਹ ਵੀ ਬੜੀ ਅਜੀਬ ਗੱਲ ਹੈ ਨਾ, ਅਜੀਬ ਸੋਚਣ ਵਾਲੀ ਗੱਲ ਹੈ। ਨਹੀਂ ਦੇਖੋ ਉਹਨਾਂ ਨੇ ਉੱਥੇ ਜਾ ਕੇ ਇਹੋ ਕਹਿਣਾ ਵੀ ਇੰਡਸਟਰੀ ਲਾਵਾਂਗੇ, ਇੱਥੇ ਵਿਕਾਸ ਕਰ ਦੇਂਗੇ, ਬਹਿਜਾ ਕਰਾ ਦੇਂਗੇ, ਸਾਨੂੰ ਪਤਾ ਪਹਾੜੀ ਮਤਲਬ ਇਹ ਸੂਬਾ ਇਹਦੇ ਵਿੱਚ ਵਿਕਾਸ ਹੀ ਨਹੀਂ ਹੋਇਆ, ਉੱਤੋਂ ਕੁਦਰਤ ਦੀ ਮਾਰ ਪੈ ਜਾਂਦੀ ਹੈ। ਪਰ ਮੈਂ ਸੋਚਦਾ ਵੀ ਕੇਜਰੀਵਾਲ ਸਾਹਿਬ ਨੂੰ ਪਰਾਂ ਉੱਤਰਾਖੰਡ ਨੇੜੇ ਨਹੀਂ ਪੈਂਦਾ, ਪੰਜਾਬੋਂ ਬੰਦਾ ਖੜ ਕੇ ਉਹ ਉੱਤਰਾਖੰਡ ਆਪ ਕਹਿੰਦੇ ਮੈਂ ਪੰਜਾਬ ਆਉਣਾ ਵੀਰ। ਨਹੀਂ ਤੁਸੀਂ ਦੇਖੋ ਨਾ, ਅੱਛਾ ਫਿਰ ਨਹੀਂ ਮੈਂ ਨਹੀਂ ਕਹਿੰਦਾ, ਪਰ ਫਿਰ ਹੁਣ ਇਹਨਾਂ ਗੱਲਾਂ ਤੋਂ ਮੁੜ ਕੇ ਵਿਰੋਧੀਆਂ ਨੇ ਚੁੱਕ ਕੇ ਕਹਿ ਦੇਣਾ
ਇਹ ਫਿਰ ਕੇਜਰੀਵਾਲ ਨਾਲ ਮੁੱਖ ਮੰਤਰੀ ਬਣਦਾ ਕਰਕੇ ਆਉਂਦਾ ਹੀ ਤੇ ਫਿਰ ਅਗਲੇ ਕਹਿਣਗੇ ਜੀ ਦੱਸ। ਮੈਂ ਵੈਸੇ ਕਿੰਨੇ ਅਨੁਸ਼ਾਸਨ ਪਸੰਦ ਬੱਚੇ ਨਹੀਂ ਹੁੰਦੇ, ਜਾਨੀ ਇੱਕ ਸਟੂਡੈਂਟ ਹੁੰਦੇ ਆ, ਇਹਦੇ ਅਨੁਸ਼ਾਸਨ ਪਸੰਦ ਲੀਡਰ ਨੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ, ਬੋਲਦੇ ਨਹੀਂ ਚੁੱਪ ਕਰ ਜਾਂਦੇ ਆ ਜੇ ਨਹੀਂ ਚੰਗਾ ਲੱਗੇ। ਪ੍ਰਧਾਨ ਸਾਹਿਬ ਆਉਂਦੇ ਆ ਤੇ ਜਾ ਕੇ ਕਲਾਸ ਖੜੇ ਹੁੰਦੇ, ਹਾਂ ਖੜੇ ਆ, ਜਿੱਦਾਂ ਕਹਿ ਹੁੰਦੇ ਨੇ ਕਿ ਭਾਈ ਹੁਣ ਮਿਲਣੀ ਦੇ ਉੱਤੇ ਜ਼ਰੂਰ ਆਉਣਾ ਯਾਰ, ਲੋਕਾਂ ਦਾ ਖਾਣਾ। ਇਦਾਂ ਹੀ ਉਹਨਾਂ ਨੇ ਕਿਹਾ ਹੋਊਗਾ ਜੀ ਉੱਤਰਾਖੰਡ ਦੇ ਵਿੱਚ ਲੋੜ ਹੈ, ਪੰਜਾਬੀ ਵਸੋਂ ਬਹੁਤ ਹੈ, ਪੰਜਾਬੀ ਭਾਈਚਾਰੇ ਦਾ ਉੱਥੇ ਹੋਲਡ ਬਹੁਤ ਹੈ। ਭਗਵੰਤ ਮਾਨ ਸਾਹਿਬ ਤੁਹਾਡੇ ਤੋਂ ਵੱਡਾ ਲੀਡਰ ਕਹਿੰਦਾ ਚੱਲਦੇ ਆ ਭਾਈ, ਜਾਣਾ ਪਊਗਾ, ਚੱਲਦੇ ਆ, ਪਾਰਟੀ ਦੇ ਲਈ ਖਲੋਤੇ ਆ। ਪਰ ਉੱਤਰਾਖੰਡ ਦੇ ਵਿੱਚ ਚੋਣਾਂ ਪੰਜਾਬ ਤੋਂ 4 ਮਹੀਨੇ ਬਾਅਦ ਆ। ਤੁਸੀਂ ਚਾਹੇ ਮਾਰਚ ਤੋਂ ਭਗਵੰਤ ਮਾਨ ਨੂੰ ਉੱਥੇ ਹੀ ਸ਼ਿਫਟ ਕਰਾ ਦਿਓ 4 ਮਹੀਨੇ, ਕੋਈ ਗੱਲ ਨਹੀਂ, ਕਿਉਂਕਿ ਅਜੇ ਕਿਹੜਾ ਐਮਪੀ ਵਾਲਾ ਫੰਡ ਮਿਲਣ ਲੱਗਾ ਜਿਹੜਾ ਇੱਥੇ ਵੰਡਣਾ ਪੈਣੇ, ਉਹ ਤਾਂ ਮਿਲਦਾ ਹੀ ਨਹੀਂ, ਕਈ ਮਹੀਨੇ ਹੋ ਗਏ ਜਦੋਂ ਦਾ ਕੋਵਿਡ ਆਇਆ। ਪਰ ਇਸ ਵੇਲੇ ਤਾਂ ਉੱਤਰਾਖੰਡ ਵਾਲਿਆਂ ਨੂੰ ਪੰਜਾਬ ਲਿਆਉਣ ਦੀ ਲੋੜ ਹੈ। ਉੱਥੇ ਵੀ ਆਪਾਂ ਭਗਵੰਤ ਮਾਨ ਦੀਆਂ ਫੋਟੋ ਦੇਖੀਆਂ, ਵੀਡੀਓਜ਼ ਦੇਖੀਆਂ, ਉਹਦੇ ਵਿੱਚ ਬਹੁਤ ਸਾਰੇ ਪੰਜਾਬੀ ਬੋਲਦੇ, ਪੰਜਾਬੀ ਲੱਗਦੇ, ਪੰਜਾਬੀ ਪਹਿਰਾਵੇ ਵਾਲੇ ਆਪਾਂ ਲੋਕ ਦੇਖੇ। ਭਗਵੰਤ ਮਾਨ ਸਾਹਿਬ ਨਾਲ ਸਟੇਜਾਂ ਸਾਂਝੀਆਂ ਕਰਦੇ ਆ। ਜੇ ਇੱਧਰ ਵਾਲੀਆਂ ਰਿਸ਼ਤੇਦਾਰੀਆਂ ਉੱਧਰ ਆ, ਉਹਨਾਂ ਦੀਆਂ ਰਿਸ਼ਤੇਦਾਰੀਆਂ ਫਿਰ ਇੱਧਰ ਹੈਗੀਆਂ ਤਾਂ ਹੀ ਸਾਡੀਆਂ ਉੱਧਰ ਆ ਨਾ। ਚਾਹੀਦਾ ਤਾਂ ਸੀ ਕਿ ਫਰਵਰੀ ਤੱਕ ਤੁਸੀਂ ਉਹਨਾਂ ਨੂੰ ਇੱਥੇ ਲਿਆਓ ਤੇ ਕਹੋ ਕਿ ਭਾਈ ਮੁੱਖ ਮੰਤਰੀ ਬੰਦਾ ਆਪਾਂ ਬਣਾਉਣਾ, ਮੈਂ ਨਹੀਂ ਕਹਿੰਦਾ ਕਿਹੜਾ ਬਣਾਉਣਾ। ਪਰ ਇਹ ਜਿਹੜਾ ਉਲਟੇ ਪਾਸੇ ਨੂੰ ਕੰਮ ਚੱਲ ਪਿਆ, ਇਹ ਬੜਾ ਅਜੀਬ ਹੈ। ਬਾਕੀ ਕਿਸੇ ਨੂੰ ਕੁਝ ਲੱਗੇ ਨਾ ਲੱਗੇ, ਬੀਬੀ ਰੁਪਿੰਦਰ ਕੌਰ ਰੂਬੀ ਕਹਿੰਦੇ ਹੋਣੇ ਆ, ਮੈਂ ਭਗਵੰਤ ਭਾਜੀ ਲਈ ਇੰਨੀ ਦੀ ਗੱਲ ਕੀਤੀ ਆ, ਮੈਂ ਸਗੋਂ ਪਾਰਟੀ ਵੀ ਛੱਡ ਦਿੱਤੀ ਆ, ਆਪ ਉੱਤਰਾਖੰਡ ਪ੍ਰਚਾਰ ਕਰਨ ਚਲ ਗਏ ਆ। ਨਹੀਂ ਦੇਖੋ, ਉਹਨਾਂ ਨੇ ਗੁੱਸਾ ਨਹੀਂ ਕਰਨਾ, ਕਿਉਂਕਿ ਮੈਨੂੰ ਇਹ ਲੱਗਦਾ ਕਿ ਵੀ ਜਿਹੜੀ ਪਾਰਟੀ 'ਚ ਰੂਬੀ ਹੋਣੀ ਹੁਣ ਗਏ ਨੇ, ਉਸੇ ਪਾਰਟੀ ਦੇ ਇੰਚਾਰਜ ਹੁੰਦੇ ਸੀ ਹਰੀਸ਼ ਰਾਵਤ ਸਾਹਿਬ ਜੀ। ਉਹ ਬੰਦੇ ਨੂੰ 6 ਮਹੀਨੇ ਹੋ ਗਏ ਕਹਿਣ ਉੱਤਰਾਖੰਡ 'ਚ ਇਲੈਕਸ਼ਨ ਹੈ ਜੀ, ਮੇਰਾ ਖਹਿੜਾ ਛਡਾ ਦਿਓ ਪੰਜਾਬ ਤੋਂ, ਮੈਨੂੰ ਵਾਪਸ ਚਲੇ ਜਾਂਦੇ, ਇੰਚਾਰਜ ਕਿਸੇ ਹੋਰ ਨੂੰ ਬਣਾ ਦਿਓ। ਹੋ ਸਕਦਾ ਉਹ ਗੱਲਾਂ ਕਿਤੇ ਬਹੁਤੀਆਂ ਸੀਰੀਅਸ ਲੈ ਕੇ ਹੁਣ ਆਮ ਆਦਮੀ ਪਾਰਟੀ ਵਾਲੇ ਤੇ ਉਹ ਵੀ ਸੋਚਦੇ ਹੋਣ ਵੀ ਯਾਰ ਉਹ ਅੱਛਾ ਮਤਲਬ ਹਰੀਸ਼ ਰਾਵਤ ਸਾਹਿਬ ਇੰਚਾਰਜ ਹੀ ਛੱਡ ਕੇ ਉੱਤਰਾਖੰਡ ਚਲ ਗਏ, ਤਾਂ ਮਤਲਬ ਉੱਥੇ ਬਹੁਤ ਲੋੜ ਹੈ ਭਗਵੰਤ ਸਿਆਂ, ਤੂੰ ਮੇਰਾ ਵੀਰ 3-4 ਕੁੜਤੇ ਪਜਾਮੇ ਪ੍ਰੈਸ ਕਰਾ ਲਾ, ਬਹੁਤ ਲੋੜ ਹੈ ਤੇਰੀ। ਨਹੀਂ ਬਹੁਤ ਲੋੜ ਹੈ। ਬਾਕੀ ਸੰਧਾਲੀਆ ਸਾਹਿਬ ਮੈਂ ਇੱਕ ਗੱਲ ਤੁਹਾਡੇ ਨਾਲ ਕਰਨੀ ਆ, ਥੋੜਾ ਜਿਹਾ ਨਾ ਜਿਹੜੀ ਹਰੇ ਰੰਗ ਦੀਆਂ ਗੋਲੀਆਂ ਹੁੰਦੀਆਂ ਤੇ ਖੋਲ ਕੇ ਪਾਈਆਂ ਹੁੰਦੀਆਂ ਮੈਡੀਕਲ ਸਟੋਰ ਵਾਲੇ ਨੇ, ਉਹ ਥੋੜੇ ਜਿਹੇ ਬੰਦਿਆਂ ਨੂੰ ਇੱਕ ਇੱਕ ਵੰਡਣੀਆਂ ਤੇ ਉਹਨਾਂ ਨੂੰ ਕਹਿਣਾ ਜੀਭ ਥੱਲੇ ਰੱਖਣੀ ਹੈ, ਮੁੜ ਕੇ ਮੂੰਹ ਨਹੀਂ ਖੋਲਣਾ, ਨਾ ਪਾਣੀ ਪੀਣਾ, ਨਾ ਪਾਣੀ ਪੀਣਾ। ਉਹਦਾ ਕਾਰਨ ਕੀ ਹੈ ਕਿ ਇਦਾਂ ਪ੍ਰੈਸ ਕਾਨਫਰੰਸ ਚੱਲਦੀ ਸੀ, ਇਧਰਲੇ ਪਾਸੇ ਹਰੀਸ਼ ਚੌਧਰੀ ਬੈਠੇ, ਕਾਂਗਰਸ ਪਾਰਟੀ ਦੇ ਪੰਜਾਬ ਦੇ ਇੰਚਾਰਜ, ਨਾਲ ਨਵਜੋਤ ਸਿੰਘ ਸਿੱਧੂ ਬੈਠੇ। ਇੱਕ ਪੱਤਰਕਾਰ ਨੇ ਟਿਕਟਾਂ ਦਾ ਸਵਾਲ ਪੁੱਛ ਲਿਆ, ਕਹਿੰਦੇ ਜੀ ਟਿਕਟਾਂ ਕਿੱਦਾਂ ਫਿਰ ਵੰਡਣੀਆਂ ਨੇ, ਟਿਕਟਾਂ ਕਿਹਨੂੰ ਮਿਲਣਗੀਆਂ? ਪਹਿਲੀ ਗੱਲ ਉਹ ਕਹਿੰਦੇ ਮੈਰਿਟ ਤੇ। ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਸਾਰੇ ਐਮਐਲਏ ਨੂੰ ਟਿਕਟਾਂ ਨਹੀਂ ਮਿਲਣੀਆਂ, ਪਹਿਲੀ ਗੱਲ ਇਹ ਕਲੀਅਰ ਹੈ। ਸਰਵੇ ਕਰਾਵਾਂਗੇ, ਜਿਹੜਾ ਬੰਦਾ ਜਿੱਤ ਸਕਦਾ ਹੋਇਆ ਟਿਕਟ ਉਹਨੂੰ ਮਿਲਣੀ ਹੈ, ਜਿਹਨੇ ਆਪਦੇ ਹਲਕੇ 'ਚ ਕੰਮ ਕੀਤੇ ਹੋਏ ਟਿਕਟ ਉਹਨੂੰ ਮਿਲਣੀ ਹੈ। ਤੇ ਜਦੋਂ ਪੁੱਛਿਆ ਗਿਆ ਜੀ ਪਟਿਆਲੇ ਸ਼ਹਿਰੀ ਤੋਂ ਕਿੱਦਾਂ ਫਿਰ ਕੈਪਟਨ ਸਾਹਿਬ ਦੇ ਹਲਕੇ ਤੋਂ, ਤੇ ਉਹ ਕਹਿੰਦੇ ਜੀ ਹਰ ਪਟਿਆਲੇ ਸ਼ਹਿਰੀ ਦਾ ਜਿਹੜਾ ਵੋਟਰ ਹੈ, ਹਰ ਪਟਿਆਲੇ ਸ਼ਹਿਰੀ ਦਾ ਕਾਂਗਰਸੀ ਵਰਕਰ ਜਿਹੜਾ ਉਹ ਟਿਕਟ ਦਾ ਬਰਾਬਰ ਦਾ ਦਾਅਵੇਦਾਰ ਹੈ। ਪਰ ਜਿਹੜੀ ਸਿਰੇ ਦੀ ਗੱਲ ਹੋਈ ਕਿ ਮੁੱਖ ਮੰਤਰੀ ਫਿਰ 2022 ਦੀਆਂ ਚੋਣਾਂ ਤੋਂ ਬਾਅਦ ਕੌਣ, ਉਹ ਕਹਿੰਦੇ ਹਾਈ ਕਮਾਂਡ ਤੇ ਵੋਟਰ ਤੈਅ ਕਰਨਗੇ। ਹਾਂ ਤੇ ਇਦਾਂ ਹੀ ਆ, ਹੋਰ ਅਗਲੇ ਕੀ ਕਹਿਣ ਉੱਥੇ ਦੁਬਾਰਾ ਪੌੜਾ ਪਾ ਲੈ, ਕਿਉਂਕਿ ਦੇਖੋ ਦੂਜੀ ਵਾਰ ਕੁਰਸੀ ਸਾਂਭੀ ਉਹਨਾਂ ਨੇ। ਨਹੀਂ ਕੁਰਸੀ ਨਹੀਂ ਸਾਂਭੀ, ਬਿਸਤਰਾ ਝਾੜ ਕੇ ਸਹੀ ਕੀਤਾ ਹੀ। ਹੁਣ ਉੱਥੇ ਜਿਹੜਾ ਵਿਸ਼ਾ ਹੈ ਕੁਰਸੀ ਸਾਂਭੀ ਜੇ, ਨਹੀਂ ਹੁਣ ਤੇ ਬਿਸਤਰੇ ਵਾਲੀ ਗੱਲ ਆ ਗਈ, ਨਾ ਠੰਡ ਵੀ ਆ ਗਈ। ਅੱਛਾ ਗੱਲ ਇਹ ਆ ਵੀ ਇੱਕ ਨਾ ਬੜਾ ਇਤਰਾਜ਼ ਆ, ਇਹ ਅੱਜ ਵੀ ਇੱਕ ਦੋ ਵਾਰ ਦੇਖਿਆ ਯਾਰ, ਅੱਛਾ ਇਹਦਾ ਮਤਲਬ ਫਿਰ ਚੰਨੀ ਨਹੀਂ ਆਇਆ। ਆਪਾਂ ਦੱਸ ਦਈਏ, ਮੈਂ ਕਿਹਾ ਵੀ ਚੰਨੀ ਸਾਹਿਬ ਗਏ ਸੀ ਉੱਥੇ, ਥੋੜਾ ਲੇਟ ਗਏ, ਬਸ ਉਹਨੇ ਗੁਲਦਸਤਾ ਦਿੱਤਾ ਤੇ ਉਹ ਕਹਿੰਦੇ ਵੀ ਮੈਨੂੰ ਹੁਣ ਕੰਮ ਆ ਤੇ ਤੁਸੀਂ ਆਪਣਾ ਸਾਂਭੋ ਪ੍ਰਧਾਨ ਜੀ। ਨਹੀਂ ਇਦਾਂ ਵੀ ਨਹੀਂ, ਲੇਟ ਗਏ, ਗੁਲਦਸਤਾ ਦਿੱਤਾ ਤੇ ਕਾਂਗਰਸ ਪਾਰਟੀ ਦੀ OBC ਸੈੱਲ ਦੀ ਇਕੱਠਿਆਂ ਮੀਟਿੰਗ ਕੀਤੀ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨੇ, ਫੇ ਗਏ ਆ। ਉਹ ਯਾਰ ਉੱਤੋਂ ਕੀ ਲੈਣਾ ਕਿਸੇ ਨੇ, ਮੇਨ ਤਾਂ ਹੁੰਦਾ ਵੀ ਪੱਤਰਕਾਰ ਭਾਈਚਾਰੇ ਦੇ ਸਾਹਮਣੇ ਬੈਠੇ ਕਿ ਨਹੀਂ ਬੈਠੇ, ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਉਹ ਬਾਈ ਨਹੀਂ ਹੋਈ, ਪਈਏ ਦੋ ਪਈਏ ਇੱਕ ਥਾਂ ਦੇਖਿਆ। ਹਾਂ ਉਹ ਮੀਟਿੰਗ ਤੇ ਅਗਲਿਆਂ ਦੀ ਸੀ, ਉਹਨੂੰ ਕਰਨੀ ਪੈਣੀ। ਦੂਜੀ ਗੱਲ ਰਹਿ ਗਈ ਵੀ ਪ੍ਰਧਾਨ ਜੀ ਜਦੋਂ ਬੈਠੇ ਤੇ ਪੁੱਛ ਲਿਆ, ਕਹਿੰਦੇ ਵੀ ਸੋਨੂ ਸੂਦ ਬਾਰੇ ਕਿੱਦਾਂ ਜੀ, ਕਹਿੰਦੇ ਭੈਣ ਜੀ ਉਹਨਾਂ ਨੇ ਇਲੈਕਸ਼ਨ ਲੜਨੀ। ਉਹ ਕਹਿੰਦੇ ਵੀ ਸੋਨੂ ਸੂਦ ਵਧੀਆ ਬੰਦਾ, ਮੈਨੂੰ ਨੇ ਡਾਈਟ ਦੱਸੀ ਵੀ ਕਿੱਦਾਂ ਕਿਹੜੀ ਖਾਣੀ ਚਾਹੀਦੀ ਹੈ। ਮੈਂ ਠੀਕ ਹੈ, ਕਹਿੰਦੇ ਹੁਣ ਵਧੀਆ ਕੰਮ, ਵੈਸੇ ਇੱਕ ਦੋ ਵਾਰ ਮੁਲਾਕਾਤ ਵੀ ਹੋਈ ਹੈ, ਵੈਸੇ ਤੇ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਹੈ। ਉਹਦੇ ਵੀ ਨਹੀਂ ਪਾਰਟੀ ਚਾਹੁੰਦਾ, ਦੇਖੋ ਜੀ ਮੇਰੇ ਨਾਲ ਕੋਈ ਗੱਲ ਨਹੀਂ, ਮੈਂ ਜਾਣਬੁੱਝ ਕੇ ਮੇਰਾ ਨਾਂ ਨਹੀਂ ਲਾਉਣਾ, ਉਹ ਗੱਲ ਲੈ ਹੁਣ ਮੇਰਾ ਨਾਂ ਲਈ ਜਾਂਦੇ, ਕਹਿੰਦਾ ਮੇਰੀ ਮੁਲਾਕਾਤ ਨਹੀਂ ਹੋਈ। ਹਾਂ ਜੇ ਆ ਜਾਣ ਤਾਂ ਵਧੀਆ ਮਜ਼ਬੂਤੀ ਨਾਲ ਕੰਮ ਕਰਾਂਗੇ। ਹਾਂ ਤੁਸੀਂ ਮੋਸਟ ਵੈਲਕਮ, ਪਰ ਗੱਲ ਹੋਈ ਨਹੀਂ। ਸੰਧਾਲੀਆ ਸਾਹਿਬ ਬੜੀ ਕਮਾਲ ਦੀਆਂ ਚਰਚਾਵਾਂ ਹੋਈਆਂ। ਹੁਣ ਦੇਖੋ ਤੁਸੀਂ, ਸਿੱਧੂ ਸਾਹਿਬ ਇੱਕ ਦਿਨ ਪਹਿਲਾਂ ਕਹਿੰਦੇ ਸੀ ਕਿੱਥੇ ਆ ਲੱਖ ਨੌਕਰੀ, ਇੱਕ ਦਿਨ ਪਹਿਲਾਂ ਕਹਿੰਦੇ ਸੀ ਕਿ ਆ 2-3 ਮਹੀਨੇ ਤਾਂ ਲੋਲੀਪੌਪ ਵੰਡੇ ਜਾਂਦੇ ਇਲੈਕਸ਼ਨ ਤੋਂ ਪਹਿਲਾਂ, ਤੇ ਅੱਜ ਪ੍ਰੈਸ ਕਾਨਫਰੰਸ ਵੀ ਹੋ ਗਈ, ਕੁਰਸੀ ਵੀ ਸਾਂਭ ਲਈ, ਬਿਸਤਰਾ ਵੀ ਝਾੜ ਲਿਆ। ਤੇ ਮੈਂ ਸੋਚਦਾ ਸੀ ਕਿ ਪਿਛਲੀ ਵਾਰ ਜਦੋਂ ਪ੍ਰਧਾਨ ਬਣੇ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਸੀ ਕਿ ਹਰ ਰੋਜ਼ ਮੰਤਰੀ ਬੈਠਣਗੇ ਇੱਥੇ ਕਾਂਗਰਸ ਭਵਨ ਦੇ ਵਿੱਚ। ਮੈਂ ਕਿਹਾ ਵੀ ਜੇ ਕਿਤੇ ਬਹਿ ਲਿਆ ਕਰਨ ਦੁਬਾਰਾ, ਕਿਤੇ ਕੋਈ ਕਿਸੇ ਦਾ ਕੰਮ ਕੁਮ ਹੋ ਜਾਊਗਾ। ਮੈਂ ਵੀ ਆਖਾਂ ਇਹ ਬੰਦਾ
ਸੋਗਾਂ ਦਾ ਬਹਿਣ ਤੇ ਨਹੀਂ ਦੇਣ ਲੱਗਾ। ਨਹੀਂ ਮੈਂ ਕੁਛ ਨਾ ਕੁਛ ਤੇ ਕਹੂਗਾ। ਨਹੀਂ ਉਹਨਾਂ ਦਾ ਐਲਾਨ ਸੀ, ਮੈਂ ਕੋਲੋਂ ਥੋੜ੍ਹਾ ਕਿਹਾ। ਕਹਿੰਦੇ ਵੀ ਠੀਕ ਹੈ ਗੱਲ, ਮੈਂ ਤੇ ਲਿਸਟ ਵੀ ਆ ਮੇਰੇ ਕੋਲ, ਮੈਂ ਸੇਵ ਕਰਕੇ ਰੱਖੀ ਹੈ ਕਿਹੜੇ ਦਿਨ ਕਿਹੜੇ ਮੰਤਰੀ ਨੇ ਕਿੰਨੇ ਤੋਂ ਕਿੰਨੇ ਬਹਿਣਾ ਹੀ। ਨਹੀਂ ਚਲੋ ਬਹਿ ਜਾਣਗੇ। ਵੈਸੇ ਇਹ ਗੱਲ ਸੀ ਨਾ ਵੀ ਯਾਰ ਉਹ ਪ੍ਰਧਾਨ ਜੀ ਦੂਜੀ ਵਾਰ ਕੁਰਸੀ ਤੇ ਬਹਿ ਗਏ, ਦੇਖੋ ਉਹਦੇ ਬਹਿਣਾ ਹੀ। ਤੁਸੀਂ ਸ਼ੁਰੂ ਦੇ ਵਿੱਚ ਹੀ ਗੱਲ ਦੱਸੀ ਸੀ ਵੀ ਜਿਹੜੀ ਕੈਬਨਿਟ ਮੀਟਿੰਗ ਹੋਈ ਉਹਦੇ ਚ ਡਿਸਾਈਡ ਹੋ ਗਿਆ ਵੀ ਏਜੀ ਬਦਲਿਆ ਜਾਵੇਗਾ। ਤੇ ਹੋ ਸਕਦਾ ਵੀ ਜਦੋਂ ਕੁਰਸੀ ਦੇ ਉੱਪਰ ਉਹ ਬੈਠੇ ਹੋਣ ਤੇ ਘਰੋਂ ਵੀ ਪੁੱਛਿਆ ਗਿਆ ਵੀ ਇਹ ਜੀ ਹੁਣ ਤੁਸੀਂ ਬੈਠੋਗੇ ਕੁਰਸੀ ਤੇ? ਉਹ ਕਹੇ ਹਾਂਜੀ ਇਹ ਜੀ ਨੂੰ ਬਦਲ ਦੇਣਾ ਉਹਨਾਂ ਨੇ, ਇਸ ਕਰਕੇ ਹੁਣ ਬੈਠਾਂਗੇ। ਵੈਸੇ ਨਾ ਫਰਕ ਬੜਾ ਆ ਗਿਆ। ਅੱਗੇ ਨਵਜੋਤ ਸਿੰਘ ਸਿੱਧੂ ਬੋਲਦੇ ਹੁੰਦੇ ਸੀ, ਬ੍ਰੇਕ ਨਹੀਂ ਸੀ ਲਾਉਂਦੇ। ਹੁਣ ਜਦੋਂ ਕੋਈ ਪੱਤਰਕਾਰ ਉਦਾਂ ਦੀ ਗੱਲ ਪੁੱਛਦਾ ਫਿਰ ਕਹਿੰਦੇ ਯਾਰ ਤੁਸੀਂ ਕਿਤੇ ਰੋਟੀ ਚੋਚੀ ਕਹਿੰਦੇ ਆ। ਹਰ ਵਾਰੀ ਯਾਰ ਤੁਸੀਂ ਕਿਤੇ ਰੋਟੀ ਚੋਚੀ ਕਹਿੰਦੇ ਆ। ਹਾਂ ਨਹੀਂ ਇਹ ਵਧੀਆ ਗੱਲ ਸਿੱਧੂ ਸਾਹਿਬ ਦੀ, ਉਹਨਾਂ ਨੂੰ ਪਤਾ ਲੱਗ ਗਿਆ ਵੀ ਯਾਰ ਜੇ ਕੋਈ ਬੰਦਾ ਇਹ ਹੈ ਤੇ ਕੰਮ ਕਬੱਡੀ ਵਾਲਾ ਹੀ, ਵੀ ਜੇ ਪਤਾ ਵੀ ਅਗਲਾ ਬੰਦਾ ਹੁਣ ਇਸ ਵਕਤ ਠਿੱਬੀ ਲਾਉਂਦਾ ਤੇ ਥੋੜਾ ਜਿਹਾ ਬਚ ਕੇ ਨਿਕਲ ਜੀਏ। ਪਰ ਇੱਕ ਚੀਜ਼ ਹੋਰ ਆ ਵੀ ਇਹ ਸਾਰੇ ਕੁਝ ਦੇ ਵਿੱਚ ਮੈਡਮ ਨਵਜੋਤ ਕੌਰ ਸਿੱਧੂ ਦੁਬਾਰਾ ਉਹ ਗੱਲ ਕਰ ਰਹੇ ਆ। ਕਿਹੜੀ? ਕਹਿੰਦੇ ਵੀ ਪੰਜਾਬ 'ਚ ਅਫੀਮ ਦੀ ਖੇਤੀ ਦਾ ਕੁਝ ਕਰੋ, ਬਹੁਤ ਜ਼ਰੂਰਤ ਹੈ। ਦੇਖੋ ਉਹਨਾਂ ਨੇ ਕਹਿ ਦਿੱਤਾ, ਹੁਣ ਬਹੁਤ ਸਾਰੇ ਲੋਕ ਖਿਲਾਫ ਨੇ, ਬਹੁਤ ਸਾਰੇ ਹੱਕ 'ਚ ਨੇ। ਡਾਕਟਰ ਗਾਂਧੀ ਚਿਰਾਂ ਦੇ ਕਹਿ ਰਹੇ, ਹੋਰ ਕਈ ਲੋਕ ਕਹਿੰਦੇ ਆ, ਪਰ ਬਹੁਤੇ ਲੋਕ ਕਹਿੰਦੇ ਕਿ ਭਾਈ ਨਹੀਂ ਹੋਣੀ ਚਾਹੀਦੀ। ਵੈਸੇ 2 ਡਾਕਟਰ ਕਹਿ ਰਹੇ ਨੇ, ਉਹ ਡਾਕਟਰ ਸਿੱਧੂ ਤੇ ਡਾਕਟਰ ਗਾਂਧੀ। ਪਰ ਇਹਦੇ ਨਾਲ ਖੇਤੀ ਮੰਤਰੀ ਸਾਹਿਬ ਕਾਕਾ ਰਣਜੀਤ ਨਾਭਾ ਸਾਹਿਬ, ਉਹਨਾਂ ਨੂੰ ਪੁੱਛ ਲੈ, ਕਹਿੰਦੇ ਹੈ ਦਾ ਵੀ ਵਧੀਆ ਚੀਜ਼ ਆ ਵੀ ਬੰਦੇ ਜਦੋਂ ਪਹਿਲੇ ਖਾਂਦੇ ਸੀ ਕੰਮ-ਕੁਮ ਕਰਦੇ ਸੀ, ਉਹ ਕਹਿੰਦੇ ਵੀ ਮੰਤਰੀ ਸਾਹਿਬ ਤਾਂ ਹੋਣੀ ਚਾਹੀਦੀ। ਯਾਰ ਇਦਾਂ ਨਾ ਕਹੋ, ਕਹਿੰਦੇ ਮੈਂ ਕਹਿ ਦੇਣਾ ਤੁਸੀਂ ਪੰਗਾ ਹੋਰ ਪਾ ਦੇਣਾ, ਮੈਂ ਨਹੀਂ ਕਹਿੰਦਾ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ। ਸਿੰਘ ਬਾਦਲ ਸਾਹਿਬ ਨੂੰ ਪੁੱਛ ਲਿਆ ਕਿ ਬੀਬੀ ਨਵਜੋਤ ਕੌਰ ਸਿੱਧੂ ਦਾ ਕਹਿੰਦੇ ਅਸੀਂ ਨਹੀਂ ਹੱਕ ਦੇ ਵਿੱਚ, ਉਹਨਾਂ ਨੂੰ ਚਾਹੀਦੀ ਹੋਵੇ, ਉਹ ਤਾਂ ਪਤਾ ਨਹੀਂ ਵੀ ਅਸੀਂ ਨਹੀਂ ਹੱਕ ਦੇ ਵਿੱਚ ਭਾਈ। ਏਦਾਂ ਕਹਿਤਾ ਉਹਨਾਂ ਨੇ। ਤੇ ਹੁਣ ਕਿਹੜਾ ਦੇਖੋ ਕਾਰਨ ਪਤਾ ਕੀ, ਜੇ ਤੇ ਮੈਡਮ ਨਵਜੋਤ ਕੌਰ ਸਿੱਧੂ ਉਸ ਪਾਰਟੀ 'ਚ ਹੁੰਦੇ ਫਿਰ ਤੇ ਉਹਦਾ ਵੀ ਸੁਖਬੀਰ ਬਾਦਲ ਸਾਹਿਬ ਵੀ ਕਹਿ ਦਿੰਦੇ, ਤੇ ਜਦੋਂ ਹੁਣ ਉਹ ਉਸ ਪਾਰਟੀ 'ਚ ਹੈ ਨਹੀਂ ਗੇ, ਫਿਰ ਉਹ ਕਿੱਦਾਂ ਹਾਮੀ ਭਰੇ? ਨਹੀਂ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਤੇ ਜਾਂਦੇ ਜਾਂਦੇ ਇੱਕ ਫਿਰ ਬੇਨਤੀ ਉਹੀ ਕਰਨ ਲੱਗੇ ਆ ਕਿ ਭਾਈ ਧੰਨਵਾਦ ਕਰਨੇ ਜਾਣਾ ਹੈ ਕੇਂਦਰ ਸਰਕਾਰ ਦਾ, ਸਾਰੇ ਜਾਇਓ। ਤੇ ਨਾਲ ਮਾੜਾ ਜਿਹਾ ਇੱਕ ਛੋਟਾ ਜਿਹਾ ਕੰਮ ਹੋ ਰਿਹਾ, ਜਿੱਦਾਂ ਕੋਈ ਬੰਦਾ ਕਹਿੰਦਾ ਛੋਟਾ ਜਿਹਾ ਕੰਮ ਹੋ ਰਿਹਾ ਕਿ 50,000 ਰੁਪਈਆ ਚਾਹੀਦੇ, ਇਦਾਂ ਛੋਟਾ ਜਿਹਾ ਕੰਮ ਇੱਕ ਥਿੰਨ ਖੇਤੀਬਾੜੀ ਕਾਨੂੰਨਾਂ ਦਾ ਤੇ MSP ਦਾ ਕਰਾ ਕੇ ਲਿਆਓ। ਬੱਲੇ ਬੱਲੇ ਹੈ, ਵਿਆਹਾਂ ਦੇ ਕਾਰਡਾਂ ਦੇ ਢੇਰ ਲੱਗੇ ਰਹਿਣਗੇ ਤੇ ਗੈਸ ਦੀ ਗੋਲੀ ਖਾ ਕੇ ਜਾਣਾ ਪਿਆ ਕਰੂਗਾ, ਤਾਂ ਇਹਲੇ ਆਪਾਂ ਕਾਰਡ ਉਡੀਕਦੇ ਰਹਿੰਦੇ ਆ। ਆਹੀ ਤਾਂ ਗੱਲ ਚੱਲੀ ਹੈ। ਬਹੁਤ ਸ਼ੁਕਰੀਆ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।